ਲੇਖਕ ਕ੍ਰਿਸ਼ਨ ਪ੍ਰਤਾਪ ਦਾ ਨਾਵਲ ਹੈ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ। ਅੰਗ 20ਵਾਂ। ਮੇਰੀ ਏਡੀਸੀ ਦਫ਼ਤਰ 'ਚ ਪੈਰੀ ਤਰੀਕ ਨੇ ਮੈਨੂੰ ਬੜਾ ਹੀ ਤੰਗ ਪਰੇਸ਼ਾਨ ਕਰ ਰੱਖਿਆ ਸੀ। ਰੀਡਰ ਨੂੰ ਪਤਾ ਨਹੀਂ ਜਪਨਾਮ ਨੇ ਕਿਹੜਾ ਡਰ ਪਾਇਆ ਹੋਇਆ ਸੀ ਜਾਂ ਫਿਰ ਕੁਝ ਸੁੰਘਾ ਰੱਖਿਆ ਸੀ। ਉਹ ਭੋਲਾ ਜਿਹਾ ਮੂੰਹ ਬਣਾ ਕੇ ਮੈਨੂੰ ਅਗਲੇ ਹਫ਼ਤੇ ਜਾਂ 15 ਦਿਨਾਂ ਦੀ ਤਰੀਕ 'ਤੇ ਆਉਣ ਲਈ ਆਖ ਦਿੰਦਾ ਸੀ। ਆਪਣੇ ਵੱਲੋਂ ਸੱਚਾ ਹੋਣ ਦਾ ਮਾਰਾ ਨਾਲ ਹੀ ਆਖ ਦਿੰਦਾ ਸੀ, ਫਿਕਰ ਨਾ ਕਰ, ਅਗਲੀ ਤਰੀਕ 'ਤੇ ਤੁਹਾਡਾ ਕੰਮ ਨਿਬੇੜ ਹੀ ਦੇਣਾ ਹੈ। ਪਤਾ ਨਹੀਂ ਕਿਵੇਂ ਉਹ ਅਜਿਹੇ ਦਿਨ ਦੀ ਤਰੀਕ ਦਿੰਦਾ ਸੀ ਜਿਸ ਦਿਨ ਸਾਹਿਬ ਨੇ ਜਾਂ ਤਾਂ ਕਿਤੇ ਜਾਣਾ ਹੁੰਦਾ ਸੀ ਜਾਂ ਫਿਰ ਕਿਸੇ ਮੀਟਿੰਗ 'ਚ ਰੁੱਝਿਆ ਹੁੰਦਾ ਸੀ। ਜਿਸ ਦਿਨ ਸਾਹਿਬ ਬੈਠਾ ਵੀ ਹੁੰਦਾ ਸੀ ਤਾਂ ਆਖ ਦਿੰਦਾ, ਅੱਜ ਤਾਂ ਸਿਰਫ ਫੂਡ ਸੇਫਟੀ ਵਾਲੇ ਕੇਸ ਹੀ ਨਿਬੇੜਨੇ ਆ, ਜਾਂ ਫਿਰ ਬਹਾਨਾ ਲਾ ਦਿੰਦਾ ਸੀ, ਅੱਜ ਤਾਂ ਸਾਹਿਬ ਨੇ ਰਿਕਵਰੀ ਵਾਲੇ ਕੇਸ ਹੀ ਸੁਣਨੇ ਆ, ਤੁਸੀਂ ਅਗਲੇ ਸ਼ੁੱਕਰਵਾਰ ਆ ਜਾਇਓ। ਆਈ ਤਰੀਕ ਤੋਂ ਮੈਨੂੰ ਨਵਾਂ ਬਹਾਨਾ ਸੁਣਨ ਨੂੰ ਮਿਲ ਜਾਂਦਾ ਸੀ। ਮੈਂ ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਦੂਜੀ ਧਿਰ ਨਾ ਤਾਂ ਅਦਾਲਤ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਨਾ ਹੀ ਏਡੀਸੀ ਵਾਲੇ ਮੁਕੱਦਮੇ 'ਚ। ਉਹਨਾਂ ਦਾ ਜਾਂਦਾ ਵੀ ਕੁਛ ਨਹੀਂ, ਪਰ ਮੈਂ ਸਕੂਲ ਤੋਂ ਭੱਜਿਆ ਆਉਂਦਾ ਸੀ। ਇਸ ਵਾਰ ਜ਼ਰੂਰ ਸੁਣਵਾਈ ਹੋਏਗੀ, ਪਰ ਹਰ ਵਾਰੀ ਸਾਰੀ ਦਿਹਾੜੀ ਗਾਲ ਕੇ ਸ਼ਾਮ ਨੂੰ ਨਵੀਂ ਤਾਰੀਖ ਸੁਣ ਕੇ ਹੀ ਘਰ ਮੁੜ ਆਉਂਦਾ। ਇਹ ਸਿਲਸਿਲਾ ਹਨੂਮਾਨ ਦੀ ਪੂਛ ਵਾਂਗ ਲੰਬਾ ਹੁੰਦਾ ਜਾ ਰਿਹਾ ਸੀ। ਇਹਦੇ ਨਾਲ ਹੀ ਨਗਰ ਨਿਗਮ ਵਾਲੇ ਵੀ ਮੈਨੂੰ ਕੋਈ ਲੜ ਸਿਰਾ ਨਹੀਂ ਫੜਾ ਰਹੇ ਸੀ। ਉਂਝ ਇੱਕ ਦਿਨ ਮੇਰੀ ਪਾਈ ਹੋਈ RTI ਦਾ ਜਵਾਬ ਉਹਨਾਂ ਨੇ ਭੇਜ ਦਿੱਤਾ ਸੀ। ਉਸ 'ਚ ਲਿਖਿਆ ਹੋਇਆ ਸੀ ਕਿ ਗੁਰਨੇਕ ਨੇ ਨਗਰ ਨਿਗਮ ਵੱਲੋਂ ਭੇਜੇ ਗਏ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਅਜੇ ਤੀਕ ਉਸ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮੈਂ ਬੜਾ ਹੀ ਪਰੇਸ਼ਾਨ ਹੋਇਆ ਕਿ ਜੇ ਉਹ ਸਬੂਤ ਪੇਸ਼ ਨਹੀਂ ਕਰ ਰਿਹਾ ਤਾਂ ਉਹਨੂੰ ਐਕਸ ਪਾਰਟੀ ਕਰਾਰ ਦੇ ਕੇ ਇੱਕ ਤਰਫਾ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬੜੀ ਸੋਚ ਵਿਚਾਰ ਤੋਂ ਬਾਅਦ ਮੈਂ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਕਰਤੀ। ਹੁਣ ਮੇਰਾ ਸਵੈ ਵਿਸ਼ਵਾਸ ਪੂਰੇ ਜ਼ੋਰਾਂ ਤੇ ਸੀ। ਮੈਂ ਆਪਣੇ ਵਿਰੋਧੀਆਂ ਨੂੰ ਉਹਨਾਂ ਦੁਆਰਾ ਬੁਣੇ ਹੋਏ ਜਾਲ 'ਚ ਹੀ ਫਸਾ ਲਿਆ, ਕਿਉਂਕਿ ਮੇਰੀ ਸੋਚ ਮੁਤਾਬਕ ਦੋਵੇਂ ਪੁਲਿਸੀਏ ਬੱਸ ਵਾਲੇ ਕੇਸ 'ਚ ਜਕੜੇ ਜਾ ਚੁੱਕੇ ਸੀ ਤੇ ਗੁਰਨੇਕ ਕਈ ਮਹੀਨਿਆਂ ਤੱਕ ਆਪਣੇ ਬਣੇ ਹੋਏ ਮਕਾਨ ਅਤੇ ਕਬਜ਼ੇ 'ਚ ਕੀਤੀ ਹੋਈ ਜਗ੍ਹਾ ਦੀ ਰਜਿਸਟਰੀ ਵਿਖਾਉਣ ਤੋਂ ਅਸਮਰਥ ਰਿਹਾ ਸੀ। ਬੇਸ਼ੱਕ ਨਗਰ ਨਿਗਮ ਦੇ ਦਫ਼ਤਰ ਵਿੱਚ ਤਾਂ ਉਹ ਸਿਫਾਰਸ਼ਾਂ ਪਵਾ ਕੇ ਆਪਣੇ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਨੂੰ ਅੱਗੇ ਪਾਉਣ 'ਚ ਕਾਮਯਾਬ ਹੋ ਰਿਹਾ ਸੀ, ਪਰ ਜਦ ਨਗਰ ਨਿਗਮ ਦੇ ਉੱਪਰਲੇ ਅਧਿਕਾਰੀ ਨਗਰ ਨਿਗਮ ਦੇ ਸਥਾਨਕ ਅਧਿਕਾਰੀਆਂ ਨੂੰ ਖਿੱਚਣਗੇ ਤਾਂ ਫਿਰ ਉਹ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨ ਸਕਣਗੇ। ਮੇਰੀ ਮਾਂ ਹੀ ਮੈਨੂੰ ਲਿਖਣ ਲਈ ਪ੍ਰੇਰਿਤ ਕਰਦੀ ਰਹੀ ਸੀ, ਪਰ ਹੁਣ ਕੁਝ ਦੇਰ ਤੋਂ ਮੇਰਾ ਇਹ ਕਾਰਜ ਕੁਝ ਹੌਲੀ ਹੋ ਗਿਆ ਸੀ। ਇੱਕ ਦਿਨ ਮੈਨੂੰ ਆਖਣ ਲੱਗੀ, ਪੁੱਤ, ਕੇਸ ਕੂਸ ਤਾਂ ਚੱਲਦੇ ਹੀ ਰਹਿੰਦੇ ਹੁੰਦੇ ਆ, ਤੂੰ ਆਪਦਾ ਲਿਖਣ ਵੱਲ ਵੀ ਧਿਆਨ ਦੇ। ਰੋਜ਼ ਅਖਬਾਰ ਵੇਖਦੀਆਂ, ਇਸ 'ਚ ਤੇਰਾ ਕਦੇ ਕੁਝ ਵੀ ਨਹੀਂ ਛੁਪਿਆ ਹੁੰਦਾ। ਮਾਂ, ਵਕਤ ਹੀ ਨਹੀਂ ਲੱਗਦਾ, ਲਿਖਾਂ ਕਦੋਂ? ਮੈਨੂੰ ਤਾਂ ਲੱਗਦਾ ਹੈ ਲਿਖਣਾ ਪੜ੍ਹਨਾ ਵੀ ਵਿਹਲੇ ਬੰਦਿਆਂ ਦਾ ਹੀ ਕੰਮ ਹੈ। ਮੈਂ ਆਪਣੀ ਸਫਾਈ ਦਿੱਤੀ। ਨਹੀਂ, ਤੇਰੀ ਗੱਲ ਪੂਰੀ ਤਰ੍ਹਾਂ ਗਲਤ ਹੈ। ਜੇ ਬੰਦੇ ਦਾ ਲਿਖਣ ਦਾ ਮਨ ਹੋਵੇ, ਭਾਵੇਂ ਉਹ ਜਿੰਨਾ ਮਰਜ਼ੀ ਰੁੱਝਿਆ ਹੋਵੇ, ਪੜ੍ਹੇ ਲਿਖੇ ਬਿਨਾਂ ਉਹਨੂੰ ਨੀਂਦ ਹੀ ਨਹੀਂ ਆਉਂਦੀ। ਇਹ ਆਖ ਕੇ ਤੇਰੀ ਆਪਦੀ ਨੀਅਤ ਹੀ ਫਿੱਟੀ ਹੋਈ ਹੈ। ਹੱਡ ਹਰਾਮੀ ਹੁੱਜਤਾਂ ਢੇਰ ਵਾਲੀ ਗੱਲ ਹੈ। ਮੇਰੀ ਮਾਂ ਨੇ ਸਪਸ਼ਟ ਗੱਲ ਕੀਤੀ। ਉਹਦੀ ਦਲੀਲ ਇੰਨੀ ਜ਼ਿਆਦਾ ਵਜ਼ਨਦਾਰ ਸੀ ਕਿ ਮੈਂ ਨਿਰੁੱਤਰ ਹੋ ਗਿਆ ਤੇ ਕੁਝ ਵੀ ਬੋਲ ਨਹੀਂ ਸੀ ਸਕਿਆ। ਮੇਰੀ ਚੁੱਪ ਤੇ ਮੇਰੀ ਮਾਨਸਿਕ ਹਾਲਤ ਤੋਂ ਮੇਰੀ ਮਾਂ ਮੇਰੇ ਅੰਦਰ ਦੀ ਭਾਵਨਾ ਸਮਝ ਗਈ ਸੀ ਤੇ ਉਹਨੇ ਗੱਲ ਟਾਲਣ ਦੇ ਰੌਂਅ 'ਚ ਮੈਨੂੰ ਪੁੱਛਿਆ, ਫਿਰ ਤੂੰ ਉੱਧਰਲੇ ਘਰੇ ਜਾ ਕੇ ਕੀ ਲਿਖਦਾ ਰਹਿੰਦਾ? ਮੈਨੂੰ ਵੀ ਦੱਸ। ਸ਼ਿਕਾਇਤਾਂ। ਮੈਂ ਸਿਰਫ ਇੱਕ ਹੀ ਸ਼ਬਦ ਬੋਲਿਆ ਸੀ, ਪਰ ਕੁਝ ਹੀ ਪਲਾਂ 'ਚੋਂ ਮੇਰੀ ਸਾਰੀ ਮਜਬੂਰੀ ਸਮਝ ਗਈ ਸੀ। ਚੱਲ, ਮੈਨੂੰ ਤਾਂ ਇਹੀ ਦੱਸ ਦਿਆ ਕਰ ਵੀ ਤੂੰ ਸ਼ਿਕਾਇਤਾਂ 'ਚ ਕੀ ਲਿਖਦਾ ਹੈ। ਤੇਰਾ ਲਿਖਿਆ ਸੁਣ ਕੇ ਘੱਟੋ ਘੱਟ ਮਨ ਨੂੰ ਤਸੱਲੀ ਤਾਂ ਰਹੂ ਵੀ ਮੇਰਾ ਪੁੱਤ ਲਿਖੀ ਜਾ ਰਿਹਾ। ਉਹਦੀ ਕਲਮ ਤਾਂ ਚੱਲਦੀ ਹੋਈ ਆ, ਚਾਹੇ ਉਹ ਅਖਬਾਰਾਂ ਜਾਂ ਰਸਾਲਿਆਂ ਲਈ ਨਹੀਂ ਲਿਖ ਰਿਹਾ, ਆਪਣੇ ਬਚਾਅ ਲਈ ਤਾਂ ਲਿਖ ਹੀ ਰਿਹਾ ਨਾ। ਮਾਂ ਨੇ ਗੱਲ ਇੰਨੇ ਪਿਆਰ ਤੇ ਗੂੜ੍ਹ ਜਜ਼ਬਾਤ ਨਾਲ ਆਖੀ ਕਿ ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਮੈਂ ਕੀ ਕਰਾਂ ਤੇ ਕੀ ਆਖਾਂ। ਮੇਰੀ ਮਾਨਸਿਕ ਹਾਲਤ ਨੂੰ ਸਮਝਦੇ ਬੜੇ ਪਿਆਰ ਨਾਲ ਬੋਲੇ, ਚੱਲ ਸ਼ਿਕਾਇਤਾਂ ਹੀ ਸੁਣਾ ਦੇ। ਮੇਰੇ ਮਨ ਨੂੰ ਤਸੱਲੀ ਤਾਂ ਹੋ ਜਾਏਗੀ ਕਿ ਮੈਂ ਆਪਣੇ ਪੁੱਤ ਦੀ ਇੱਕ ਲਿਖੀ ਹੋਈ ਨਵੀਂ ਲਿਖਤ ਸੁਣ ਲਈ ਹੈ। ਮੈਂ ਬੜੇ ਡਰੇ ਜਿਹੇ ਮਨ ਨਾਲ ਪਹਿਲਾਂ ਤਾਂ ਦੋਵਾਂ ਪੁਲਿਸ ਵਾਲਿਆਂ ਦੀ ਕੀਤੀ ਸ਼ਿਕਾਇਤ ਪੜ੍ਹਤੀ ਤੇ ਨਾਲ ਹੀ ਗੁਰਨੇਕ ਵਿਰੁੱਧ ਕੀਤੀ ਹੋਈ ਸ਼ਿਕਾਇਤ ਵੀ ਹੂਬਹੂ ਉਹਨੂੰ ਸੁਣਾਤੀ। ਸ਼ਿਕਾਇਤਾਂ ਨੂੰ ਸੁਣ ਕੇ ਮੇਰੀ 5 ਜਮਾਤਾਂ ਪੜ੍ਹੀ ਮਾਂ ਇੰਨੀ ਜ਼ਿਆਦਾ ਖੁਸ਼ ਹੋਈ ਕਿ ਉਹਦੇ ਮੂੰਹ 'ਚ ਸਹਿਜ ਸੁਭਾਅ ਨਿਕਲਿਆ, ਪੁੱਤ, ਹੁਣ ਤਾਂ ਵੱਡੇ ਤੋਂ ਵੱਡਾ ਹੈ, ਅਧਿਕਾਰੀਆਂ ਦੀਆਂ ਅੱਖਾਂ ਵੀ ਖੁੱਲ੍ਹ ਜਾਣਗੀਆਂ, ਇਹਨਾਂ ਅਕਲ ਦੇ ਅੰਨਿਆਂ ਦੀਆਂ ਤਾਂ ਖੁੱਲ੍ਹਣੀਆਂ ਨੇ। ਤੈਨੂੰ ਤੇਰੀ ਮਾਂ ਦੀ ਅਸੀਸ ਹੈ ਕਿ ਤੂੰ ਇਸ ਕੇਸ 'ਚ ਜੇਤੂ ਹੋ ਕੇ ਨਿਕਲੇਂਗਾ। ਬੰਦਾ ਖੜੇ ਨਾ ਖੜੇ, ਰੱਬ ਸੱਚ ਨਾਲ ਜ਼ਰੂਰ ਖੜਦਾ ਹੈ। ਇਹ ਸ਼ਬਦ ਆਖਦਿਆਂ ਉਹਦੇ ਜੋੜੇ ਹੋਏ ਹੱਥ ਆਪਣੇ ਆਪ ਹੀ ਅਸਮਾਨ ਵੱਲ ਨੂੰ ਉੱਠ ਗਏ ਸੀ। ਮਾਂ, ਪਹਿਲਾਂ ਤਾਂ ਤੂੰ ਅਜਿਹੀ ਸੀਸ ਕਦੀ ਨਹੀਂ ਦਿੱਤੀ। ਅੱਜ ਜਦ ਮੈਂ ਉਹਨਾਂ ਨੂੰ ਫਸਾ ਲਿਆ ਤਾਂ ਤੂੰ ਧੜੀ ਦੀਆਂ ਸੀਸਾਂ ਦੇਣ ਲੱਗ ਪਈਆਂ। ਮੈਂ ਗੱਲ ਨੂੰ ਜ਼ਰਾ ਹਾਸੇ 'ਚ ਪਾਉਂਦਿਆਂ ਆਖਿਆ, ਪੁੱਤ, ਤੇਰੇ ਨਾਲੋਂ ਜ਼ਿਆਦਾ ਮੈਂ ਤੜਪੀ ਹਾਂ। ਇਹ ਮੈਂ ਜਾਣਦੀ ਹਾਂ ਜਾਂ ਫਿਰ ਮੇਰਾ ਰੱਬ ਜਾਣਦਾ ਹੈ। ਮੈਂ ਤਾਂ ਪਹਿਲੇ ਦਿਨੋਂ ਹੀ ਆਖੀ ਜਾਂਦੀ ਹਾਂ ਕਿ ਮੇਰੇ ਗਊ ਵਰਗੇ ਪੁੱਤ ਨੂੰ ਤੜਪਾ ਕੇ
ਇਹਨਾਂ ਨੂੰ ਸ਼ਾਂਤੀ ਨਹੀਂ ਮਿਲਣੀ। ਉਹ ਕੁੱਤੇ ਪੁਲਸੀਏ ਵੀ ਆਪਣੀ ਕੀਤੀ ਆਪੇ ਹੀ ਭੁਗਤਣਗੇ। ਮੈਂ ਤਾਂ ਕੱਲ ਵੀ ਆਖਦੀ ਸੀ ਤੇ ਅੱਜ ਵੀ ਆਖੀ ਜਾਂਦੀ ਆ ਕਿ ਸੱਚ ਸੱਚ ਹੀ ਰਹਿੰਦਾ ਤੇ ਝੂਠ ਝੂਠ। ਸੱਚ ਜਾਣੀ ਪੁੱਤ, ਹੁਣ ਤਾਂ ਮੈਨੂੰ ਸੁਪਨੇ 'ਚ ਵੀ ਇਹ ਵੱਡੇ ਨਾਡੂ ਖਾਂ ਤੇਰੀਆਂ ਮਿੰਨਤਾਂ ਕਰਦੇ ਦਿਸਣ ਲੱਗ ਪਏ ਐ। ਮਾਂ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ। ਮਾਂ, ਤੈਨੂੰ ਪਤਾ ਜੋ ਲੱਗ ਗਿਆ ਵੀ ਮੈਂ ਅਜਿਹੀਆਂ ਸ਼ਿਕਾਇਤਾਂ ਕਰਨ ਲੱਗਾ ਹੋਇਆ, ਤਾਂ ਹੀ ਉਹ ਤੈਨੂੰ ਉਹ ਮਿੰਨਤਾਂ ਕਰਦੇ ਦਿਸਣ ਲੱਗ ਪਏ ਐ। ਮੈਂ ਮਾਂ ਨੂੰ ਟੌਂਚ ਲਾਉਂਦਿਆਂ ਆਖਿਆ। ਪੁੱਤ ਤੂੰ ਹੀ ਦੱਸ, ਤੂੰ ਇਸ ਝਗੜੇ ਤੋਂ ਬਾਅਦ ਕਦੇ ਮੇਰੇ ਨਾਲ ਖੁੱਲ੍ਹ ਕੇ ਕੋਈ ਗੱਲ ਕੀਤੀ ਹੈ? ਨਾ ਹੀ ਤੂੰ ਆਪਦੀ ਘਰ ਵਾਲੀ ਨਾਲ ਕਰਦਾ। ਅਸੀਂ ਤਾਂ ਸਗੋਂ ਅੰਦਰੋਂ ਅੰਦਰ ਕੁੜਦੀਆਂ ਰਹਿੰਦੀਆਂ ਕਿ ਤੁਸੀਂ ਦੋਵੇਂ ਭਰਾ ਸਾਨੂੰ ਬਹੁਤਾ ਕੁਝ ਦੱਸਦੇ ਹੀ ਨਹੀਂ। ਮੇਰਾ ਤਾਂ ਮੇਰੇ ਮਨ ਦੀ ਸੋਚ ਮੁਤਾਬਕ ਇੱਕ ਅੰਦਾਜ਼ਾ ਸੀ ਜੋ ਤੈਨੂੰ ਦੱਸਤਾ, ਬਾਕੀ ਤਾਂ ਤੁਸੀਂ ਜਾਣੋ ਜਿਹੜੇ ਨਿੱਤ ਦਫ਼ਤਰ ਕਚਹਿਰੀਆਂ 'ਚ ਧੱਕੇ ਖਾਂਦੇ ਫਿਰਦੇ ਹੋ। ਮਾਂ ਨੇ ਲੰਬੀ ਸਾਰੀ ਹੀਰ ਸੁਣਾ ਦਿੱਤੀ। ਮੈਂ ਮਾਂ ਦੀ ਗੱਲ ਨਾਲ ਸਹਿਮਤ ਹੋ ਗਿਆ ਸਾਂ, ਕਿਉਂਕਿ ਮੈਂ ਕਦੇ ਵੀ ਅਜਿਹੀ ਕੋਈ ਗੱਲ ਘਰਦਿਆਂ ਨਾਲ ਸਾਂਝੀ ਨਹੀਂ ਸੀ ਕੀਤੀ। ਇਹ ਤਾਂ ਮੈਂ ਤੇ ਯਾਦਵਿੰਦਰ ਹੀ ਸੀ ਜੋ ਆਪਸੀ ਰਾਏ ਮਸ਼ਵਰਾ ਕਰਦੇ ਕਰਦੇ ਇਸ ਕੇਸ ਨੂੰ ਖਿੱਚ ਧੂ ਕੇ ਇੱਥੋਂ ਤੱਕ ਲੈ ਆਏ ਸੀ। ਸ਼ਾਇਦ ਸਾਡਾ ਇਹ ਮੰਨਣਾ ਸੀ ਕਿ ਆਦਮੀ ਜਿੰਨਾ ਮਰਜ਼ੀ ਸਿਆਣਾ ਹੋਵੇ, ਰਸੋਈ ਤੇ ਘਰ ਦੇ ਅੰਦਰੂਨੀ ਮਾਮਲਿਆਂ 'ਚ ਔਰਤ ਦੀ ਚੱਲਣ ਦਿੱਤੀ ਜਾਣੀ ਚਾਹੀਦੀ ਹੈ, ਤੇ ਬਾਹਰੀ ਖਾਸ ਕਰਕੇ ਥਾਣੇ ਕਚਹਿਰੀਆਂ ਦੇ ਮਾਮਲਿਆਂ 'ਚ ਔਰਤਾਂ ਨੂੰ ਜਿੰਨਾ ਦੂਰ ਰੱਖਿਆ ਜਾਵੇ ਉਹ ਚੰਗਾ ਹੁੰਦਾ ਹੈ। ਇਸ ਲਈ ਅਸੀਂ ਉਹਨਾਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਜ਼ਿਆਦਾਤਰ ਗੋਲ-ਮੋਲ ਹੀ ਕਰ ਜਾਂਦੇ ਸੀ। ਸਾਨੂੰ ਆਪਣੀ ਮਾਂ ਦੀ ਸਿਹਤ ਦੀ ਚਿੰਤਾ ਵੀ ਸੀ, ਇਸ ਲਈ ਅਸੀਂ ਕਦੇ ਵੀ ਪੂਰਾ ਸੱਚ ਘਰਦਿਆਂ ਨੂੰ ਨਹੀਂ ਦੱਸਿਆ ਸੀ। ਮੈਨੂੰ ਅੱਜ ਤੱਕ ਵੀ ਇਸ ਗੱਲ ਦੀ ਸਮਝ ਨਹੀਂ ਲੱਗ ਸਕੀ ਕਿ ਮੇਰੀ ਮਾਂ ਨੂੰ ਅਜਿਹੀਆਂ ਗੱਲਾਂ ਦਾ ਅੰਦਾਜ਼ਾ ਕਿਵੇਂ ਲੱਗ ਗਿਆ ਸੀ। ਇਹਦੇ ਦੋ ਹੀ ਕਾਰਨ ਹੋ ਸਕਦੇ ਆ। ਪਹਿਲਾ ਇਹ ਕਿ ਮਾਵਾਂ 'ਚ ਇੱਕ ਅਦੁੱਤੀ ਸ਼ਕਤੀ ਹੁੰਦੀ ਹੈ, ਜਿਸ ਕਾਰਨ ਹਰ ਮਾਂ ਆਪਣੇ ਬੱਚੇ ਦਾ ਚਿਹਰਾ ਪੜ੍ਹ ਕੇ ਉਹਦੀ ਮਾਨਸਿਕ ਹਾਲਤ ਨੂੰ ਮਹਿਸੂਸ ਕਰ ਸਕਦੀ ਹੈ, ਉਹ ਕਿਸ ਤਰ੍ਹਾਂ ਦੀ ਮਨੋਸਥਿਤੀ 'ਚੋਂ ਲੰਘ ਰਿਹਾ ਹੈ। ਦੂਜਾ ਇਹ ਕਿ ਮਾਂ ਹਰ ਪਲ ਆਪਣੇ ਬੱਚੇ ਦੀ ਹਰ ਕਾਰਵਾਈ 'ਤੇ ਨਜ਼ਰ ਰੱਖਦੀ ਹੈ ਕਿ ਉਹ ਫਲਾਣਾ ਕੰਮ ਕਰਕੇ ਖੁਸ਼ ਹੋ ਰਿਹਾ ਜਾਂ ਫਿਰ ਦੁਖੀ। ਗੱਲ ਦੋਵਾਂ 'ਚੋਂ ਕੋਈ ਵੀ ਹੋਵੇ, ਪਰ ਮੈਨੂੰ ਆਪਣੀ ਮਾਂ ਦੀ ਅਸੀਸ ਮਿਲ ਚੁੱਕੀ ਸੀ। ਹੁਣ ਮੈਨੂੰ ਆਸ ਦੀ ਇੱਕ ਨਵੀਂ ਕਿਰਨ ਨਜ਼ਰ ਆਉਣ ਲੱਗ ਪਈ। ਉਮੀਦ ਵੀ ਸੀ ਕਿ ਨਵੀਆਂ ਪਾਈਆਂ ਗਈਆਂ ਸ਼ਿਕਾਇਤਾਂ ਨਾਲ ਸਮੁੱਚੀ ਵਿਰੋਧੀ ਧਿਰ ਦਾ ਦਿਮਾਗ ਟਿਕਾਣੇ 'ਤੇ ਆ ਜਾਏਗਾ ਤੇ ਜਲਦੀ ਸਾਡਾ ਇਹ ਝਗੜਾ ਖਤਮ ਹੋ ਜਾਏਗਾ। ਮੈਨੂੰ ਇਸ ਗੱਲ ਦੀ ਤਸੱਲੀ ਵੀ ਹੋ ਰਹੀ ਸੀ ਕਿ ਇਹਨਾਂ ਸ਼ਿਕਾਇਤਾਂ ਨਾਲ ਮੈਂ ਉਹਨਾਂ ਦੀ ਨੌਕਰੀ ਵਾਸਤੇ ਵੀ ਵੱਡਾ ਖਤਰਾ ਨਹੀਂ ਸੀ ਬਣਨਾ ਤੇ ਮੇਰਾ ਮਸਲਾ ਵੀ ਹੱਲ ਹੋ ਜਾਣਾ ਸੀ। ਜਿਸ ਸੁਨੇਹੇ ਦੀ ਮੈਨੂੰ ਬੜੇ ਚਿਰਾਂ ਤੋਂ ਉਡੀਕ ਸੀ, ਉਹ ਮਹੀਨਾ ਬੀਤਣ ਦੇ ਬਾਵਜੂਦ ਨਾ ਆਇਆ। ਇਹ ਉਹ ਸੁਨੇਹਾ ਸੀ ਕਿ ਕਦੀ ਕੋਈ ਵਿਚੋਲਾ ਆ ਕੇ ਸਾਨੂੰ ਆਖੇਗਾ ਕਿ ਦੂਜੀ ਧਿਰ ਆਪਣੀ ਗਲਤੀ ਮੰਨ ਰਹੀ ਹੈ, ਉਹ ਤੁਹਾਡੇ ਵਿਰੁੱਧ ਕੀਤੀਆਂ ਸਾਰੀਆਂ ਸ਼ਿਕਾਇਤਾਂ ਵਾਪਸ ਲੈਣ ਲਈ ਤਿਆਰ ਹੈ ਤੇ ਤੁਸੀਂ ਵੀ ਆਪਣੀਆਂ ਸਾਰੀਆਂ ਸ਼ਿਕਾਇਤਾਂ ਵਾਪਸ ਲੈ ਲਓ। ਆਪਾਂ ਸਭ ਨੇ ਚੰਗੇ ਗੁਆਂਢੀ ਬਣ ਕੇ ਰਹਿਣਾ ਤੇ ਅੱਗੇ ਤੋਂ ਵੀ ਮਿਲਦੇ ਵਰਤਦੇ ਰਹਾਂਗੇ। ਪਤਾ ਨਹੀਂ ਮੇਰੀ ਕਿਸਮਤ ਹੀ ਮਾੜੀ ਸੀ ਜਾਂ ਫਿਰ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋਈ ਸੀ ਜੋ ਉਹਨਾਂ ਨੂੰ ਵਿਨਾਸ਼ ਵੱਲ ਲਿਜਾਣ ਦਾ ਕੰਮ ਕਰੀ ਜਾ ਰਹੀ ਸੀ। ਉਹ ਕਿਸੇ ਤਰ੍ਹਾਂ ਵੀ ਸਮਝੌਤੇ ਦੀ ਪੇਸ਼ਕਸ਼ ਲੈ ਕੇ ਆਉਣ ਵਾਸਤੇ ਤਿਆਰ ਨਹੀਂ ਸਨ ਹੋਏ। ਉਹਨਾਂ ਦਿਨਾਂ 'ਚ ਜਦ ਵੀ ਸਾਡੇ ਘਰ ਦੇ ਬੂਹੇ ਦੀ ਘੰਟੀ ਖੜਕਦੀ ਤਾਂ ਮੈਨੂੰ ਲੱਗਣ ਲੱਗ ਪੈਂਦਾ ਕਿ ਜ਼ਰੂਰ ਹੀ ਕੋਈ ਨਾ ਕੋਈ ਸਮਝੌਤਾ ਕਰਾਉਣ ਵਾਲਾ ਵਿਚੋਲਾ ਆਇਆ। ਮੈਂ ਮਨ ਹੀ ਮਨ ਸ਼ੁਕਰ ਮਨਾਉਣ ਲੱਗ ਪੈਂਦਾ ਕਿ ਇਸ ਬੰਦੇ ਦੇ ਆਉਣ ਨਾਲ ਚਲੋ ਮੈਂ ਕਿਸੇ ਪਰਿਵਾਰ ਦੀ ਰੋਜ਼ੀ ਰੋਟੀ ਖੁੱਸਣ ਦਾ ਕਾਰਨ ਬਣਨ ਤੋਂ ਬਚ ਗਿਆ। ਮੈਂ ਉਤਸ਼ਾਹ ਤੇ ਚਾਅ ਨਾਲ ਜਾ ਕੇ ਬੂਹਾ ਖੋਲ੍ਹਦਾ ਸੀ, ਪਰ ਜਦ ਸਾਹਮਣੇ ਖੜੇ ਡਾਕੀਏ, ਕੇਬਲ ਜਾਂ ਬਿਜਲੀ ਦਾ ਬਿੱਲ ਲੈਣ ਆਏ ਕਰਮਚਾਰੀ ਜਾਂ ਫਿਰ ਕੂੜਾ ਚੁੱਕਣ ਵਾਲੇ ਨੂੰ ਵੇਖ ਲੈਂਦਾ ਤਾਂ ਮੇਰਾ ਦਿਲ ਟੁੱਟ ਜਾਂਦਾ। ਇੱਕ ਦਿਨ ਜਦ ਬੂਹਾ ਖੜਕਣ ਤੇ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸ਼ਨੀ ਦੇਵਤਾ ਖੜਾ ਸੀ। ਮੈਂ ਗੁੱਸੇ 'ਚ ਆ ਕੇ ਉਹਨੂੰ ਕੁਝ ਕੰਮ ਕਰਕੇ ਖਾ ਲੈਣ ਦੀ ਸਲਾਹ ਦਿੱਤੀ ਤੇ ਬਿਨਾਂ ਕੁਝ ਦਿੱਤਿਆਂ ਉਹਨੂੰ ਖਾਲੀ ਮੋੜਤਾ ਸੀ। ਉਹਨੂੰ ਦਰ ਤੋਂ ਖਾਲੀ ਮੋੜ ਦੇਣ ਤੋਂ ਬਾਅਦ ਵੀ ਮੈਨੂੰ ਗੁੱਸਾ ਆ ਰਿਹਾ ਸੀ ਕਿ ਜਿਨ੍ਹਾਂ ਬੰਦਿਆਂ, ਬੇਸ਼ੱਕ ਉਹ ਮੇਰੇ ਵਿਰੋਧੀ ਸਨ ਤੇ ਮੇਰਾ ਨੁਕਸਾਨ ਵੀ ਕਰ ਰਹੇ ਸਨ, ਤਾਂ ਮੈਂ ਸ਼ਨੀ ਗ੍ਰਹਿ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਉਹ ਲੋਹੇ ਦਾ ਥਣ ਬਣੇ ਹੋਏ ਆਪੋ ਆਪਣੇ ਘਰਾਂ 'ਚ ਦੜੇ ਬੈਠੇ ਆ ਤੇ ਐਵੇਂ ਲੋਕਾਂ ਲਈ ਮੰਨਤਾਂ ਮੰਗੀ ਜਾ ਰਿਹਾ। ਅੰਧ ਵਿਸ਼ਵਾਸ ਮੁਤਾਬਕ ਮੇਰੇ ਤੇ ਆਇਆ ਸ਼ਨੀ ਗ੍ਰਹਿ ਅਜੇ ਤੱਕ ਵੀ ਟਲਿਆ ਨਹੀਂ ਸੀ, ਪਰ ਮੈਨੂੰ ਤਾਂ ਦੂਜੀ ਧਿਰ ਦੀ ਫਿਕਰ ਵੀ ਵੱਡ-ਵੱਡ ਖਾਈ ਜਾ ਰਹੀ ਸੀ। ਕਿਤੇ ਉਹਨਾਂ ਦੇ ਸ਼ਨੀ ਗ੍ਰਹਿ ਦੇ ਸਫਲ ਹੋਣ ਦਾ ਕਾਰਨ ਤੇ ਵਜ੍ਹਾ ਮੈਂ ਹੀ ਨਾ ਬਣ ਜਾਵਾਂ ਤੇ ਮੇਰੇ ਕਾਰਨ ਉਹਨਾਂ ਦਾ ਨੁਕਸਾਨ ਹੋ ਜਾਏ। ਮੇਰੇ ਵੱਲੋਂ ਦੁਰਕਾਰਿਆ ਨਜ਼ੂਮੀ ਵੀ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਚੁੱਕਾ ਸੀ, ਪਰ ਮੇਰੇ ਮਨ ਨੂੰ ਇੰਨੀ ਕੁ ਸਮਝ ਜ਼ਰੂਰ ਸੀ ਕਿ ਜੇ ਮੈਂ ਆਪਣੀ ਕਾਨੂੰਨੀ ਕਾਰਵਾਈ ਕਰਵਾਉਣ ਤੇ ਉਤਰ ਆਇਆ ਤਾਂ ਦੂਜੀ ਧਿਰ ਨੂੰ ਭੱਜਦੇ ਹੋਏ ਰਾਹ ਨਹੀਂ ਦਿਸਣਾ। ਫਿਰ ਇੱਕ ਅਫਸੋਸ ਵੀ ਹੁੰਦਾ ਕਿ ਜਦ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਉਹਨਾਂ ਦਾ ਮਾੜਾ ਮੋਟਾ ਨਹੀਂ ਸਗੋਂ ਬਹੁਤ ਵੱਡਾ ਨੁਕਸਾਨ ਕਰ ਸਕਦਾ, ਤਾਂ ਆਪਣੀ ਗਲਤੀ ਕਿਉਂ ਨਹੀਂ ਮੰਨ ਰਹੇ। ਮੇਰੇ ਵੱਲੋਂ ਕੀਤੀ ਕਾਨੂੰਨੀ ਕਾਰਵਾਈ ਨਾਲ ਨੁਕਸਾਨ ਤਾਂ ਵੱਡਿਆਂ ਦਾ ਹੋਣਾ ਸੀ, ਪਰ ਭੁਗਤਣਾ ਉਹਨਾਂ ਦੇ ਬੱਚਿਆਂ ਨੂੰ ਪੈਣਾ ਸੀ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਫਿਰ ਮਨ 'ਚ ਆਉਂਦਾ ਕਿ ਉਹਨਾਂ ਲਈ ਗਲਤੀ ਨੂੰ ਮੰਨਣਾ ਤੇ ਆਪਣੇ ਹੰਕਾਰ ਨੂੰ ਮਾਰਨਾ ਅਸੰਭਵ ਹੈ। ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਾਂ ਤਿਆਰ ਬੈਠੇ ਹੈ, ਪਰ ਝੁਕਣ ਲਈ ਨਹੀਂ। ਹੁਣ ਮੇਰੀ ਸਥਿਤੀ ਵੀ ਅਜਿਹੀ ਬਣ ਚੁੱਕੀ ਸੀ ਕਿ ਮੈਂ ਝੁਕ ਕੇ ਅੱਕ ਤੇ ਥੱਕ ਚੁੱਕਾ ਸੀ ਤੇ ਇਸ ਸਥਿਤੀ 'ਚ ਮੈਂ ਉਹਨਾਂ ਦੀ ਮਿੰਨਤ ਵੀ ਨਹੀਂ ਸੀ ਕਰ ਸਕਦਾ ਕਿ ਰਹਿਣ ਦਿਓ, ਬਹੁਤ ਹੋ ਗਿਆ। ਮੈਂ ਮਿੰਨਤ ਕਰਾਂ ਵੀ ਕਿਉਂ
ਮੇਰਾ ਦੋਸ਼ ਵੀ ਕੀ ਹੈ? ਮੈਂ ਆਪਣੀ ਥਾਂ ਤੇ ਸਹੀ ਹਾਂ, ਗਲਤ ਉਹ ਹਨ। ਕਈ ਦਿਨ ਬੀਤ ਜਾਣ ਬਾਅਦ ਮੈਨੂੰ ਲੱਗਾ ਕਿ ਦੂਜੀ ਧਿਰ ਅਜੇ ਵੀ ਆ ਬੈਲ ਮੁਝੇ ਮਾਰ ਵਾਲੀ ਪਾਗਲਪਨ ਵਾਲੀ ਹਾਲਤ 'ਚ ਬੈਠੀ ਹੋਈ ਹੈ। ਹੁਣ ਜਦ ਬੈਲ ਹੀ ਉਹਨਾਂ ਨੂੰ ਬਾਰ-ਬਾਰ ਉਠਾ ਕੇ ਆਖ ਰਿਹਾ ਸੀ ਕਿ ਉੱਠ ਤਾਂ ਖੜੋ, ਤੁਸੀਂ ਇਸ ਬੈਲ ਨੂੰ ਸਿਰਫ ਗਊ ਦਾ ਜਾਇਆ ਸਮਝ ਕੇ ਪੰਗਾ ਲੈ ਲਿਆ ਸੀ, ਗਲਤੀ ਮੰਨ ਲਓ ਤੇ ਉਹਨੂੰ ਆਪਣੇ ਸਿੰਗ ਵਰਤਣ ਲਈ ਮਜਬੂਰ ਨਾ ਕਰੋ। ਦੂਜੀ ਧਿਰ ਫੇਰ ਵੀ ਆਪਣੇ ਹੰਕਾਰ 'ਚ ਇਸ ਗਊ ਦੇ ਜਾਏ ਨੂੰ ਲੱਤਾਂ ਮਾਰੀ ਜਾ ਰਹੀ ਸੀ। ਤਾਂ ਫਿਰ ਗਊ ਦੇ ਜਾਏ ਦਾ ਹਿੰਸਕ ਹੋ ਜਾਣਾ ਵੀ ਕੋਈ ਅਤਕਥਨੀ ਜਾਂ ਜੱਗੋਂ 13ਵੀਂ ਗੱਲ ਨਹੀਂ ਸੀ ਹੋਣੀ। ਮੈਂ ਬਹੁਤ ਦੇਰ ਇਸ ਤਰ੍ਹਾਂ ਹੀ ਸੋਚਦਾ ਰਹਿੰਦਾ। ਔਖ ਦਾ ਬੜਾ ਹੀ ਲੰਬਾ ਸਮਾਂ ਹੰਡਾਉਣ ਤੇ ਦੂਜੀ ਧਿਰ ਵੱਲੋਂ ਕੋਈ ਠੰਡੀ ਹਵਾ ਦਾ ਬੁੱਲਾ ਨਾ ਆਉਣ ਕਰਕੇ ਮੈਂ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ ਮਿਲਾ ਲਿਆ। ਸਾਰੀ ਸਥਿਤੀ ਤੋਂ ਜਾਣੂ ਕਰਵਾਤਾ। ਉਹ ਮੈਨੂੰ ਤੇ ਮੇਰੇ ਕੇਸ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ। ਬੋਲਿਆ, ਚੱਲ ਫਿਰ ਇੰਜ ਕਰ, ਪਰਮਾਣੂ ਹਥਿਆਰ ਚਲਾਉਣ ਤੋਂ ਪਹਿਲਾਂ ਇੱਕ ਹੋਰ ਫੋਕਾ ਜਿਹਾ ਫਾਇਰ ਕਰਕੇ ਵੇਖ ਲੈ, ਸ਼ਾਇਦ ਇਹਨਾਂ ਦੀ ਨੀਂਦ ਟੁੱਟ ਜਾਏ। ਤੂੰ 181 ਨੰਬਰ ਤੇ ਫੋਨ ਕਰਕੇ ਵੇਖ ਲੈ। ਉਹ ਤਾਂ ਮੈਂ ਪਹਿਲਾਂ ਵੀ ਕਿੰਨੀ ਵਾਰ ਕਰ ਚੁੱਕਾ, ਸਭ ਉਹਨਾਂ ਦੇ ਹੱਕ 'ਚ ਹੀ ਭੁਗਤਦੇ ਨੇ ਭਰਾਵਾ। ਮੈਂ ਨਿਰਾਸ਼ਾ ਭਰੀ ਆਵਾਜ਼ 'ਚ ਆਖਿਆ। ਕੋਈ ਨਹੀਂ, ਤੂੰ ਇਸ ਕੇਸ 'ਚ ਤਾਂ ਪਹਿਲੀ ਵਾਰ ਹੀ ਕਰਨਾ ਹੈ ਨਾ, ਵੇਖ ਤਾਂ ਸਹੀ ਕੀ ਜਵਾਬ ਦਿੰਦੇ ਨੇ, ਬਾਕੀ ਫੇਰ ਵੇਖਾਂਗੇ, ਸ਼ਾਇਦ ਅਕਲ ਆ ਹੀ ਜਾਏ। ਨਾਲ ਦੀ ਨਾਲ ਉਹ ਵਕੀਲਾਂ ਵਾਲੀ ਭਾਸ਼ਾ 'ਚ ਬੋਲਿਆ, ਇਹ ਮਾਮਲਾ ਵੱਖਰਾ ਹੈ, ਪਹਿਲਾਂ ਵਾਲੇ ਅਲੱਗ ਸੀ। ਕੋਈ ਨਹੀਂ ਜੀ, ਮੈਂ ਕੁਝ ਕੁ ਦਿਨ ਹੋਰ ਉਡੀਕ ਕਰ ਲਵਾਂ, ਫੇਰ ਇਹ ਫਾਇਰ ਵੀ ਕਰ ਦੇਵਾਂਗਾ। ਅਸਲ 'ਚ ਮੈਂ ਕੁਝ ਸਮਾਂ ਲਗਾਉਣਾ ਚਾਹੁੰਦਾ ਸੀ ਤੇ ਸ਼ਾਇਦ ਕੁਝ ਦਿਨਾਂ 'ਚ ਦੂਜੀ ਧਿਰ ਨੂੰ ਸੂਝ ਆ ਜਾਏ। ਚਲੋ ਤਾਂ ਤੇਰੀ ਮਰਜ਼ੀ, ਤੈਨੂੰ ਇਹ ਅੱਖ ਚੱਬਣਾ ਹੀ ਪੈਣਾ ਹੈ, ਨਹੀਂ ਤਾਂ ਸਾਡਾ ਮਹਿਕਮਾ ਇਹੋ ਜਿਹਾ ਹੀ ਹੈ, ਇਹਨੇ ਤੇਰੀ ਸ਼ਿਕਾਇਤ ਦੱਬੀ ਰੱਖਣੀ ਹੈ। ਉਹਨੇ ਆਪਣਾ ਤਜਰਬਾ ਦੱਸਿਆ। ਮੈਂ ਦੱਬਣ ਤਾਂ ਨਹੀਂ ਦਿੰਦਾ, ਇਹਨਾਂ ਨੂੰ ਭਜਾਉਂ ਤਾਂ ਚੰਗੀ ਤਰ੍ਹਾਂ, ਇਹ ਤਾਂ ਦੱਬੇ ਹੋਏ ਮੁਰਦੇ ਵੀ ਕੱਢ ਕੇ ਲਿਆਉਣਗੇ। ਮੈਂ ਤਾਂ ਇੱਕ ਸ਼ਿਕਾਇਤ ਹੀ ਕਰਨੀ ਹੈ। ਮੈਂ ਹੱਸ ਕੇ ਆਖਿਆ। ਉਹ ਤਾਂ ਮੈਨੂੰ ਪਤਾ ਹੈ ਕਾਮਰੇਡਾ, ਉਂਝ ਇਹਨਾਂ ਨੇ ਪੰਗਾ ਪੁੱਠਾ ਹੀ ਲੈ ਲਿਆ, ਇਹ ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਬੈਠੇ ਆ। ਉਹਨੇ ਵੀ ਮਜ਼ਾਕ 'ਚ ਜਵਾਬ ਦਿੱਤਾ, ਇਹ ਪਹਿਲਾਂ ਦੇ ਗਿੱਜੇ ਹੋਏ ਸੀ, ਸਾਨੂੰ ਤਾਂ ਹੁਣ ਲੋਕੀ ਦੱਸਦੇ ਨੇ ਕਿ ਇਹਨਾਂ ਨੇ ਪਹਿਲੇ ਮਾਲਕ ਨੂੰ ਵੀ ਧੱਕੇ ਨਾਲ ਹੀ ਕੰਧ ਕੱਢਣੋਂ ਰੋਕਤਾ ਸੀ ਤੇ ਉਹ ਵਿਚਾਰਾ ਇਸ ਹੇਰਵੇ ਨਾਲ ਚੱਲ ਵਸਿਆ। ਮੈਂ ਨਵੀਂ ਜਾਣਕਾਰੀ ਉਸ ਨਾਲ ਸਾਂਝੀ ਕੀਤੀ। ਮੈਨੂੰ ਪਤਾ ਉਹ ਵਿਚਾਰਾ ਗਰੀਬ ਬੰਦਾ ਸੀ, ਉਹਨੂੰ ਇਹਨਾਂ ਦੇ ਦਬਕਾ ਲਿਆ ਸੀ, ਉਹ ਇਹਨਾਂ ਤੋਂ ਭੈ ਵੀ ਖਾ ਗਿਆ ਸੀ। ਉਹਨਾਂ ਨੇ ਉਹੀ ਫੋਕਾ ਦਬਕਾ ਤੁਹਾਡੇ ਤੇ ਵੀ ਮਾਰਿਆ ਸੀ, ਸ਼ਾਇਦ ਇਹ ਵੀ ਡਰ ਜਾਣਗੇ। ਇੰਜ ਨਹੀਂ ਸੀ ਪਤਾ ਵੀ ਇਹ ਸਿੰਘ ਨੇ। ਇਸ ਤਰ੍ਹਾਂ ਬੋਲਿਆ ਜਿਵੇਂ ਉਹਨੂੰ ਪਹਿਲੀ ਕਹਾਣੀ ਦਾ ਵੀ ਪਤਾ ਹੋਵੇ। ਮੈਂ ਉਹਦੀ ਗੱਲ ਵਿੱਚ ਹੀ ਟੋਕਤੀ, ਸਰ ਤੁਹਾਨੂੰ ਪਤਾ ਇਸ ਗੱਲ ਦਾ? ਉਹ ਯਾਰ, ਸਾਡਾ ਮਹਿਕਮਾ ਪਤਾ ਕਿਹੜਾ, ਇਹ ਤਾਂ ਉੱਡੀ ਜਾਂਦੀ ਚਿੜੀ ਦੇ ਖੰਭ ਗਿਣ ਲੈਂਦਾ। ਜਦ ਕਦੇ ਵੀ ਤੁਹਾਡੇ ਕੇਸ ਦੀ ਗੱਲ ਚੱਲਦੀ ਹੈ ਤਾਂ ਤੇਰੇ ਤੇ ਤੇਰੇ ਪਰਿਵਾਰ ਦੇ ਅੱਗੇ ਪਿੱਛੇ ਬਾਰੇ ਵੀ ਗੱਲ ਹੁੰਦੀ ਹੈ ਤੇ ਦੂਜੀ ਧਿਰ ਦੇ ਬਾਰੇ ਵੀ। ਅਸੀਂ ਕਿਸੇ ਬਾਰੇ ਵੀ ਕਿਸੇ ਨੂੰ ਪੁੱਛਣ ਨਹੀਂ ਜਾਂਦੇ, ਲੋਕ ਆਪੇ ਹੀ ਆ ਕੇ ਸਾਰਾ ਕੁਝ ਦੱਸ ਜਾਂਦੇ ਆ ਕਿ ਫਲਾਣੇ ਕੇਸ ਵਿਚਲੀ ਫਲਾਣੀ ਧਿਰ ਕਿੱਥੇ ਕੁ ਸਟੈਂਡ ਕਰਦੀ ਹੈ ਤੇ ਦੂਜੀ ਧਿਰ ਕਿੱਥੇ। ਮੈਨੂੰ ਤਾਂ ਪੋਟਾ ਪਤਾ ਤੇਰੇ ਕੇਸ ਦਾ, ਤਾਂ ਹੀ ਤਾਂ ਮੈਂ ਪਰਮਾਣੂ ਬੰਬ ਤੈਨੂੰ ਸੌਂਪਿਆ ਸੀ। ਉਹਨੇ ਗੰਭੀਰ ਹੁੰਦੇ ਆਖਿਆ। ਸਰ ਫਿਕਰ ਨਾ ਕਰੋ, ਆਪਾਂ ਪਰਮਾਣੂ ਸ਼ਕਤੀ ਦਾ ਉਪਯੋਗ ਸ਼ਾਂਤੀ ਸਥਾਪਨਾ ਲਈ ਹੀ ਕਰਾਂਗੇ। ਭਾਰਤ ਵਾਂਗ ਇਹਨੂੰ ਪਹਿਲਾਂ ਨਾ ਚਲਾਉਣ ਬਾਰੇ ਵੀ ਵਚਨਬੱਧ ਹਾਂ, ਪਰ ਜੇ ਅਗਲੇ ਨਾ ਹੀ ਟਲੇ ਤਾਂ ਫਿਰ ਪਿੱਛੇ ਨਹੀਂ ਹਟਾਂਗੇ। ਮੈਂ ਵੀ ਗੰਭੀਰਤਾ ਨਾਲ ਉੱਤਰ ਦਿੱਤਾ। ਉਹਨਾਂ ਦਾ ਪਰਮਾਣੂ ਬੰਬ ਪਤਾ ਕਿਹੜਾ ਸੀ? ਉਹਨੇ ਮੈਨੂੰ ਸਵਾਲ ਕੀਤਾ। ਨਹੀਂ ਜੀ, ਮੈਂ ਜਾਣਕਾਰੀ ਲੈਣ ਹਿੱਤ ਆਖਿਆ। ਸੁਣ ਫਿਰ, ਉਹਨਾਂ ਦਾ ਸਭ ਤੋਂ ਵੱਡਾ ਪਰਮਾਣੂ ਬੰਬ ਇਹ ਸੀ ਕਿ ਤੇਰੇ ਖਿਲਾਫ ਅਦਾਲਤ ਵਿੱਚ ਕੇਸ ਕਰਕੇ ਤੈਨੂੰ ਦਬਕਾਉਣਾ ਤੇ ਦੂਜਾ ਸੀ ਤੇਰੇ ਤੇ ਘੱਟ ਰੇਟ ਤੇ ਰਜਿਸਟਰੀ ਕਰਾਉਣ ਦੀ ਸ਼ਿਕਾਇਤ ਕਰਨਾ। ਉਹਨੇ ਸਹਿਜਤਾ ਨਾਲ ਦੱਸਿਆ। ਸਰ ਕਹਿੰਦਾ ਤਾਂ ਵੱਡਾ ਭਰਾ ਵੀ ਐਵੇਂ ਹੀ ਸੀ, ਪਰ ਮੈਂ ਪਰੇਸ਼ਾਨੀ ਕਰਨ ਨੂੰ ਉਹਦੀ ਗੱਲ ਚੱਜ ਨਾਲ ਸੁਣ ਨਹੀਂ ਸਕਿਆ। ਪਰ ਆਪਾਂ ਇਹੋ ਜਿਹੇ ਲੰਡੂ ਦਬਕਿਆਂ ਤੋਂ ਡਰਨ ਵਾਲੇ ਨਹੀਂ। ਉਹਨਾਂ ਦਾ ਇੱਕ ਬੰਬ ਦਾ ਨਕਾਰਾ ਕਰਤਾ, ਦੂਜਾ ਵੀ ਜਲਦੀ ਕਰ ਦਾਂਗੇ। ਉਹ ਡਰ ਦੇ ਮਾਰੇ ਤਰੀਕ ਭੁਗਤਣ ਹੀ ਨਹੀਂ ਜਾਂਦੇ, ਉੱਥੇ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਹੈ। ਮੈਂ ਦ੍ਰਿੜ ਵਿਸ਼ਵਾਸ ਨਾਲ ਆਖਿਆ। ਚੱਲ ਠੀਕ ਆ, ਫਿਰ ਤੂੰ ਹੁਣ ਸੋਚ ਵਿਚਾਰ ਕਰ ਲਈ, ਪਰ ਤੈਨੂੰ ਉਹ ਫੋਨ ਕਰਨਾ ਹੀ ਪੈਣਾ, ਆਪਣੇ ਘਰ ਸਲਾਹ ਮਸ਼ਵਰਾ ਕਰ ਲਈ। ਉਹਨੇ ਗੱਲ ਨਿਬੇੜਨ ਦੇ ਰੌਣ 'ਚ ਆਖਿਆ। ਠੀਕ ਹੈ ਸਰ, ਮੈਂ ਗੱਲ ਕਰਦਾ, ਧੰਨਵਾਦ ਜੀ, ਫਿਰ ਮਿਲਦੇ ਆ ਕੇ ਮੈਂ ਫੋਨ ਕੱਟ ਦਿੱਤਾ। ਇਸ ਉਡੀਕ ਦੇ ਲੰਮੇ ਹੁੰਦੇ ਜਾਣ ਤੋਂ ਮੈਂ ਅੱਕ ਤਾਂ ਗਿਆ ਸੀ, ਫਿਰ ਵੀ ਮੈਂ ਹੌਸਲਾ ਰੱਖਿਆ। ਕੁਝ ਦਿਨ ਹੋਰ ਲੰਘਾਉਣ 'ਚ ਹੀ ਭਲਾਈ ਸਮਝੀ। ਇੱਕ ਦਿਨ ਜਦ ਮੈਂ ਸਕੂਲ ਤੋਂ ਵਾਪਸ ਆ ਰਿਹਾ ਤਾਂ ਸ਼ਹਿਰ ਦੇ ਬਿਲਕੁਲ ਹੀ ਨਾਲ ਲੱਗਦੇ ਇੱਕ ਪਿੰਡ ਦਾ ਜਾਣੂ ਸਰਪੰਚ ਮੈਨੂੰ ਮਿਲ ਪਿਆ। ਰਸਮੀ ਜਿਹਾ ਹਾਲ ਚਾਲ ਤੇ ਘਰ ਪਰਿਵਾਰ ਦੀ ਸੁੱਖ ਸੰਦ ਪੁੱਛਣ ਤੋਂ ਬਾਅਦ ਉਹਨੇ ਕੇਸ ਵਾਲੀ ਗੱਲ ਛੇੜ ਲਈ। ਯਾਰ, ਮੈਨੂੰ ਪਤਾ ਲੱਗਾ ਹੈ ਕਿ ਤੇਰੀ ਗਲੀ 'ਚ ਕੋਈ ਰੌਲਾ ਪਿਆ ਹੋਇਆ ਹੈ। ਇੱਕ ਦਿਨ ਉਹ ਮੇਰੇ ਕੋਲ ਆਏ ਸੀ, ਸਾਰੀ ਗੱਲ ਦੱਸ ਕੇ ਗਏ। ਤੁਹਾਡਾ ਸਮਝੌਤਾ ਨਾ ਕਰਾ ਦਈਏ? ਉਹਨੇ ਮੇਰਾ ਮਨ ਪੜ੍ਹਨ ਦਾ ਯਤਨ ਕੀਤਾ। ਕੋਈ ਨਹੀਂ ਸਰਪੰਚ ਸਾਹਿਬ, ਤੁਸੀਂ ਜਿਵੇਂ ਆਖੋਗੇ ਕਰ ਲਾਂਗੇ, ਪਰ ਮੇਰੀ ਇੱਕ ਬੇਨਤੀ ਹੈ ਵੀ ਜੇ ਕੋਈ ਰਾਜੀਨਾਮਾ ਕਰਾਉਣਾ ਤਾਂ 5 ਤਰੀਕ ਤੋਂ ਪਹਿਲਾਂ ਕਰਵਾ ਦਿਓ, ਨਹੀਂ ਤਾਂ 5 ਨੂੰ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੱਗੇ ਸਾਡੀ ਤਰੀਕ ਹੈ। ਜਿਵੇਂ ਆਪਣੇ ਸਾਰੇ ਸਬੂਤ ਉੱਥੇ ਪੇਸ਼ ਕਰ ਰਹਾ ਆ ਤਾਂ ਫਿਰ ਮਾਮਲਾ ਵਾਪਸ ਲੈਣਾ ਔਖਾ ਹੋ ਜਾਏਗਾ। ਮੈਂ ਸਹੀ ਗੱਲ ਦੱਸਦੀ।
ਠੀਕ ਹੈ, ਮੈਂ ਪਤਾ ਕਰਕੇ ਫੋਨ ਕਰਾਂਗਾ। ਆਪਾਂ ਕੇਸ ਨੂੰ ਨਿਬੇੜਨਾ ਹੀ ਨਿਬੇੜਨਾ, ਉਹਨੇ ਕਾਹਲ ਨਾਲ ਆਖਿਆ। ਠੀਕ ਹੈ ਸਰਪੰਚ ਸਾਹਿਬ, ਦੱਸ ਦਿਓ ਮੈਨੂੰ, ਆਖ ਕੇ ਅਸੀਂ ਆਪੋ ਆਪਣੇ ਰਾਹ ਪੈ ਗਏ। ਮੈਂ ਮਨ ਹੀ ਮਨ 181 ਨੰਬਰ ਤੇ ਫੋਨ ਨਾ ਕਰਨ ਦੇ ਆਪਣੇ ਫੈਸਲੇ ਤੇ ਮਾਣ ਵੀ ਕਰ ਰਿਹਾ ਸੀ। ਜਦੋਂ ਮੈਂ ਸਰਪੰਚ ਨਾਲ ਸਾਰੀ ਗੱਲ ਘਰ ਆ ਕੇ ਦੱਸੀ ਤਾਂ ਸਾਰੇ ਜੀਆਂ ਨੂੰ ਲੱਗਣ ਲੱਗ ਪਿਆ ਕਿ ਹੁਣ ਇਹ ਮਸਲਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਤਰੀਕ ਤੋਂ ਪਹਿਲਾਂ ਨਿਬੜ ਜਾਏਗਾ। ਉਸ ਤਰੀਕ 'ਚ ਅਜੇ 10 ਕੁ ਦਿਨ ਪਏ ਸੀ। ਸਭ ਨੂੰ ਆਸ ਸੀ ਕਿ 10 ਦਿਨ ਤਾਂ ਇਸ ਮਸਲੇ ਦੇ ਨਿਬੇੜੇ ਲਈ ਬਹੁਤ ਜ਼ਿਆਦਾ ਹੈ, ਕਿਉਂਕਿ ਆਪਾਂ ਕਿਹੜਾ ਕਿਸੇ ਦਾ ਨੁਕਸਾਨ ਕਰਨਾ ਹੈ। ਜਿਹੜਾ ਸਬਕ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਸੀ ਸ਼ਾਇਦ ਉਹਨਾਂ ਨੂੰ ਮਿਲ ਗਿਆ, ਇਸ ਲਈ ਇਸ ਮਸਲੇ ਨੂੰ ਹੋਰ ਜ਼ਿਆਦਾ ਧੂਲ ਵੀ ਨਹੀਂ ਦੇਣੀ ਚਾਹੀਦੀ। ਮੈਂ ਦਿਲੋਂ ਚਾਹੁੰਦਾ ਸੀ ਕਿ ਮੈਨੂੰ ਚੰਡੀਗੜ੍ਹ ਦਾ ਚੱਕਰ ਨਾ ਹੀ ਮਾਰਨਾ ਪਵੇ। ਉੱਥੇ ਬੱਸ ਵਾਲੀਆਂ ਫੋਟੋਆਂ ਤੇ ਮੂਵੀ ਜਮ੍ਹਾਂ ਕਰਵਾਉਣ ਦਾ ਮਤਲਬ ਨਿਕਲਣਾ ਸੀ ਕਿ ਇਹ ਸਬੂਤ ਹੁਣ ਪੁਲਿਸ ਵਿਭਾਗ ਤੋਂ ਬਾਹਰ ਨਿਕਲ ਕੇ ਕਮਿਸ਼ਨ ਦੇ ਹੱਥਾਂ 'ਚ ਚਲੇ ਜਾਣੇ ਸੀ। ਪੁਲਿਸ ਵਿਭਾਗ ਤਾਂ ਆਪਣੇ ਕਰਮਚਾਰੀਆਂ ਨੂੰ ਲਗਾਤਾਰ ਬਚਾ ਰਿਹਾ ਸੀ, ਪਰ ਕਮਿਸ਼ਨ ਨੇ ਭੋਰਾ ਭਰ ਵੀ ਲਿਹਾਜ਼ ਨਹੀਂ ਸੀ ਕਰਨੀ ਤੇ ਦੋਵਾਂ ਪੁਲਿਸ ਵਾਲਿਆਂ ਦੀ ਨੌਕਰੀ ਨੂੰ ਖਤਰਾ ਬਣ ਜਾਣਾ ਸੀ। ਮੈਂ ਅਜਿਹਾ ਬਿਲਕੁਲ ਵੀ ਨਹੀਂ ਸੀ ਚਾਹੁੰਦਾ। ਇਸ ਬਾਰੇ ਮੈਂ ਪਹਿਲਾਂ ਹੀ ਮਲਕੀਤ ਨੂੰ ਸੰਕੇਤ ਦੇ ਚੁੱਕਾ ਸੀ। ਇਹਨਾਂ ਦਿਨਾਂ 'ਚ ਜਦ ਵੀ ਮੇਰਾ ਫੋਨ ਵੱਜਦਾ ਮਨ 'ਚ ਆਉਂਦਾ ਕਿ ਜ਼ਰੂਰੀ ਸਰਪੰਚ ਦਾ ਫੋਨ ਆ ਗਿਆ। ਜਦ ਮੈਂ ਸਕਰੀਨ ਉੱਤੇ ਕਿਸੇ ਹੋਰ ਬੰਦੇ ਦਾ ਨਾਮ ਪੜ੍ਹ ਲੈਂਦਾ ਤੇ ਮਨ ਥੋੜ੍ਹਾ ਜਿਹਾ ਉਦਾਸ ਵੀ ਹੋ ਜਾਂਦਾ। ਫੋਨ ਵੱਜਣ ਤੇ ਜੇ ਸਿਰਫ ਨੰਬਰ ਹੀ ਆਉਂਦਾ ਤਾਂ ਮੈਨੂੰ ਲੱਗਦਾ ਸ਼ਾਇਦ ਸਰਪੰਚ ਨੇ ਕਿਸੇ ਹੋਰ ਨੰਬਰ ਤੋਂ ਫੋਨ ਕੀਤਾ ਹੋਣਾ। ਮੈਂ ਝੱਟ ਦੇਣੇ ਫੋਨ ਚੁੱਕ ਲੈਂਦਾ, ਪਰ ਜਦ ਕੋਈ ਹੋਰ ਬੋਲਣ ਲੱਗ ਜਾਂਦਾ ਤੇ ਮੈਨੂੰ ਫੋਨ ਕਰਨ ਵਾਲੇ ਤੇ ਖਿਝੇ ਚੜ੍ਹ ਜਾਂਦੀ ਸੀ। ਇੱਕ ਦਿਨ ਟੀਵੀ ਅੱਗੇ ਬੈਠਾ ਆਮ ਵਾਂਗ ਖਬਰਾਂ ਸੁਣ ਰਿਹਾ ਸੀ। ਇੱਕ ਪੰਜਾਬੀ ਚੈਨਲ ਉੱਤੇ ਚੱਲ ਰਹੀ ਖਬਰ ਤੇ ਧਿਆਨ ਪੈਂਦਿਆਂ ਮੇਰੇ ਹੱਥ ਵਿਚਲਾ ਰਿਮੋਟ ਇੱਕ ਵਾਰ ਤਾਂ ਛੁੱਟਣ ਹੀ ਲੱਗਾ ਸੀ। ਇਹ ਖਬਰ ਅਦਾਲਤ ਦੇ ਹੁਕਮਾਂ ਅਨੁਸਾਰ ਸਾਡੇ ਸ਼ਹਿਰ ਦੇ ਇੱਕ ਮਾਨਸਿਕ ਰੋਗੀ ਪਰਿਵਾਰ ਨੂੰ 2 ਦਹਾਕਿਆਂ ਤੋਂ ਬਾਅਦ ਘਰ ਚੋਂ ਬਾਹਰ ਕੱਢਣ ਦੀ ਸੀ। ਇਹ ਉਸੇ ਜੁਝਾਰ ਸਿੰਘ ਦੇ ਪਰਿਵਾਰ ਦੀ ਹੀ ਖਬਰ ਸੀ ਜਿਹੜਾ ਮੈਨੂੰ ਉਸ ਦਿਨ ਵਕੀਲ ਕੋਲ ਮਿਲਿਆ ਸੀ। ਟੀਵੀ ਤੇ ਬਾਰ-ਬਾਰ ਉਸ ਪਰਿਵਾਰ ਨਾਲ ਸੰਬੰਧਿਤ ਰਿਪੋਰਟਾਂ ਮਸਾਲੇ ਲਾ ਕੇ ਪੇਸ਼ ਕੀਤੀਆਂ ਜਾ ਰਹੀਆਂ ਸੀ। ਕਦੇ ਪਰਿਵਾਰ ਮੁਖੀ ਜੁਝਾਰ ਸਿੰਘ ਨਾਲ ਤੇ ਕਦੇ ਉਹਦੇ ਵਕੀਲ, ਜੋ ਮੇਰਾ ਵੀ ਵਕੀਲ ਸੀ, ਨਾਲ ਗੱਲਬਾਤ ਵਿਖਾਈ ਜਾ ਰਹੀ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਜਦ ਉਸ ਪਰਿਵਾਰ ਨੂੰ ਜ਼ਬਰਦਸਤੀ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਮਾਨਸਿਕ ਰੂਪ 'ਚ ਬਿਮਾਰ ਔਰਤ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਸ ਟੀਮ ਤੇ ਹਮਲਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਇੰਨੇ ਵਰ੍ਹਿਆਂ ਦੀ ਸਵੈ ਕੈਦ ਭੋਗਣ ਕਾਰਨ ਉਹਦੇ ਹੱਥ ਇੰਨੇ ਮਜ਼ਬੂਤ ਨਹੀਂ ਸੀ ਰਹਿ ਗਏ ਕਿ ਉਹ ਪੁਲਿਸ ਵਾਲਿਆਂ ਦਾ ਮੁਕਾਬਲਾ ਕਰ ਸਕਦੇ। ਮੈਨੂੰ ਲੱਗਿਆ ਦੁਨੀਆ ਦੀ ਨਜ਼ਰ ਵਿੱਚ ਭਾਵੇਂ ਉਹ ਪਾਗਲ ਸੀ, ਪਰ ਉਸ ਅੰਦਰਲਾ ਮਾਂ ਦਾ ਦਿਲ ਅਜੇ ਵੀ ਆਪਣੀ ਔਲਾਦ ਲਈ ਧੜਕ ਰਿਹਾ ਸੀ। ਆਪਣੇ ਬੱਚਿਆਂ ਦੀ ਸਲਾਮਤੀ ਖਾਤਰ ਉਹਨੇ ਘਰ ਦੀ 4 ਦੀਵਾਰੀ ਨੂੰ ਜੇਲ੍ਹ ਬਣਾ ਲਿਆ ਸੀ ਤੇ ਪਤੀ ਨੂੰ ਵੀ ਬਾਹਰ ਕੱਢਤਾ ਸੀ। ਅੱਜ ਉਹਦਾ ਆਪਣੇ ਪਰਿਵਾਰ ਤੇ ਹਮਲਾ ਹੋਣ ਦਾ ਮਨ ਵਿਚਲਾ ਡਰ ਸੱਚ ਸਾਬਤ ਹੋ ਰਿਹਾ ਸੀ। ਸ਼ਾਇਦ ਇਸ ਲਈ ਉਹਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਪੁਲਿਸ ਦਲ ਤੇ ਹਮਲਾ ਕਰਤਾ ਸੀ। ਮੈਨੂੰ ਇੱਕ ਪਾਸੇ ਤਾਂ ਖੁਸ਼ੀ ਹੋਈ ਕਿ ਇੱਕ ਪਰਿਵਾਰ ਇਲਾਜ ਕਰਵਾ ਕੇ ਆਮ ਜ਼ਿੰਦਗੀ ਬਿਤਾਉਣ ਲੱਗ ਪਏਗਾ, ਪਰ ਮਨ 'ਚ ਇੱਕ ਸਵਾਲ ਇਹ ਵੀ ਉੱਠ ਰਿਹਾ ਸੀ ਕਿ ਜਦ ਇਸ ਤਰ੍ਹਾਂ ਦੇ ਪਹਿਲ ਦੇ ਆਧਾਰ ਤੇ ਵਿਚਾਰੇ ਜਾਣ ਵਾਲੇ ਕੇਸਾਂ 'ਚ ਸਾਡੀਆਂ ਅਦਾਲਤਾਂ ਤੇ ਪ੍ਰਸ਼ਾਸਨ 4-5 ਮਹੀਨੇ ਤੱਕ ਦਾ ਸਮਾਂ ਸਹਿਜੇ ਲਾ ਦਿੰਦੇ ਆ ਤੇ ਬਾਕੀ ਦੇ ਕੇਸਾਂ ਦਾ ਤਾਂ ਰੱਬ ਹੀ ਰਾਖਾ ਹੈ। ਸ਼ਾਇਦ ਇਹ ਕਾਨੂੰਨ ਸਾਡੇ ਦੇਸ਼ 'ਚ ਹੀ ਲਾਗੂ ਹੈ ਕਿ ਜ਼ਿੰਦਗੀ ਦਾ ਅਧਿਕਾਰ ਲਾਗੂ ਕਰਵਾਉਣ ਤੱਕ ਬੰਦੇ ਨੂੰ ਮਰਨ ਲਈ ਵੀ ਛੱਡ ਦਿੱਤਾ ਜਾਂਦਾ ਹੈ। ਆਮ ਬੰਦੇ ਦੀ ਸਮਝ ਮੁਤਾਬਕ ਇਹ ਕੇਸ ਸਭ ਤੋਂ ਪਹਿਲਾਂ ਤੇ ਤੇਜ਼ੀ ਨਾਲ ਨਿਬੇੜਨਾ ਬਣਦਾ ਸੀ, ਪਰ ਅਜਿਹੇ ਗੰਭੀਰਤਾ ਤੇ ਪਹਿਲ ਦੀ ਮੰਗ ਕਰਦੇ ਕੇਸ 'ਚ ਵੀ ਸਰਕਾਰੀ ਤੌਰ ਤੇ ਸੋਚ ਵਿਚਾਰ ਕਰਨ ਵਿੱਚ ਬੜੀ ਦੇਰ ਕਰ ਦਿੱਤੀ ਗਈ ਸੀ। ਬੇਸ਼ੱਕ ਮੈਂ ਖਬਰਾਂ ਸੁਣ ਰਿਹਾ ਸੀ, ਪਰ ਮੇਰੇ ਜ਼ਿਹਨ 'ਚ ਇਹ ਗੱਲ ਬਾਰ-ਬਾਰ ਆ ਰਹੀ ਸੀ ਕਿ ਨਿਆਂ ਦੇਣ 'ਚ ਕੀਤੀ ਗਈ ਦੇਰੀ ਨਿਆਂ ਨਾ ਦੇਣ ਦੇ ਤੁੱਲ ਹੁੰਦੀ ਹੈ। ਈਦ ਪਿੱਛੋਂ ਕੀ ਤੰਬਾ ਫੂਕਣਾ, ਮੇਰੇ ਮੂੰਹ ਆਪ ਮੁਹਾਰੀ ਨਿਕਲ ਗਿਆ ਸੀ। ਕੁਦਰਤੀ ਅਗਲੇ ਹੀ ਦਿਨ ਤਰੀਕ ਹੋਣ ਕਾਰਨ ਮੈਂ ਆਪਣੇ ਵਕੀਲ ਕੋਲ ਗਿਆ। ਮੈਂ ਉਸ ਕੋਲੋਂ ਇਸ ਕੇਸ ਬਾਰੇ ਵਿਸਥਾਰ ਨਾਲ ਪੁੱਛਣ ਲੱਗ ਪਿਆ। ਅਸੀਂ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਉਹਦਾ ਮੋਬਾਈਲ ਫੋਨ ਵੱਜ ਉੱਠਿਆ। ਪਹਿਲਾਂ ਤਾਂ ਉਹ ਠਰਮੇ ਨਾਲ ਗੱਲ ਕਰਦਾ ਰਿਹਾ, ਬਾਅਦ 'ਚ ਉਹਦੇ ਬੋਲਾਂ 'ਚ ਕੁਝ ਤਲਖੀ ਆ ਗਈ। ਉਦੋਂ ਤੁਹਾਡਾ ਪ੍ਰਸ਼ਾਸਨ ਕਿੱਥੇ ਗਿਆ ਸੀ? ਜਦ ਉਹ ਵਿਚਾਰਾ ਦਰ-ਬਦਰ ਧੱਕੇ ਖਾ ਰਿਹਾ ਸੀ, ਉਹ ਕੁਝ ਰੁਕ ਕੇ ਬੋਲਿਆ, ਤੇ ਜਦੋਂ ਮੀਡੀਆ ਵਾਲੇ ਆ ਗਏ ਤਾਂ ਮੈਨੂੰ ਬਿਆਨ ਦੇਣਾ ਹੀ ਪੈਣਾ ਸੀ। ਹੁਣ ਬਦਨਾਮੀ ਤਾਂ ਹੋਣੀ ਹੈ। ਤੁਸੀਂ ਸਹੀ ਢੰਗ ਨਾਲ ਕੰਮ ਕਰਦੇ ਨਾ ਹੁੰਦੇ। ਚੱਲ, ਜੇ ਤੁਸੀਂ ਨਹੀਂ ਸੀ ਤਾਂ ਤੁਹਾਡੀ ਥਾਂ ਕੋਈ ਹੋਰ ਹੋਏਗਾ, ਉਹਦਾ ਵੀ ਉਹੀ, ਕੁਰਸੀ ਵੀ ਉਹੀ। ਫੋਨ ਤੇ ਹੋ ਰਹੀ ਗੱਲਬਾਤ ਦੀ ਮੈਨੂੰ ਪੂਰੀ ਤਰ੍ਹਾਂ ਸਮਝ ਆ ਰਹੀ ਸੀ ਕਿ ਇਹ ਮੁੱਦਾ ਰਾਤ ਵਾਲੀ ਖਬਰ ਨਾਲ ਹੀ ਸੰਬੰਧਿਤ ਹੈ। ਫੋਨ ਤੋਂ ਵਿਹਲਾ ਹੋ ਕੇ ਉਹਨੇ ਲੰਬਾ ਸਾਰਾ ਹੌਕਾ ਲਿਆ ਤੇ ਫਿਰ ਆਪਣੇ ਆਪ ਨੂੰ ਸ਼ਾਂਤ ਕਰਨ ਦਾ ਯਤਨ ਕਰਨ ਲੱਗ ਪਿਆ। ਮੇਰੇ ਪੁੱਛਣ ਤੇ ਉਹ ਫੁੱਟ ਪਿਆ, ਯਾਰ ਕੀ ਦੱਸਾਂ, ਕੱਲ ਦੇ 50 ਫੋਨ ਆ ਗਏ ਨੇ ਵੱਡੇ ਵੱਡੇ ਅਫਸਰਾਂ ਦੇ, ਇੱਕੋ ਹੀ ਗੱਲ ਦਾ ਰੱਟਾ ਲਾਈ ਜਾਂਦੇ ਨੇ। ਕਿਹੜੀ ਗੱਲ ਦਾ? ਮੈਂ ਉਤਸੁਕਤਾ ਨਾਲ ਪੁੱਛਿਆ। ਮੈਨੂੰ ਇਹੀ ਆਖੀ ਜਾਂਦੇ ਨੇ ਕਿ ਤੁਸੀਂ ਇਸ ਕੇਸ ਨੂੰ 84 ਦੇ ਦੰਗਿਆਂ ਨਾਲ ਜੋੜ ਕੇ ਪੇਸ਼ ਨਾ ਕਰੋ, ਉਂਝ ਹੀ ਆਖੋ ਕਿ ਪਰਿਵਾਰ ਘਰੇਲੂ ਕਾਰਨਾਂ ਕਰਕੇ ਪਾਗਲਪਨ ਦੀ ਹਾਲਤ ਵਿੱਚ ਆ ਗਿਆ ਸੀ। ਦੱਸ ਯਾਰ, ਮੈਂ ਝੂਠ ਕਿਵੇਂ ਬੋਲਾਂ? ਮੈਨੂੰ ਕਿਹੜਾ ਪਤਾ ਨਹੀਂ ਵੀ ਉਦੋਂ ਕੀ ਕੀ ਬੀਤਿਆ ਸੀ? ਅਸ਼ੋਕ ਦੁਖੀ ਮਨ ਨਾਲ ਬੋਲਿਆ।
ਇਹਨਾਂ ਪ੍ਰਸ਼ਾਸਨ ਵਾਲਿਆਂ ਨੂੰ ਇਸ ਬਿਆਨ ਦੀ ਕੀ ਸਮੱਸਿਆ ਹੈ? ਮੈਂ ਕਾਰਨ ਜਾਣਨਾ ਚਾਹਿਆ। ਸਮੱਸਿਆ ਇਹ ਹੈ ਕਿ ਇਹਨਾਂ ਦੀ ਇਸ ਮਾਮਲੇ 'ਚ ਨਾਕਾਮੀ ਸਾਬਤ ਹੁੰਦੀ ਹੈ। ਇਹ ਜਿਸ ਚੰਗੇ ਪ੍ਰਸ਼ਾਸਨ ਦੀ ਦੁਹਾਈ ਦੇਈ ਜਾ ਰਹੇ ਉਹਦੀ ਪੋਲ ਖੁੱਲ੍ਹਦੀ ਹੈ। ਇਹਨਾਂ ਦੁਆਰਾ ਕੀਤੇ ਜ਼ੁਲਮ ਕਿਵੇਂ ਸਾਲਾਂ ਬੱਧੀ ਲੋਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ, ਇਹ ਸਭ ਜੱਗ ਜ਼ਾਹਰ ਹੋਣ ਲੱਗ ਪਏ ਹੈ। ਇਹ ਤਾਂ ਹੀ ਆਪਣੇ ਕਾਲੇ ਕਾਰਨਾਮਿਆਂ ਤੋਂ ਪਰਦਾ ਨਹੀਂ ਉੱਠਣ ਦੇਣਾ ਚਾਹੁੰਦੇ। ਹੁਣ ਇਹ ਅਫਸਰ ਆਪਣੇ ਤੋਂ ਪਹਿਲਿਆਂ ਦੇ ਬਚਾਅ 'ਚ ਲੱਗਾ ਹੋਇਆ, ਤਾਂ ਜੋ ਕੱਲ੍ਹ ਨੂੰ ਜਿਹੜਾ ਨਵਾਂ ਅਫਸਰ ਆਏ ਉਹਦੀ ਉਦਾਹਰਨ ਲੈ ਕੇ ਇਹਦੇ ਕਾਲੇ ਕਾਰਨਾਮਿਆਂ ਉੱਤੇ ਵੀ ਪਰਦਾ ਪਾਈ ਜਾਵੇ। ਇਹ ਇਸ ਅਫਸਰਸ਼ਾਹੀ ਦੀ ਇੱਕ ਗਿਣੀ ਮਿਣੀ ਸਕੀਮ ਤੇ ਗੁਪਤ ਸਮਝੌਤਾ ਹੈ। ਵਕੀਲ ਕਾਮਰੇਡਾਂ ਦੇ ਭਾਸ਼ਣ ਵਾਂਗ ਆਪਣੀ ਗੱਲ ਨੂੰ ਬੜਾ ਹੀ ਲੰਬਾ ਲੈ ਗਿਆ ਸੀ। ਉਸ ਅੰਦਰ ਜਾਗਿਆ ਹੋਇਆ ਕਾਮਰੇਡ ਆਪਣੀ ਚਰਮ ਸੀਮਾ ਤੇ ਸੀ। ਮੈਂ ਉਹਦੀਆਂ ਸਾਰੀਆਂ ਗੱਲਾਂ ਸਮਝ ਰਿਹਾ ਸੀ ਤੇ ਉਹਦੀ ਸੁਰ ਨਾਲ ਸੁਰ ਮਿਲਾਉਣ ਕਰਕੇ ਉਹ ਹੋਰ ਵੀ ਜ਼ਿਆਦਾ ਜੋਸ਼ 'ਚ ਆ ਗਿਆ। ਆਪਣੀਆਂ ਗੱਲਾਂ 'ਚ ਉਹਨੇ ਪ੍ਰਸ਼ਾਸਨ ਦੇ ਕੰਮ ਕਾਜ ਦੀ ਇੰਨੀ ਮਾਂ ਭੈਣ ਇੱਕ ਕੀਤੀ ਕਿ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਸ ਨਿਜ਼ਾਮ 'ਚ ਮੇਰੇ ਤੇ ਪਏ ਹੋਏ ਕੇਸ ਦਾ ਹੱਲ ਅਜੇ ਛੇਤੀ ਸੰਭਵ ਨਹੀਂ ਤੇ ਮੈਨੂੰ ਇੱਕ ਲੰਬੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਗੁੱਸੇ ਦਾ ਮਾਰਿਆ 2-4 ਕਰਾਰੀਆਂ ਗਾਲਾਂ ਵੀ ਪ੍ਰਸ਼ਾਸਨ ਨੂੰ ਕੱਢ ਗਿਆ ਸੀ। ਅਗਲੇ ਦਿਨ ਜਦ ਮੈਂ ਅਖਬਾਰਾਂ ਤੇ ਸਰਸਰੀ ਜੀ ਨਜ਼ਰ ਮਾਰ ਰਿਹਾ ਸੀ ਤਾਂ ਮੈਨੂੰ ਇੱਕ ਖਬਰ ਪੜ੍ਹਨ ਨੂੰ ਮਿਲੀ। ਮਾਨਸਿਕ ਤੌਰ ਤੇ ਰੋਗੀ ਪਰਿਵਾਰ ਦਾ ਮੁਖੀਆ ਸ਼ੱਕ ਦੇ ਘੇਰੇ 'ਚ। ਪੂਰੀ ਖਬਰ ਪੜ੍ਹਦੇ ਸਾਰੇ ਮੈਂ ਸਮਝ ਗਿਆ ਕਿ ਹੁਣ ਸਰਕਾਰੀ ਅਧਿਕਾਰੀ ਆਪਣੀ ਨਾਕਾਮੀ ਛੁਪਾਉਣ ਲਈ ਉਸ ਵਿਚਾਰੇ ਭਗਤ ਜਿਹੇ ਬੰਦੇ ਨੂੰ ਉਲਝਾਉਣ ਨੂੰ ਫਿਰਦੇ ਆ। ਜੇ ਮੈਂ ਸਰਕਾਰ ਦੇ ਪ੍ਰਬੰਧਕੀ ਕਰਮਚਾਰੀਆਂ ਦਾ ਅਸਲੀ ਰੂਪ ਨਾ ਵੇਖਿਆ ਹੁੰਦਾ ਤਾਂ ਸ਼ਾਇਦ ਮੈਂ ਵੀ ਆਮ ਲੋਕਾਂ ਦੇ ਵਾਂਗ ਹੀ ਸੋਚਣ ਲੱਗ ਪੈਣਾ ਸੀ। ਪਰ ਮੈਂ ਪ੍ਰਸ਼ਾਸਨ ਦਾ ਅਸਲੀ ਰੂਪ ਵੇਖ ਚੁੱਕਾ ਸੀ, ਇਸ ਲਈ ਮੈਂ ਪਹਿਲੀ ਨਜ਼ਰੇ ਜਾਣ ਗਿਆ। ਇਹ ਖਬਰ ਸੰਬੰਧਿਤ ਅਧਿਕਾਰੀਆਂ ਦੁਆਰਾ ਜੁਝਾਰ ਸਿੰਘ ਤੇ ਉਹਦੇ ਪਰਿਵਾਰ ਦੀ ਅਸਲ ਸੱਚਾਈ ਨੂੰ ਲੋਕਾਂ ਦੇ ਮਨਾਂ 'ਚ ਸ਼ੱਕੀ ਬਣਾਉਣ 'ਚ ਹੀ ਲਗਵਾਈ ਗਈ ਹੈ। ਕਈ ਦਿਨਾਂ ਬਾਅਦ ਮੈਂ ਅਖਬਾਰ 'ਚ ਇੱਕ ਖਬਰ ਪੜ੍ਹੀ ਕਿ ਉਸ ਪਰਿਵਾਰ ਦਾ ਮੁਖੀਆ ਦਵਾਈ ਲੈਣ ਗਿਆ ਸੜਕ ਹਾਦਸੇ 'ਚ ਮਾਰਿਆ ਗਿਆ। ਜਿਸ ਬੰਦੇ ਦੇ ਦੁੱਖ ਮੈਂ ਇੰਨੇ ਨੇੜੇ ਹੋ ਕੇ ਜਾਣੇ ਸੁਣੇ ਸੀ, ਉਹਦਾ ਇਸ ਦੁਨੀਆ ਤੋਂ ਚਲੇ ਜਾਣਾ ਮੇਰੇ ਲਈ ਇੱਕ ਅਸਹਿ ਸਦਮਾ ਸੀ। ਪਤਾ ਨਹੀਂ ਇਹ ਸੱਚਾਈ ਸੀ ਜਾਂ ਫਿਰ ਮੇਰੇ ਮਨ ਦਾ ਵਹਿਮ ਸੀ ਕਿ ਉਸ ਬੰਦੇ ਨੂੰ ਕਿਸੇ ਸਾਜ਼ਿਸ਼ ਅਧੀਨ ਹੀ ਮਾਰਿਆ ਗਿਆ ਸੀ। ਸ਼ਾਇਦ ਲੋਕਾਂ ਤੋਂ ਉਲਟ ਉਸ ਸਰਕਾਰੀ ਧਿਰ ਦੇ ਸਿਰ ਤੇ ਇੱਕ ਨਵਾਂ ਖਤਰਾ ਮੰਡਰਾ ਰਿਹਾ ਸੀ ਕਿ ਉਹਨਾਂ ਦੇ ਪਾਜ ਹੁਣ ਖੁੱਲਣ ਵਾਲੇ ਹੈ। ਇਹ ਤੋਂ ਪਹਿਲਾਂ ਵੀ ਖਬਰੇ ਕਿੰਨੇ ਸੱਚੇ ਬੰਦਿਆਂ ਨੂੰ ਇੰਜੀ ਇਹਨਾਂ ਅਣਪਛਾਤੇ ਵਾਹਨਾਂ ਨਾਲ ਸੜਕਾਂ ਉੱਤੇ ਬੇਮੌਤ ਮਾਰਿਆ ਜਾ ਚੁੱਕਾ ਹੈ। ਮੈਂ ਕਈ ਦਿਨ ਉਸ ਬੰਦੇ ਨੂੰ ਕੁਚਲ ਜਾਣ ਵਾਲੇ ਵਾਹਨ ਚਾਲਕ ਦੇ ਫੜੇ ਜਾਣ ਦੀ ਉਮੀਦ 'ਚ ਅਖਬਾਰ ਫਰੋਲਦਾ ਰਿਹਾ, ਪਰ ਮੈਨੂੰ ਉਹ ਖਬਰ ਪੜ੍ਹਨ ਨੂੰ ਨਹੀਂ ਮਿਲੀ। ਅੰਗ 21ਵਾਂ। ਮਨੁੱਖੀ ਅਧਿਕਾਰ ਕਮਿਸ਼ਨ ਦੀ ਤਰੀਕ ਆਉਣ 'ਚ 2 ਦਿਨ ਰਹਿ ਗਏ ਸੀ, ਪਰ ਅਜੇ ਤੀਕ ਸਰਪੰਚ ਦਾ ਕੋਈ ਸੁਨੇਹਾ ਨਹੀਂ ਆਇਆ ਸੀ। ਮੈਂ ਦੁਚਿੱਤੀ 'ਚ ਪਿਆ ਹੋਇਆ ਸੀ ਕਿ ਆਪਣੇ ਇਕੱਠੇ ਕੀਤੇ ਸਬੂਤਾਂ ਨੂੰ ਕਮਿਸ਼ਨ ਦੇ ਅੱਗੇ ਪੇਸ਼ ਕਰ ਦੇਵਾਂ ਕਿ ਨਾ। ਸਬੂਤਾਂ ਦੀ ਇੱਕ ਨਿਰਪੱਖ ਏਜੰਸੀ ਕੋਲ ਜਾਣ ਦਾ ਅਰਥ ਸੀ ਕਿ ਮੈਂ ਚਾਹ ਕੇ ਆਪਣੀ ਸ਼ਿਕਾਇਤ ਨੂੰ ਵਾਪਸ ਨਹੀਂ ਲੈ ਸਕਣਾ ਸੀ। ਪੁਲਿਸ ਵਾਲਿਆਂ ਤੇ ਕੇਸ ਵੀ ਦਰਜ ਹੋ ਜਾਣੇ ਸੀ। ਇਹਨਾਂ ਨੂੰ ਕਮਿਸ਼ਨ ਅੱਗੇ ਪੇਸ਼ ਨਾ ਕਰਨ ਦਾ ਮਤਲਬ ਇਹ ਨਿਕਲਣਾ ਸੀ ਕਿ ਮੈਂ ਜਾਣਬੁੱਝ ਕੇ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਲਈ ਮੈਂ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋ ਰਿਹਾ। ਆਪਣੀ ਇਸ ਦੁਚਿੱਤੀ ਨੂੰ ਦੂਰ ਕਰਨ ਲਈ ਮੈਂ ਆਪਣੇ ਵਕੀਲ ਕੋਲ ਗਿਆ। ਇਸ ਮਸਲੇ 'ਚ ਉਹਦੀ ਸਲਾਹ ਮੰਗੀ। ਉਹਦਾ ਆਖਣਾ ਸੀ ਕਿ ਮੈਨੂੰ ਜ਼ਰੂਰ ਹੀ ਆਪਣਾ ਪੱਖ ਤੇ ਸਬੂਤ ਕਮਿਸ਼ਨ ਦੇ ਅੱਗੇ ਰੱਖਣੇ ਚਾਹੀਦੇ ਹੈ। ਉਹਦੀਆਂ ਗੱਲਾਂ ਤੋਂ ਇਹ ਤਾਂ ਸਪਸ਼ਟ ਹੋ ਗਿਆ ਸੀ ਕਿ ਉਹਨੂੰ ਕਮਿਸ਼ਨ ਕੋਲੋਂ ਪੁਲਿਸ ਵਿਰੁੱਧ ਕਿਸੇ ਕਾਰਵਾਈ ਦਾ ਆਦੇਸ਼ ਕਰ ਦੇਣ ਦੀ ਉਮੀਦ ਤਾਂ ਬੜੀ ਘੱਟ ਹੁੰਦੀ ਹੈ, ਪਰ ਮੇਰੇ ਕੋਲ ਸਬੂਤਾਂ ਕਾਰਨ ਇਹ ਮੁਕੱਦਮਾ ਬੜਾ ਹੀ ਮਜ਼ਬੂਤ ਹੈ। ਇਸ ਲਈ ਉੱਥੇ ਜਾ ਕੇ ਆਪਣਾ ਪੱਖ ਰੱਖਣਾ ਬਣਦਾ ਹੈ, ਜ਼ਰੂਰੀ ਵੀ ਹੈ। ਇਸ ਨਾਲ ਦੂਜੀ ਧਿਰ ਤੇ ਦਬਾਅ ਵੀ ਵਧੇਗਾ। ਉਹਨੇ ਮੈਨੂੰ ਕੇਸ ਦੀ ਸੰਖੇਪ ਜਿਹੀ ਰੂਪਰੇਖਾ ਵੀ ਤਿਆਰ ਕਰਕੇ ਦੇ ਦਿੱਤੀ ਤਾਂ ਜੋ ਕੇਸ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਘਰ ਆ ਕੇ ਮੈਂ ਇਸ ਉਲਝਣ 'ਚ ਫਸਿਆ ਰਿਹਾ। ਅੰਤ ਥੱਕ ਹਾਰ ਕੇ ਮੈਂ ਫਿਰ ਉਸ ਹਮਦਰਦ ਪੁਲਿਸ ਵਾਲੇ ਨੂੰ ਫੋਨ ਮਿਲਾ ਲਿਆ ਤੇ ਜਲਦੀ ਮਿਲਣ ਦਾ ਸਮਾਂ ਮੰਗਿਆ। ਉਸ ਦਿਨ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੰਦ ਇੰਨੀ ਜ਼ਿਆਦਾ ਪਈ ਸੀ ਕਿ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਦਿਨ ਛਿਪ ਰਿਹਾ ਜਾਂ ਚੜ੍ਹ ਰਿਹਾ। ਉਸ ਵੱਲੋਂ ਦਿੱਤੇ ਸਮੇਂ ਤੇ ਦੱਸੇ ਸਥਾਨ ਤੇ ਪੁੱਜ ਕੇ ਮੈਂ ਉਹਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਤਾ। ਮੈਂ ਉਹਨੂੰ ਇਹ ਵੀ ਦੱਸਤਾ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਕੇਸ ਇੰਨੇ ਵੱਡੇ ਪੱਧਰ ਤੇ ਵਧਾਇਆ ਜਾਏ ਤੇ ਕਿਸੇ ਦਾ ਨੁਕਸਾਨ ਕੀਤਾ ਜਾਏ। ਮੇਰੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗਾ। ਬੋਲਿਆ, ਜਾ ਓਏ ਯਾਰ, ਤੂੰ ਬਹੁਤਾ ਹੀ ਭੋਲਾ ਬੰਦਾ ਹੈ। ਉਹ ਮਨੁੱਖੀ ਅਧਿਕਾਰ ਕਮਿਸ਼ਨ ਨਹੀਂ, ਸਗੋਂ ਬਿਨਾਂ ਦੰਦਾਂ ਵਾਲਾ ਸ਼ੇਰ ਹੈ। ਪਹਿਲੀ ਗੱਲ ਤਾਂ ਉਹਨੇ ਕੁਝ ਕਰਨਾ ਨਹੀਂ, ਤੇ ਜੇ ਭੁੱਲ ਭੁਲੇਖੇ ਕੋਈ ਹੁਕਮ ਕਰ ਵੀ ਦਿੱਤਾ ਤਾਂ ਸਾਡੇ ਮਹਿਕਮੇ ਨੇ ਮੰਨਣਾ ਹੀ ਨਹੀਂ। ਤੂੰ ਡਰਨਾ, ਆਪਣਾ ਕੇਸ ਤਸੱਲੀ ਨਾਲ ਪੇਸ਼ ਕਰਕੇ ਆ। ਜਦ ਉਹਨੇ ਨਾ ਤਾਂ ਕੁਝ ਕਰਨਾ ਹੈ ਤੇ ਨਾ ਹੀ ਉਹ ਤੋਂ ਕੁਝ ਹੋਣਾ ਹੈ ਤਾਂ ਫਿਰ ਮੈਨੂੰ ਭਕਾਈ ਮਾਰਨ ਦੀ ਕੀ ਲੋੜ ਹੈ? ਮੈਂ ਸਿੱਧਾ ਸਵਾਲ ਕੀਤਾ। ਜਦ ਤੂੰ ਸ਼ਿਕਾਇਤ ਪਾ ਚੁੱਕਾ ਹੈ, ਤੈਨੂੰ ਇਹਦੀ ਪੈਰਵਾਈ ਵੀ ਕਰਨੀ ਚਾਹੀਦੀ ਹੈ, ਕਿਉਂਕਿ ਤੇਰਾ ਉੱਥੇ ਨਾ ਜਾਣ ਦਾ ਮਤਲਬ ਉਲਟ ਨਿਕਲ ਸਕਦਾ ਹੈ। ਇਹਨਾਂ ਨੇ ਹਰ ਜਗ੍ਹਾ ਤੇ ਕਮਿਸ਼ਨ ਵੱਲੋਂ
ਖਾਰਜ ਕੀਤੇ ਗਏ ਕੇਸ ਦੀ ਕਾਪੀ ਲਾ ਕੇ ਬਰੀ ਹੁੰਦੇ ਰਹਿਣਾ ਤੇ ਜੇ ਤੂੰ ਆਪਣਾ ਪੱਖ ਪੇਸ਼ ਕਰਕੇ ਆਏਂਗਾ ਤਾਂ ਘੱਟੋ ਘੱਟ ਇਹਨਾਂ ਉੱਤੇ ਇੱਕ ਤਲਵਾਰ ਤਾਂ ਲਟਕਦੀ ਰਹੇਗੀ ਕਿ ਮੁਕੱਦਮਾ ਕਮਿਸ਼ਨ ਕੋਲ ਹੈ। ਉਹਨੇ ਪੂਰਾ ਬਲ ਦੇ ਕੇ ਆਖਿਆ, ਆਪਾਂ ਤਾਂ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਜੇ ਸਬੂਤ ਤੀਜੀ ਧਿਰ ਭਾਵ ਕਮਿਸ਼ਨ ਦੇ ਹੱਥ ਲੱਗ ਗਏ ਤਾਂ ਉਹਨਾਂ ਨੇ ਤਾਂ ਇਹਨਾਂ ਨੂੰ ਫਸਾਉਣ ਲੱਗੇ ਮਿੰਟ ਹੀ ਮਾਰਨਾ। ਮੈਂ ਆਪਣਾ ਡਰ ਜ਼ਾਹਰ ਕੀਤਾ। ਮੇਰੀ ਗੱਲ ਸੁਣ। ਫਿਰ ਉੱਚੀ ਉੱਚੀ ਹੱਸਣ ਲੱਗ ਪਿਆ। ਹੱਸਦਾ ਹੋਇਆ ਆਖਣ ਲੱਗਾ, ਤੂੰ ਕੀ ਸਮਝਦਾ ਉਸ ਜੱਜ ਕੋਲ ਤੇਰਾ ਹੀ ਕੇਸ ਲੱਗਣਾ, ਉਸ ਕੋਲ ਹੋਰ ਕੋਈ ਕੇਸ ਨਹੀਂ। ਉਹਨੇ ਤਾਂ ਜਾਂਦੇ ਸਾਰ ਤੇਰੀ ਲੰਮੀ ਤਰੀਕ ਪਾ ਦੇਣੀ ਹੈ ਤੇ ਫਿਰ ਉਹਨੂੰ ਤਾਂ ਯਾਦ ਵੀ ਨਹੀਂ ਰਹਿਣਾ ਵੀ ਉਸ ਕੋਲ ਅਜਿਹਾ ਕੋਈ ਕੇਸ ਵੀ ਆਇਆ ਸੀ। ਤੇ ਜੇ ਇੱਧਰ ਤੇਰਾ ਸਮਝੌਤਾ ਹੋ ਗਿਆ ਤਾਂ ਤੂੰ ਕੇਸ ਵਾਪਸੀ ਦੀ ਅਰਜ਼ੀ ਦੇ ਦੇ। ਉਹਨਾਂ ਨੇ ਝੱਟ ਦੇਣੇ ਹੀ ਮਸਲਾ ਹੱਲ ਦਾ ਕਮੈਂਟ ਦੇ ਕੇ ਤੇਰੀ ਫਾਈਲ ਰਿਕਾਰਡ ਰੂਮ 'ਚ ਭੇਜ ਦੇਣੀ ਹੈ। ਰਿਕਾਰਡ ਰੂਮ ਦਾ ਮਤਲਬ ਹੈ ਕਬਰ 'ਚ ਦੱਬ ਦੇਣੀ ਹੈ। ਫਿਰ ਕਿਹਨੇ ਵੇਖਣੇ ਨੇ ਤੇਰੇ ਸਬੂਤ। ਉਹਨੇ ਮੈਨੂੰ ਪੂਰਾ ਹੌਸਲਾ ਦਿੱਤਾ। ਜਦ ਮੈਂ ਉਸ ਤੋਂ ਜਾਣ ਦੀ ਆਗਿਆ ਮੰਗੀ ਤਾਂ ਆਖਣ ਲੱਗਾ, ਅੱਜ ਨਹੀਂ ਜਾਣ ਦੇਣਾ ਤੈਨੂੰ ਛਿੱਟ ਲਾਈ ਤੋਂ ਬਗੈਰ। ਨਹੀਂ ਜੀ ਨਹੀਂ, ਮੈਂ ਨਹੀਂ ਪੀਣੀ। ਮੈਂ ਕੇਸ ਦੀ ਤਿਆਰੀ ਕਰਨੀ ਹੈ। ਵਾਕਈ ਮੈਂ ਪੀਣੀ ਵੀ ਨਹੀਂ ਸੀ ਚਾਹੁੰਦਾ। ਕੇਸ ਬੜਾ ਤੂੰ ਸੁਪਰੀਮ ਕੋਰਟ 'ਚ ਭੇਜਣਾ, ਲੰਡੂ ਜਿਹਾ ਕਮਿਸ਼ਨ ਹੀ ਹੈ। ਉਹ ਅਲਮਾਰੀ 'ਚੋਂ ਬੋਤਲ ਕੱਢਦਾ ਬੋਲਿਆ। ਮੈਨੂੰ ਬੈਠ ਜਾਣ ਦਾ ਇਸ਼ਾਰਾ ਕਰਕੇ ਆਪ ਦੂਜੇ ਕਮਰੇ 'ਚ ਗਿਆ ਤੇ ਉੱਥੋਂ 2 ਗਲਾਸ ਤੇ ਇੱਕ ਭਾਂਡੇ 'ਚ ਮੀਟ ਪਾ ਕੇ ਲੈ ਆਇਆ। ਸਰ ਇੰਨੀ ਖੇਚਲ ਨਾ ਕਰੋ, ਮੈਂ ਤਾਂ ਜਾਣਾ ਹੀ ਹੈ, ਮੈਂ ਕਿਹਾ। ਤੇ ਮੈਨੂੰ ਝਿਜਕ ਵੀ ਆ ਰਹੀ ਸੀ ਕਿ ਜਿਸ ਬੰਦੇ ਨੇ ਮੇਰੀ ਇੰਨੀ ਜ਼ਿਆਦਾ ਮਦਦ ਕੀਤੀ ਉਹ ਅੱਜ ਮੇਰੇ ਲਈ ਫੇਰ ਇੰਨਾ ਕੁਝ ਕਰੀ ਜਾ ਰਿਹਾ। ਖੇਚਲ ਨਹੀਂ ਯਾਰ, ਇਹ ਤਾਂ ਮੈਂ ਹਿਸਾਬ ਕਿਤਾਬ ਬਰਾਬਰ ਕਰਨ ਲੱਗਾ। ਉਹਨੇ ਗਲਾਸਾਂ 'ਚ ਦਾਰੂ ਪਾਉਂਦੇ ਹੋਏ ਨੇ ਕਿਹਾ। ਕਿਹੜਾ ਹਿਸਾਬ ਕਿਤਾਬ ਸਰ? ਉਹਦੇ ਸ਼ਬਦਾਂ ਨੇ ਮੈਨੂੰ ਹੈਰਾਨ ਕਰਤਾ। ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲ ਗਿਆ। ਤੂੰ ਮੈਨੂੰ ਪਿਆਈ ਸੀ ਨਾ ਚੌਂਕ ਵਾਲੇ ਹੋਟਲ 'ਚ, ਤੇ ਮੈਂ ਤਾਂ ਉਹ ਹਿਸਾਬ ਬਰਾਬਰ ਕਰਨਾ। ਉਹ ਮੇਰੀਆਂ ਅੱਖਾਂ 'ਚ ਸਿੱਧਾ ਝਾਕਦੇ ਹੋਏ ਬੋਲਿਆ, ਨਹੀਂ ਸਰ, ਉਹ ਕੋਈ ਕਰਜ਼ਾ ਥੋੜੀ ਸੀ ਜੋ ਮੈਂ ਤੁਹਾਡੇ ਸਿਰ ਚੜਾਤਾ। ਉਹ ਤਾਂ ਇੱਕ ਤਰ੍ਹਾਂ ਦੀ ਖੁਸ਼ੀ ਸੀ। ਤੁਸੀਂ ਮੈਨੂੰ ਕੋਬਰਾ ਸੱਪ ਦੇ ਰਹੇ ਸੀ। ਮੈਂ ਗੱਲ ਨੂੰ ਹਾਸੇ 'ਚ ਪਾਉਂਦੇ ਆਖਿਆ, ਨਹੀਂ ਯਾਰ, ਮੇਰੇ ਮਨ ਤੇ ਤਾਂ ਉਸ ਦਿਨ ਦਾ ਇੱਕ ਬੋਝ ਸੀ। ਮੈਂ ਕਿਸੇ ਕੋਲੋਂ ਮੁਫਤ ਦੀ ਦਾਰੂ ਪੀ ਲਈ। ਮੈਂ ਤਾਂ ਆਪਣੇ ਮਨ ਦਾ ਬੋਝ ਹੀ ਉਤਾਰਨ ਲੱਗਾ ਕਿ ਮੈਂ ਸਹੁੰ ਖਾ ਸਕਾਂ ਕਿ ਮੈਂ ਕਿਸੇ ਤੋਂ ਵੀ ਮੁਫਤ ਦੀ ਦਾਰੂ ਨਹੀਂ ਪੀਤੀ, ਤੇ ਜੇ ਕਦੇ ਪੀਣੀ ਪੈ ਗਈ ਤਾਂ ਉਹਨੂੰ ਓਨੀ ਪਿਆ ਵੀ ਦਿੱਤੀ। ਉਹ ਇੰਨੇ ਦਰਦ ਨਾਲ ਬੋਲਿਆ ਕਿ ਮੈਨੂੰ ਲੱਗਣ ਲੱਗਾ ਕਿ ਮੈਂ ਉਸ ਦਿਨ ਇਹਨੂੰ ਦਾਰੂ ਪਿਆ ਕੇ ਇੱਕ ਬਹੁਤ ਹੀ ਵੱਡਾ ਪਾਪ ਕਰ ਲਿਆ। ਨਹੀਂ ਸਰ, ਪਲੀਜ਼ ਇਸ ਤਰ੍ਹਾਂ ਨਾ ਆਖੋ। ਇਸ ਤਰ੍ਹਾਂ ਤਾਂ ਮੈਂ ਇੱਕ ਬੇਹੱਦੀ ਇਮਾਨਦਾਰ ਬੰਦੇ ਦਾ ਈਮਾਨ ਭੰਗ ਕਰਨ ਵਾਲਾ ਦੋਸ਼ੀ ਸਾਬਤ ਹੁੰਨਾ। ਮੈਂ ਅਫਸੋਸ ਜ਼ਾਹਰ ਕੀਤਾ। ਯਾਰ ਫਿਕਰ ਨਾ ਕਰ, ਅੱਜ ਮੈਂ ਤੇਰਾ ਪਿਛਲਾ ਹਿਸਾਬ ਕਿਤਾਬ ਨਿਬੇੜਨਾ ਹੀ ਨਹੀਂ, ਸਗੋਂ ਤੇਰੇ ਤੇ ਇੱਕ ਕਰਜ਼ਾ ਵੀ ਚਾੜਨਾ। ਉਦੋਂ ਵੱਧ ਪੈਗ ਪਿਆ ਕੇ ਹੁਣ ਤੂੰ ਸੋਚੇਂਗਾ ਵਾਧੂ ਪੈਗ ਕਿਸ ਲਈ? ਇਹ ਤਾਂ ਕਿ ਜਦ ਤੂੰ ਇਸ ਕੇਸ ਨੂੰ ਜਿੱਤ ਕੇ ਮੈਨੂੰ ਪਾਰਟੀ ਕਰੇ ਤਾਂ ਮੈਂ ਖੁੱਲ੍ਹ ਕੇ ਪੈਗ ਲਾ ਸਕਾਂ ਤੇ ਮੇਰੇ ਮਨ ਤੇ ਬੋਝ ਨਾ ਰਹੇ ਕਿ ਮੈਂ ਤੇਰੀ ਦਾਰੂ ਪੀ ਰਿਹਾ, ਸਗੋਂ ਮੈਨੂੰ ਇਹ ਲੱਗੇ ਕਿ ਮੈਂ ਤਾਂ ਆਪਣੀ ਉਧਾਰ ਪਿਆਈ ਦਾਰੂ ਵਾਪਸ ਪੀ ਰਿਹਾ। ਉਹਨੇ ਇੰਨਾ ਭਾਵੁਕ ਹੁੰਦੇ ਆਖਿਆ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਦੁਨੀਆ ਦੀ ਸਭ ਤੋਂ ਗੰਦੇ ਵਿਭਾਗ ਦੇ ਸਭ ਤੋਂ ਚੰਗੇ ਤੇ ਨੇਕ ਬੰਦੇ ਦੇ ਪੈਰ ਛੂਹ ਲਵਾਂ ਤੇ ਉਹਨਾਂ ਨੂੰ ਬਾਰ-ਬਾਰ ਪ੍ਰਣਾਮ ਕਰਾਂ। ਇੰਨੇ ਵੱਡੇ ਗੰਦ ਦੇ ਛੱਪੜ 'ਚ ਵੀ ਇੱਕ ਕਮਲ ਦਾ ਫੁੱਲ ਖਿੜਨ ਦੀ ਸਮਰੱਥਾ ਰੱਖਦਾ ਸੀ। ਅਸੀਂ ਗੱਲਾਂ ਬਾਤਾਂ ਕਰਦਿਆਂ 2-3 ਪੈਗ ਚਾੜ ਲਏ। ਕਦੇ ਮੇਰੇ ਕੇਸ ਦੀਆਂ ਗੱਲਾਂ ਤੁਰ ਪੈਂਦੀਆਂ, ਕਦੇ ਕਿਸੇ ਹੋਰ ਮਾਮਲੇ ਦੀਆਂ। ਉਹ ਲਗਾਤਾਰ ਮੈਨੂੰ ਹੌਸਲਾ ਵਧਾਉਣ ਵਾਲੇ ਕੇਸਾਂ ਦੀਆਂ ਉਦਾਹਰਨਾਂ ਦੇਈ ਜਾ ਰਿਹਾ ਸੀ ਤੇ ਮੈਂ ਵੀ ਮਾਸ ਦੀ ਬੋਟੀ ਚੂੰਡਦਾ ਇੱਕ ਤੋਂ ਬਾਅਦ ਇੱਕ ਪੈਗ ਚਾੜਦਾ ਹੋਇਆ ਪੂਰੀ ਲੋਰ 'ਚ ਆ ਚੁੱਕਾ ਸੀ। ਦਾਰੂ, ਗੱਲਾਂ ਤੇ ਮੁਰਗੇ ਦੇ ਮਾਸ ਨੇ ਮੇਰੇ ਅੰਦਰ ਇੰਨੀ ਗਰਮੀ ਭਰਤੀ, ਬਾਹਰ ਦੀ ਸਰਦੀ ਤੇ ਅੱਤ ਦੀ ਧੁੰਦ ਨੂੰ ਵੀ ਭੁੱਲ ਚੁੱਕਾ ਸੀ। ਗੱਲਾਂ 'ਚੋਂ ਮੈਨੂੰ ਕਹਿਣ ਲੱਗਾ, ਯਾਰ ਮੈਨੂੰ ਇਮਾਨਦਾਰ ਬੰਦੇ ਇੰਨੇ ਜ਼ਿਆਦਾ ਪਸੰਦ ਨੇ ਕਿ ਮੈਂ ਉਹਨਾਂ ਲਈ ਆਪਣੀ ਨੌਕਰੀ ਤੱਕ ਹੀ ਜਾਨ ਵੀ ਵਾਰ ਸਕਦਾ। ਸਰ ਤੁਹਾਨੂੰ ਕੀ ਪਤਾ, ਸ਼ਾਇਦ ਮੈਂ ਦੁਨੀਆ 'ਚ ਸਭ ਤੋਂ ਵੱਡਾ ਬੇਈਮਾਨ ਹੋਵਾਂ। ਮੈਂ ਹਾਸੇ ਨਾਲ ਉਹਨੂੰ ਟੋਣ ਲਈ ਆਖਿਆ, ਯਾਰ ਦਾਈਆਂ ਤੋਂ ਕਦੇ ਪੇਟ ਲੁਕੇ ਨੇ। ਮੈਂ ਤੈਨੂੰ ਦੱਸਿਆ ਸੀ ਵੀ ਸਾਡਾ ਮਹਿਕਮਾ ਜੇ ਆਈ ਤੇ ਆ ਜਾਏ ਤਾਂ ਉਹ ਪਤਾਲ 'ਚੋਂ ਕੀੜੀ ਵੀ ਲੱਭ ਲਿਆਉਂਦਾ। ਤੈਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਮੈਨੂੰ ਤੇਰੇ ਪਰਿਵਾਰ ਕੀ ਤੇਰੇ ਆਪਣੇ ਮਹਿਕਮੇ ਵਿਚਲੇ ਕਿਰਦਾਰ ਬਾਰੇ ਵੀ ਪੂਰੀ ਜਾਣਕਾਰੀ ਹੈ। ਜੇ ਤੇਰਾ ਇੱਕ ਵੀ ਨੰਬਰ ਕੱਟਿਆ ਜਾਂਦਾ ਤਾਂ ਆਪਾਂ ਅੱਜ ਕਿੰਜ ਇਕੱਠੇ ਬਹਿ ਕੇ ਦਾਰੂ ਨਹੀਂ ਸੀ ਪੀਣੀ। ਆਪਾਂ ਇੰਜ ਇਕੱਠੇ ਬਹਿ ਕੇ ਦਾਰੂ ਨਹੀਂ ਸੀ ਪੀਣੀ। ਉਹ ਸਰੂਰ 'ਚ ਆਇਆ ਬੋਲਿਆ, ਫਿਰ ਕਿਸ ਨਾਲ ਪੀਣੀ ਸੀ? ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਦਾਰੂ ਦੇ ਨਸ਼ੇ 'ਚ ਕਿਵੇਂ ਤੇ ਕਿਉਂ ਬੋਲ ਗਿਆ। ਮੈਨੂੰ ਇੱਕ ਪਲ ਦੇ ਵਿੱਚ ਹੀ ਆਪਣੀ ਮੂੰਹੋਂ ਨਿਕਲੀ ਇਸ ਗੱਲ ਤੇ ਅਫਸੋਸ ਵੀ ਹੋਇਆ ਤੇ ਅਹਿਸਾਸ ਵੀ ਕਿ ਮੈਨੂੰ ਇਹ ਨਹੀਂ ਸੀ ਆਖਣਾ ਚਾਹੀਦਾ। ਪਰ ਸ਼ਾਇਦ ਉਹ ਮੇਰੇ ਹੱਥਾਂ 'ਚੋਂ ਬਾਰ-ਬਾਰ ਛੁੱਟ ਰਹੀ ਮੀਟ ਦੀ ਬੋਟੀ ਨੂੰ ਵੇਖ ਕੇ ਸਮਝ ਗਿਆ ਕਿ ਮੈਂ ਇਹ ਗੱਲ ਜਾਣ-ਬੁੱਝ ਕੇ ਨਹੀਂ ਆਖੀ। ਇਸ ਲਈ ਉਹ ਸੰਭਲ ਕੇ ਬੋਲਿਆ, ਕਿਸੇ ਨਾਲ ਵੀ ਨਹੀਂ। ਮੈਂ ਕਿਸੇ ਐਰੇ ਗਹਿਰੇ ਨੱਥੂ ਖੈਰੇ ਨਾਲ ਨਹੀਂ ਪੀਂਦਾ ਹੁੰਦਾ। ਕਿਉਂ? ਮੈਂ ਪੁੱਛਿਆ। ਕਿਉਂਕਿ ਤੂੰ ਕਾਮਰੇਡ ਦਾ ਮੁੰਡਾ। ਮੇਰੀ ਤਾਂ ਕੀ, ਸਾਡੇ ਵਿਭਾਗ ਦੀ ਰਿਪੋਰਟ ਮੁਤਾਬਕ ਵੀ ਪੱਕਾ ਇਮਾਨਦਾਰ ਬੰਦਾ ਹੀ ਹੈ। ਬੇਸ਼ੱਕ ਮੈਂ ਤਾਂ ਕੀ ਇੱਥੇ ਕੋਈ ਵੀ ਪੂਰਾ ਇਮਾਨਦਾਰ ਨਹੀਂ ਹੈ, ਪਰ ਜਿਸ ਬੰਦੇ ਨੂੰ ਸਾਡੇ ਵਿਭਾਗ ਦੀ ਹਰ ਰਿਪੋਰਟ ਸੱਚਾ ਸੁੱਚਾ ਆਖਰੀ ਹੋਵੇ ਉਹਦਾ ਸਾਥ ਨਾ ਦੇ ਕੇ ਮੈਂ ਪਾਪਾਂ ਦਾ ਭਾਗੀਦਾਰ ਨਹੀਂ ਬਣ ਸਕਦਾ। ਇਸ ਲਈ ਮੈਂ ਤੇਰੀ ਮਦਦ ਕੀਤੀ ਹੈ ਪਿਆਰੇ, ਨਹੀਂ ਤਾਂ ਹਜ਼ਾਰਾਂ ਲੋਕ ਤੁਰੇ ਫਿਰਦੇ ਨੇ ਥਾਣਿਆਂ ਤੇ ਸਾਡੇ ਦਫ਼ਤਰ 'ਚ ਧੱਕੇ ਖਾਂਦੇ। ਉਹ ਉਪਦੇਸ਼ ਦੇਣ ਵਾਂਗ ਛਿੜ ਪਿਆ ਸੀ ਜਿਹਨੂੰ ਮੈਂ ਨਾ ਤਾਂ ਰੋਕ ਸਕਦਾ ਸੀ ਤੇ ਨਾ ਹੀ ਰੋਕਣਾ ਚਾਹੁੰਦਾ ਸੀ।
ਕਿਉਂਕਿ ਉਹ ਮੇਰੀਆਂ ਸਿਫਤਾਂ ਦੇ ਪੁਲ ਬੰਨੀ ਜਾ ਰਿਹਾ ਸੀ। ਆਪਣੀ ਵਡਿਆਈ ਕਿਸੇ ਨੂੰ ਵੀ ਬੁਰੀ ਨਹੀਂ ਲੱਗਦੀ, ਤੇ ਜੇ ਉਹ ਵਡਿਆਈ ਕੁਝ ਘੁੱਟ ਅੰਦਰ ਗਈ ਤਾਂ ਹੋ ਜਾਏ ਤਾਂ ਇਹਨੂੰ ਕੋਈ ਵੀ ਬੰਦ ਕਰਾਉਣਾ ਨਹੀਂ ਚਾਹੇਗਾ। ਆਪਣੀ ਤੇ ਆਪਣੇ ਪਰਿਵਾਰ ਦੀ ਇੰਨੀ ਪ੍ਰਸ਼ੰਸਾ ਸੁਣ ਕੇ ਮੇਰੇ ਪੀਤੇ ਗਏ 4 ਹਾੜਿਆਂ ਦਾ ਨਸ਼ਾ ਦੁੱਗਣਾ ਹੋ ਗਿਆ। ਮੇਰਾ ਇੱਕ ਮਨ ਤਾਂ ਕਰ ਰਿਹਾ ਸੀ ਕਿ ਧੁੰਦ ਦੇ ਹੋਰ ਸੰਘਣੀ ਹੋਣ ਪਹਿਲਾਂ ਹੀ ਛੇਤੀ ਘਰ ਪੁੱਜਿਆ ਜਾਏ, ਪਰ ਆਪਣੀ ਪ੍ਰਸ਼ੰਸਾ ਸੁਣ ਰਿਹਾ ਮਨ ਅਜੇ ਵੀ ਉੱਥੇ ਬੈਠਾ ਰਹਿਣਾ ਚਾਹ ਰਿਹਾ ਸੀ। ਹੁਣ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉੱਥੇ ਬੈਠਾ ਰਹਾਂ ਜਾਂ ਉੱਠ ਕੇ ਘਰ ਨੂੰ ਚਲਾ ਜਾਵਾਂ। ਅੰਤ ਮੈਂ ਮਨ 'ਚ ਇੱਕ ਤਰਕੀਬ ਸੋਚੀ। ਮੈਂ ਪਿਸ਼ਾਬ ਕਰਕੇ ਆਉਣ ਦਾ ਬਹਾਨਾ ਬਣਾਇਆ। ਜਦ ਮੈਂ ਉੱਠਿਆ ਤਾਂ ਮੇਰੇ ਪੈਰ ਲੜਖੜਾ ਰਹੇ ਸੀ। ਮੈਂ ਪਿਸ਼ਾਬ ਕੀਤਾ, ਵਾਪਸ ਆ ਕੇ ਬੈਠਣ ਦਾ ਲਾਲਚ ਨਾ ਕੀਤਾ, ਖੜੇ ਹੀ ਉਹ ਤੋਂ ਹੋਰ ਨਾ ਬੈਠ ਸਕਣ ਦੀ ਮਾਫੀ ਮੰਗ ਲਈ। ਮੇਰੇ ਉਖੜ ਰਹੇ ਪੈਰਾਂ ਤੋਂ ਉਹ ਵੀ ਮੇਰੀ ਹਾਲਤ ਸਮਝ ਚੁੱਕਾ ਸੀ ਤੇ ਉਹਨੇ ਮੈਨੂੰ ਹੋਰ ਬਿਠਾਉਣ ਦੀ ਜ਼ਿੱਦ ਨਾ ਕੀਤੀ। ਬਾਹਰਲੇ ਬੂਹੇ ਕੋਲ ਆਉਂਦਿਆਂ ਬੋਲਿਆ, ਅੱਜ ਮੇਰੇ ਨਾਲ ਇੱਕ ਵਾਅਦਾ ਕਰਕੇ ਜਾ। ਵਾਅਦਾ ਨਹੀਂ ਵੀਰ ਜੀ, ਤੁਸੀਂ ਹੁਕਮ ਕਰੋ। ਮੈਂ ਤੁਹਾਡਾ ਦੇਣ ਤਾਂ ਜ਼ਿੰਦਗੀ ਭਰ ਨਹੀਂ ਦੇ ਸਕਦਾ। ਮੇਰੀ ਜ਼ੁਬਾਨ ਤਾਂ ਬੇਸ਼ੱਕ ਥਥਲਾ ਰਹੀ ਸੀ, ਪਰ ਮੇਰਾ ਤਨ ਤੇ ਮਨ ਉਹਦਾ ਸਾਥ ਦੇਣ ਲਈ ਤਿਆਰ ਖੜਾ ਸੀ। ਵਾਅਦਾ ਇਹ ਕਿ ਤੂੰ ਕੇਸ ਜਿੱਤਣ ਤੋਂ ਬਾਅਦ ਸਾਡੇ ਇਸ ਮਹਿਕਮੇ ਦੀ ਹਾਲਤ ਬਾਰੇ ਇੱਕ ਕਿਤਾਬ ਜ਼ਰੂਰ ਲਿਖ, ਜਿਹੜੀ ਇਸ ਮਹਿਕਮੇ ਦੇ ਅੰਦਰਲੇ ਪੂਰੇ ਕੋਝ ਨੂੰ ਉਜਾਗਰ ਕਰਦੀ ਹੋਵੇ। ਪੂਰੀ ਸੱਚਾਈ ਲਿਖਣੀ ਹੈ, ਜਿਹੜੀ ਮੈਂ ਵੇਖਦਾ ਤਾਂ ਹਰ ਰੋਜ਼ ਹਾਂ, ਪਰ ਮਜਬੂਰੀ ਵਸ ਲਿਖ ਨਹੀਂ ਸਕਦਾ, ਤੇ ਲਿਖਣਾ ਮੇਰੇ ਵਰਗੇ ਬੰਦੇ ਦੇ ਵਸ ਦਾ ਰੋਗ ਵੀ ਨਹੀਂ। ਉਹਨੇ ਮੇਰੇ ਵੱਲ ਸਿੱਧਾ ਝਾਕਦਿਆਂ ਤਰਲੇ ਜਿਹੇ ਨਾਲ ਆਖਿਆ, ਮੈਂ ਕੇਸ ਜਿੱਤਾਂ ਜਾਂ ਹਾਰਾਂ, ਪਰ ਇਸ ਘਟਨਾਕ੍ਰਮ ਤੇ ਨਾਵਲ ਜ਼ਰੂਰ ਲਿਖਾਂਗਾ। ਵੀਰ ਜੀ, ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਮੈਂ ਪੂਰੇ ਵਿਸ਼ਵਾਸ ਨਾਲ ਆਖਦਿਆਂ ਉਹਨੂੰ ਆਪਣੇ ਕਲਾਵੇ 'ਚ ਲੈ ਲਿਆ। ਕੇਸ ਤਾਂ ਤੂੰ ਹੀ ਜਿੱਤਣਾ, ਲਿਖਾ ਲੈ ਮੇਰੇ ਤੋਂ, ਪਰ ਸਾਡੇ ਮਹਿਕਮੇ ਦੀਆਂ ਬੁਰਾਈਆਂ ਤੂੰ ਹੀ ਦੁਨੀਆ ਦੇ ਸਾਹਮਣੇ ਲੈ ਕੇ ਆਉਣੀਆਂ ਨੇ। ਇਹ ਕੰਮ ਮੈਂ ਨਹੀਂ ਕਰ ਸਕਦਾ, ਸਮਝ ਲੈ। ਇਸ ਲਈ ਮੈਂ ਤੇਰੀ ਮਦਦ ਕੀਤੀ ਹੈ। ਹੁਣ ਤੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਤੂੰ ਆਪਣੀ ਪੀੜ ਨੂੰ ਆਧਾਰ ਬਣਾ ਕੇ ਮੇਰੇ ਮਨ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਵੇਂ। ਕਹਿੰਦਿਆਂ ਉਹਨੇ ਮੈਨੂੰ ਆਪਣੇ ਨਾਲ ਘੁੱਟ ਲਿਆ। ਮੇਰੀ ਭਾਵੇਂ ਜਾਨ ਚਲੀ ਜਾਏ, ਮੈਂ ਨਾ ਤਾਂ ਤੁਹਾਡਾ ਅਹਿਸਾਨ ਭੁਲਾ ਸਕਦਾ ਤੇ ਨਾ ਹੀ ਤੁਹਾਡਾ ਅੱਖਾਂ ਮੋੜ ਸਕਦਾ। ਸਮਝ ਲਓ, ਕੰਮ ਹੋ ਗਿਆ। ਮੈਂ ਥਥਲਾਉਂਦਾ ਜਿਹਾ ਬੋਲਿਆ ਸੀ, ਪਰ ਮੇਰਾ ਅੰਦਰਲਾ ਮਨ ਉਹਦੇ ਇਸ ਹੁਕਮ ਦੀ 100% ਤਾਮੀਲ ਕਰਨ ਲਈ ਉਦੋਂ ਹੀ ਤਿਆਰ ਹੋ ਗਿਆ ਸੀ। ਚੰਗਾ, ਹੁਣ ਜੇ ਤੂੰ ਹੋਰ ਲਾਉਣੀ ਹੈ ਤਾਂ ਅੰਦਰ ਆ ਕੇ ਹੋਰ ਲਾ ਲੈ, ਨਹੀਂ ਤਾਂ ਘਰ ਪਹੁੰਚ। ਘਰ ਵਾਲੀ ਯਾਦ ਕਰਦੀ ਹੋਏਗੀ, ਪਰ ਕਮਿਸ਼ਨ ਅੱਗੇ ਆਪਣਾ ਕੇਸ ਜ਼ਰੂਰ ਪੇਸ਼ ਕਰਕੇ ਆਵੀਂ। ਇਹ ਵੀ ਮੇਰੀ ਗੱਲ ਯਾਦ ਰੱਖੀ। ਮੇਰਾ ਪਹਿਲਾਂ ਨਾ ਤੇ ਫਿਰ ਹਾਂ 'ਚ ਸਿਰ ਹਿਲਦਾ ਵੇਖ ਕੇ ਆਖਣ ਲੱਗਾ, ਘਰ ਪਹੁੰਚ ਕੇ ਫੋਨ ਜ਼ਰੂਰ ਕਰਨਾ। ਮੈਂ ਮੋਟਰਸਾਈਕਲ ਸਟਾਰਟ ਕੀਤਾ, ਘਰ ਵੱਲ ਨੂੰ ਚਾਲੇ ਪਾਤੇ। ਸਾਰੇ ਰਾਹ ਮੈਂ ਉਸ ਬੰਦੇ ਤੇ ਉਹਦੇ ਉੱਚ ਕਿਰਦਾਰ ਬਾਰੇ ਸੋਚਦਾ ਰਿਹਾ। ਹੈਰਾਨ ਵੀ ਹੋ ਰਿਹਾ ਸੀ ਕਿ ਇੰਨੇ ਗੰਦੇ ਤੇ ਘਟੀਆ ਵਿਭਾਗ 'ਚ ਇੱਕ ਐਸਾ ਬੰਦਾ ਵੀ ਬੈਠਾ ਹੈ, ਜਿਹੜਾ ਕਿਸੇ ਤੋਂ ਮਜਬੂਰੀ ਵਸ ਪੀਤੀ ਹੋਈ 2 ਘੁੱਟ ਦਾਰੂ ਕਾਰਨ ਹੀ ਆਪਣੇ ਆਪ ਨੂੰ ਅਪਰਾਧੀ ਸਮਝੀ ਜਾ ਰਿਹਾ ਹੈ, ਤੇ ਦੂਜੇ ਪਾਸੇ ਇਹਨਾਂ ਦੇ ਵੱਡੇ ਤੋਂ ਵੱਡੇ ਅਧਿਕਾਰੀ ਹਨ ਜੋ ਇੱਕ ਨਾ ਫਸਣ ਵਾਲੀ ਮੁਰਗੀ ਨੂੰ ਭਜਾ ਕੇ ਮਾਰ ਰਹੇ ਹਨ। ਮੈਂ ਆਪ ਮੁਹਾਰੇ ਕੋਈ ਹਰਿਆ ਬੂਟ ਰੇਹੋਰੀ ਉਚਾਰਦਾ ਆ ਰਿਹਾ ਸੀ। ਮੇਰਾ ਮੋਟਰਸਾਈਕਲ ਇੱਕ ਵੱਡੀ ਸਾਰੀ ਇਮਾਰਤ ਦੇ ਅੱਗੋਂ ਦੀ ਲੰਘ ਰਿਹਾ ਸੀ। ਧੁੰਦ ਕਾਰਨ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਮੈਂ ਕਿਸ ਜਗ੍ਹਾ ਤੇ ਹਾਂ। ਬੱਲਬ ਦੇ ਮੱਧਮ ਜੇ ਚਾਨਣ 'ਚ ਜਦ ਮੈਨੂੰ ਥਾਣਾ ਸਿਟੀ ਦਾ ਬੋਰਡ ਨਜ਼ਰ ਆਇਆ ਤਾਂ ਮੈਂ ਮੋਟਰਸਾਈਕਲ ਰੋਕ ਲਿਆ। ਯਾਦਵਿੰਦਰ ਦੇ ਅੱਗੇ ਲੱਖ ਕਸਮਾਂ ਖਾਣ ਦੇ ਬਾਵਜੂਦ ਮੇਰੇ ਮਨ ਅੰਦਰ ਵਸੇ ਹੋਏ ਤਾਰੇ ਚਿੱਬ ਕੱਢ ਨੇ ਅੰਗੜਾਈ ਭਰ ਲਈ। ਮੈਂ ਜਾਣਬੁੱਝ ਕੇ ਥਾਣੇ ਦੇ ਦਰਵਾਜ਼ੇ ਅੱਗੇ ਥੁੱਕਿਆ ਤਾਂ ਕਿ ਮੈਨੂੰ ਕੋਈ ਪੁੱਛਣ ਵਾਲਾ ਆ ਜਾਏ। ਮੈਂ ਉਸ ਇਮਾਰਤ ਨੂੰ ਹੀ ਉੱਚੀ ਮਾਂ ਭੈਣ ਦੀਆਂ 10-12 ਗਾਲਾਂ ਕੱਢਦੀਆਂ। ਅੰਦਰੋਂ ਕੋਈ ਵੀ ਬਾਹਰ ਨਹੀਂ ਆਇਆ। ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਪੁਲਿਸ ਵਾਲਿਆਂ ਨੇ CCTV ਕੈਮਰਿਆਂ ਰਾਹੀਂ ਮੈਨੂੰ ਤਾਰੇ ਚਿੱਬ ਕੱਢ ਵਾਂਗ ਪਹਿਚਾਣ ਲਿਆ, ਇਸ ਲਈ ਉਹ ਮੇਰੇ ਨਾਲ ਪੰਗਾ ਲੈਣ ਲਈ ਬਾਹਰ ਨਹੀਂ ਆ ਰਹੇ। 10-15 ਮਿੰਟ ਉੱਥੇ ਖੜੇ ਰਹਿਣ ਤੋਂ ਬਾਅਦ ਮੈਂ ਮੋਟਰਸਾਈਕਲ ਤੋਰ ਲਿਆ ਤੇ ਘਰ ਪੁੱਜ ਗਿਆ। ਆਪਣੇ ਸੁਰੱਖਿਅਤ ਘਰ ਪੁੱਜਣ ਉਪਰੰਤ ਉਹਨੂੰ ਫੋਨ ਕਰਨ ਤੋਂ ਬਾਅਦ ਮੈਂ ਨੀਂਦ ਦੀ ਅਗੋਸ਼ ਚਲਾ ਗਿਆ। ਆਪਣੀ ਇਸ ਜਿੱਤ ਕਾਰਨ ਮੈਨੂੰ ਪਤਾ ਹੀ ਨਹੀਂ ਲੱਗਾ ਕਦ ਮੈਨੂੰ ਨੀਂਦ ਨੇ ਘੇਰ ਲਿਆ। ਸੁਪਨੇ 'ਚ ਵੀ ਮੈਂ ਥਾਣੇ ਦੇ ਅੱਗੇ ਜਾ ਕੇ ਪੁਲਿਸ ਵਾਲਿਆਂ ਨੂੰ ਲਲਕਾਰਦਾ ਰਿਹਾ ਸੀ। ਅਗਲੀ ਸਵੇਰ ਮੈਂ ਜ਼ਰਾ ਕੁ ਆਰਾਮ ਨਾਲ ਉੱਠਿਆ। ਬੇਸ਼ੱਕ ਮੇਰੇ ਮਨ 'ਚ ਆਪਣੇ ਤਿਆਰ ਕੀਤੇ ਜਾ ਰਹੇ ਕੇਸ ਨੂੰ ਹਰ ਪੱਖ ਤੋਂ ਮੁਕੰਮਲ ਕਰਨ ਦੀ ਕਾਹਲ ਸੀ। ਮੈਂ ਆਪਣੇ ਚਚੇਰੇ ਭਰਾਵਾਂ ਅਮਰਿੰਦਰ ਤੇ ਗੁਰਪਿੰਦਰ ਨੂੰ ਘਰ ਸੱਦ ਲਿਆ ਸੀ। ਮੁਕੱਦਮੇ ਨਾਲ ਸੰਬੰਧਿਤ ਅਰਜ਼ੀ, ਫੋਟੋਆਂ, CD ਨੂੰ ਬੜੇ ਧਿਆਨ ਨਾਲ ਤਿਆਰ ਕਰ ਲਿਆ। ਲਿਖਤ ਵਿੱਚ ਪੇਸ਼ ਕਰਨ ਵਾਲੇ ਸਾਰੇ ਤੱਥਾਂ ਨੂੰ ਵੀ ਪੂਰੀ ਤਰ੍ਹਾਂ ਜਾਂਚ ਲਿਆ। ਸ਼ਾਮ ਤੱਕ ਸਾਡੀ ਪੂਰੀ ਤਸੱਲੀ ਹੋ ਗਈ ਕਿ ਹੁਣ ਸਾਡਾ ਕੰਮ ਪੂਰੀ ਤਰ੍ਹਾਂ ਤੇ ਠੀਕ ਢੰਗ ਨਾਲ ਮੁਕੰਮਲ ਹੋ ਚੁੱਕਾ ਹੈ। ਅਸੀਂ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਇੱਕ ਬੈਗ 'ਚ ਪਾ ਕੇ ਸਾਂਭਤਾ। ਚੰਡੀਗੜ੍ਹ ਜਾਣ ਦੀ ਤਿਆਰੀ 'ਚ ਰੁੱਝ ਗਏ। ਅਸੀਂ ਸਵੇਰ ਦੀ 4 ਵਜੇ ਵਾਲੀ ਪਹਿਲੀ ਬੱਸ 'ਚ ਸਵਾਰ ਹੋਣਾ ਸੀ।
ਸਵੇਰੇ 3:45 ਵਜੇ ਨੂੰ ਅਸੀਂ ਬੱਸ ਅੱਡੇ 'ਚ ਪੁੱਜ ਗਏ। ਸਮਾਂ 4 ਤੋਂ ਕਾਫੀ ਉੱਪਰ ਹੋ ਚੁੱਕਾ ਸੀ। ਉੱਥੇ ਫਿਰਦੇ ਬੰਦਿਆਂ ਤੋਂ ਪਤਾ ਲੱਗਾ ਧੁੰਦ ਕਾਰਨ ਬੱਸਾਂ ਨੂੰ ਦੇਰੀ ਹੋ ਰਹੀ ਹੈ। ਸਾਨੂੰ ਕੁਝ ਫਿਕਰ ਹੋਣ ਲੱਗ ਪਿਆ। ਅੰਤ ਸਾਨੂੰ ਇੱਕ ਅਖਬਾਰਾਂ ਵਾਲੀ ਗੱਡੀ ਦਾ ਪਤਾ ਲੱਗਾ ਤੇ ਅਸੀਂ ਝੱਟ ਦੇਣੇ ਲੁਧਿਆਣੇ ਤੱਕ ਪੁੱਜਣ ਲਈ ਉਸ 'ਚ ਹੀ ਚੜ੍ਹ ਗਏ। ਧੁੰਦ ਵੀ ਇੰਨੀ ਸੀ, ਹੱਥ ਨੂੰ ਹੱਥ ਨਜ਼ਰ ਨਹੀਂ ਸੀ ਆ ਰਿਹਾ, ਪਰ ਗੱਡੀ ਦਾ ਡਰਾਈਵਰ ਆਪਣੇ ਕੰਮ 'ਚ ਇੰਨਾ ਮਾਹਰ ਸੀ ਕਿ ਉਹ ਪੂਰੀ ਤੇਜ਼ ਗਤੀ ਨਾਲ ਗੱਡੀ ਨੂੰ ਭਜਾਈ ਜਾ ਰਿਹਾ ਸੀ। ਸਾਰੇ ਰਾਹ ਸਾਨੂੰ ਕਿਤੇ ਵੀ ਨਹੀਂ ਲੱਗਾ ਕਿ ਉਹਨੇ ਕਿਸੇ ਜਗ੍ਹਾ ਤੇ ਵੀ ਗੱਡੀ ਨੂੰ ਗਲਤ ਚਲਾਇਆ। ਲੁਧਿਆਣੇ ਤੋਂ ਚੰਡੀਗੜ੍ਹ ਵਾਲੀ ਸਿੱਧੀ ਬੱਸ ਮਿਲ ਗਈ। ਅਸੀਂ ਠੀਕ 9:30 ਵਜੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ ਅੱਗੇ ਖੜੇ ਸੀ। ਪੌੜੀਆਂ ਚੜ੍ਹ ਕੇ ਅਸੀਂ ਇੱਕ ਚੌਕੀਦਾਰ ਤੋਂ ਸਬੰਧਤ ਕਮਰੇ ਬਾਰੇ ਪੁੱਛਿਆ ਤੇ ਸਿੱਧਾ ਉਸ 'ਚ ਚਲੇ ਗਏ। ਮੈਂ ਉੱਥੇ ਬੈਠੇ ਕਲਰਕ ਨੂੰ ਆਪਣੀ ਤਰੀਕ ਬਾਰੇ ਦੱਸਿਆ ਤੇ ਕਮਿਸ਼ਨ ਦੁਆਰਾ ਭੇਜੇ ਕਾਗਜ਼ ਉਹਨੂੰ ਫੜਾ ਦਿੱਤੇ। ਉਹਨੇ ਸਾਡੇ ਕੇਸ ਦਾ ਨੰਬਰ ਕੰਪਿਊਟਰ 'ਚ ਭਰਿਆ। ਤੁਰੰਤ ਸਾਨੂੰ ਅਗਲੀ ਤਰੀਕ ਵੀ ਦੇ ਦਿੱਤੀ। ਮੈਂ ਤੇ ਅਮਰਿੰਦਰ ਇੱਕ ਦੂਜੇ ਦੇ ਮੂੰਹ ਵੱਲ ਬੜੀ ਹੈਰਾਨੀ ਨਾਲ ਝਾਕੇ। ਮੇਰੇ ਮਨ 'ਚ ਇੱਕ ਗੱਲ ਤੁਰੰਤ ਹੀ ਖਟਕੀ, ਲੈ ਇੱਥੇ ਵੀ ਤਰੀਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਹਿੰਮਤ ਇਕੱਠੀ ਕਰਕੇ ਉਸ ਕਲਰਕ ਨੂੰ ਆਖਿਆ, ਸਰ ਬੜੀ ਦੂਰੋਂ ਆਏ ਹਾਂ, ਅਸੀਂ ਤਾਂ ਆਪਣਾ ਸਾਰਾ ਕੇਸ ਤੇ ਸਬੂਤ ਲੈ ਕੇ ਆਏ ਸੀ। ਪਲੀਜ਼ ਜੀ ਅੱਜ ਵੱਡੇ ਸਰ ਨਾਲ ਸਾਡੀ ਗੱਲ ਕਰਵਾ ਦਿਓ ਤਾਂ ਕਿ ਸਾਡਾ ਹੋਰ ਗੇੜਾ ਨਾ ਲੱਗੇ। ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਤੇ ਸਾਰਾ ਮਾਮਲਾ ਸਮਝਾਉਣਾ ਚਾਹੁੰਦੇ ਹਾਂ। ਗੱਲ ਇਹ ਹੈ ਕਿ ਤੁਹਾਡਾ ਕੇਸ ਜਿਸ ਜੱਜ ਸਾਹਿਬ ਦੇ ਲੱਗਾ ਹੋਇਆ ਹੈ ਉਹ ਅੱਜ ਛੁੱਟੀ ਤੇ ਹੈ। ਤੁਸੀਂ ਇੰਜ ਕਰੋ, ਇਹ ਫਾਈਲ ਮੈਨੂੰ ਜਮ੍ਹਾਂ ਕਰਵਾ ਦਿਓ। ਜੱਜ ਸਾਹਿਬ ਆਉਣਗੇ ਮੈਂ ਉਹਨਾਂ ਦੇ ਅੱਗੇ ਪੇਸ਼ ਕਰ ਦੇਵਾਂਗਾ। ਉਹਦੇ ਬੋਲਣ ਦਾ ਸਲੀਕਾ ਇੰਨਾ ਵਧੀਆ ਸੀ ਕਿ ਮੈਂ ਚਾਹ ਕੇ ਉਹਨੂੰ ਨਾ ਨਹੀਂ ਕਰ ਸਕਿਆ। ਮੈਂ ਹੱਥ 'ਚ ਫੜੀ ਫਾਈਲ ਤੇ CD ਉਹਦੇ ਹਵਾਲੇ ਕਰਤੀ। ਅੱਗੇ ਤੋਂ ਤੁਸੀਂ ਖੁਦ ਨਾ ਆਇਆ ਕਰੋ। ਜੇਕਰ ਤੁਸੀਂ ਕੋਈ ਹੋਰ ਦਸਤਾਵੇਜ਼ ਭੇਜਣੇ ਹੋਏ ਤਾਂ ਰਜਿਸਟਰੀ ਰਾਹੀਂ ਭੇਜ ਦਿਆ ਜੀ। ਉਹਨੇ ਇੰਨੇ ਪਿਆਰ ਨਾਲ ਆਖਿਆ ਜਿਵੇਂ ਉਹਨੂੰ ਇੰਨੀ ਠੰਡ ਵਿੱਚ ਸਾਡੇ ਉੱਥੇ ਜਾਣ ਤੇ ਬੇਰੰਗ ਵਾਪਸ ਮੁੜਨ ਦਾ ਅਫਸੋਸ ਹੋ ਰਿਹਾ ਸੀ। ਅਸੀਂ ਉਹਦਾ ਧੰਨਵਾਦ ਕਰਕੇ ਬਾਹਰ ਆ ਗਏ। ਪੌੜੀਆਂ ਉਤਰਦੇ ਸਮੇਂ ਅਮਰਿੰਦਰ ਨੇ ਆਪਣੇ ਮਨ ਦੀ ਸ਼ੰਕਾ ਜ਼ਾਹਰ ਕੀਤੀ, ਯਾਰ ਇਹਦਾ ਕੀ ਪਤਾ ਆਪਣੀ ਫਾਈਲ ਪੇਸ਼ ਕਰੇਗਾ ਵੀ ਕਿ ਨਹੀਂ। ਆਪਾਂ ਸਾਰੇ ਸਬੂਤ ਬਿਨਾਂ ਕੋਈ ਰਸੀਦ ਪ੍ਰਾਪਤ ਕੀਤੇ ਇਹਨੂੰ ਫੜਾ ਦਿੱਤੇ। ਇੱਕ ਵਾਰ ਤਾਂ ਮੇਰੇ ਮਨ ਨੂੰ ਵੀ ਇਹ ਚਿੰਤਾ ਹੋ ਗਈ ਤੇ ਮੈਂ ਕੁਝ ਪਲ ਚੁੱਪ ਹੋ ਗਿਆ। ਫਿਰ ਮੈਂ ਆਪਣੀ ਸਮਝ ਤੇ ਸੋਚ ਮੁਤਾਬਕ ਉਹਨੂੰ ਜਵਾਬ ਦਿੱਤਾ, ਨਹੀਂ ਯਾਰ ਇਹਨੂੰ ਕੀ ਮਿਲਣਾ ਆਪਣੀ ਫਾਈਲ ਦੱਬ ਕੇ। ਨਾਲੇ ਜੇ ਇੰਜ ਕਰਨ ਲੱਗ ਪਏ ਤੇ ਇਹਨਾਂ ਤੇ ਯਕੀਨ ਕੌਣ ਕਰੇਗਾ। ਇਹਨਾਂ ਦੀਆਂ ਨੌਕਰੀਆਂ ਵੀ ਤਾਂ ਸਲਾਮਤ ਨੇ। ਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਚਾਹੁੰਦੇ ਹੋਣਗੇ ਕਿਸੇ ਨਾ ਕਿਸੇ ਤਰ੍ਹਾਂ ਇਹ ਮਾਮਲੇ ਉਪਜਦੇ ਰਹਿਣ, ਲੋਕ ਸਾਡੇ ਕੋਲ ਆਉਣ ਤੇ ਇਹਨਾਂ ਦੀਆਂ ਨੌਕਰੀਆਂ ਬਚੀਆਂ ਰਹਿਣ। ਚਲੋ ਇੱਕ ਗੱਲ ਤਾਂ ਠੀਕ ਹੋ ਗਈ ਵੀ ਆਪਾਂ ਆਪਣੇ ਦਸਤਾਵੇਜ਼ਾਂ ਵਾਲੀ ਸੂਚੀ 'ਚ ਸਭ ਕੁਝ ਦਰਜ ਕੀਤਾ ਹੋਇਆ। ਕਲਰਕ ਜਦ ਵੀ ਇਹ ਫਾਈਲ ਜੱਜ ਅੱਗੇ ਪੇਸ਼ ਕਰੇਗਾ ਤੇ ਸੂਚੀ ਅਨੁਸਾਰ ਉਹਨਾਂ ਦਸਤਾਵੇਜ਼ਾਂ ਦੀ ਮੰਗ ਕਰੇਗਾ। ਅਮਰਿੰਦਰ ਨੇ ਕੁਝ ਸੋਚ ਕੇ ਆਖਿਆ। ਉਹਦੀ ਇਸ ਗੱਲ ਨਾਲ ਮੈਨੂੰ ਹੌਸਲਾ ਹੋ ਗਿਆ। ਇੱਕ ਚਾਹ ਵਾਲੀ ਦੁਕਾਨ ਤੇ ਬੈਠ ਕੇ ਅਸੀਂ ਘਰੋਂ ਲਿਆਂਦੇ ਪਰੌਂਠੇ ਖਾਧੇ। ਘਰ ਵਾਲੀ ਨੂੰ ਵਾਪਸੀ ਕਰਤੀ ਤੇ ਘਰ ਵੱਲ ਨੂੰ ਵਾਪਸੀ ਕਰਤੀ। ਆਪਣੇ ਘਰਦਿਆਂ ਨੂੰ ਹੌਸਲਾ ਦੇਣ ਲਈ ਮੈਂ ਫੋਨ ਤੇ ਬੜੇ ਝੂਠ ਮਾਰੇ ਬਈ ਕਮਿਸ਼ਨ ਵਾਲੇ ਸਾਡੇ ਨਾਲ ਬੜੇ ਵਧੀਆ ਢੰਗ ਨਾਲ ਪੇਸ਼ ਆਏ। ਜਦ ਉਹਨਾਂ ਨੇ ਸਾਡੇ ਪੇਸ਼ ਕੀਤੇ ਸਬੂਤ ਵੇਖੇ, ਉਹਨਾਂ ਕਿਹਾ ਤੁਸੀਂ ਫਿਕਰ ਨਾ ਕਰੋ, ਤਕਲੇ ਵਾਂਗ ਸਿੱਧੇ ਕਰਕੇ ਵਿਖਾਵਾਂਗੇ ਇਹੋ ਜਿਹੇ ਪੁਲਸੀਆਂ ਨੂੰ। ਬੇਫਿਕਰ ਹੋ ਜਾਓ, ਇਹ ਤਾਂ ਅੱਖ 'ਚ ਪਾਈ ਨਹੀਂ ਰੜਕਣੇ, ਵੇਖੀ ਜਾਇਓ ਇਹਨਾਂ ਦੀ ਕੀ ਹਾਲਤ ਹੁੰਦੀ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਘਰ ਦੇ ਮੇਰੇ ਕੇਸ ਪ੍ਰਤੀ ਹੋਰ ਚਿੰਤਤ ਹੋਣ। ਮੈਂ ਉਹਨਾਂ ਦੀ ਆਸ ਦੀ ਕਿਰਨ ਜਗਾਈ ਰੱਖਣਾ ਚਾਹੁੰਦਾ ਸੀ ਕਿਉਂਕਿ ਮੈਂ ਇੱਕ ਕਿਤਾਬ 'ਚ ਨਿਹੰਗ ਸਿੰਘਾਂ ਦੇ ਕਿਰਦਾਰ ਤੇ ਉਹਨਾਂ ਦੀ ਯੁੱਧ ਕਲਾ ਬਾਰੇ ਪੜ੍ਹ ਰਿਹਾ ਸੀ ਕਿ ਉਹ ਮਾੜੀਆਂ ਤੇ ਵਿਰੋਧੀ ਹਾਲਤਾਂ ਵਿੱਚ ਵੀ ਢਿੱਲੀ ਗੱਲ ਨਹੀਂ ਕਰਦੇ। ਉਹ ਆਪਣੀ ਫੌਜ ਨੂੰ ਹੌਸਲਾ ਦੇਣ ਲਈ ਵਿਰੋਧੀ ਧਿਰ ਨੂੰ ਕੀੜੇ ਮਕੌੜੇ ਤੇ ਆਪਣੀ ਥੋੜ੍ਹੀ ਜਿਹੀ ਤਾਕਤ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਦਿੰਦੇ ਆ। ਬਹੁਤੀਆਂ ਲੜਾਈਆਂ ਤਾਂ ਉਹਨਾਂ ਨੇ ਆਪਣੇ ਹੌਸਲੇ ਤੇ ਸਿਦਕ ਦੇ ਸਿਰ ਤੇ ਹੀ ਜਿੱਤੀਆਂ। ਇਸ ਲਈ ਮੈਂ ਅਮਰਿੰਦਰ ਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਘਰ ਜਾ ਕੇ ਕੋਈ ਵੀ ਜਿਹੀ ਢਿੱਲੀ ਗੱਲ ਨਹੀਂ ਕਰਨੀ ਜਿਸ ਨਾਲ ਇਹ ਲੱਗੇ ਕਿ ਆਪਣਾ ਕੇਸ ਕਿਸੇ ਨੇ ਵੀ ਨਹੀਂ ਸੁਣਿਆ। ਮੇਰੇ ਲੱਖ ਚਾਹੁਣ ਤੇ ਟਾਲਣ ਦੇ ਬਾਵਜੂਦ ਮੇਰਾ ਚੰਡੀਗੜ੍ਹ ਦਾ ਗੇੜਾ ਲੱਗ ਚੁੱਕਾ ਸੀ। ਮੈਂ ਆਪਣੇ ਮਨ ਹੀ ਮਨ 'ਚ ਫੈਸਲਾ ਕਰ ਲਿਆ ਕਿ ਜਦ ਮੇਰੀ ਇੰਨੀ ਭਕਾਈ ਹੋ ਹੀ ਚੁੱਕੀ ਹੈ ਤਾਂ ਹੁਣ 181 ਨੰਬਰ ਤੇ ਫੋਨ ਕਰਕੇ ਲੱਗਦੇ ਹੱਥ ਦੂਜੀ ਧਿਰ ਨੂੰ ਵੀ ਸਬਕ ਸਿਖਾ ਹੀ ਦੇਣਾ ਚਾਹੀਦਾ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਰਿਹਾ ਸੀ ਕਿ ਫਿਰ ਮਨ 'ਚ ਆਉਣ ਲੱਗ ਪਿਆ ਕਿ ਚਲੋ ਆਪਣੀ ਤਾਂ ਜਿਹੜੀ ਭੱਜ ਨੱਠ ਤੇ ਕੁੱਤੇ ਭਕਾਈ ਹੋਣੀ ਸੀ ਉਹ ਤਾਂ ਹੁਣ ਹੋ ਗਈ, ਪਰ ਤੈਨੂੰ ਉਹਨਾਂ ਦੀ ਨੌਕਰੀ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੀਦਾ। ਮੈਂ ਕਿਸ ਤਰ੍ਹਾਂ ਸੋਚ ਰਿਹਾ ਸੀ, ਚਾਹ ਕੇ ਵੀ ਮੈਂ ਆਪਣੇ ਅੰਦਰੋਂ ਆਦਮੀਅਤ ਨੂੰ ਮਾਰ ਨਹੀਂ ਸੀ ਸਕਿਆ। ਅੰਗ 22ਵਾਂ। ਅਦਾਲਤ ਤੇ ADC ਦੀਆਂ ਤਰੀਕਾਂ ਅਜੇ ਵੀ ਪਈ ਜਾ ਰਹੀਆਂ ਸੀ। ਹਰ ਵਾਰ ਮੈਂ ਤੇ ਮੇਰਾ ਵਕੀਲ ਇਕੱਲੇ ਜੱਜ ਸਾਹਮਣੇ ਪੇਸ਼ ਹੁੰਦੇ ਸੀ ਤੇ ਦੂਜੀ ਧਿਰ ਦਾ ਮੁਨਸ਼ੀ ਆ ਕੇ ਅਗਲੀ ਤਰੀਕ ਦੀ ਬੇਨਤੀ ਕਰ ਦਿੰਦਾ ਸੀ। ਜੱਜ ਅਗਲੀ ਤਰੀਕ ਪਾ ਦਿੰਦੇ ਸੀ। ਦੂਜੇ ਪਾਸੇ ADC ਦਾ ਰੀਡਰ ਕੋਈ ਨਾ ਕੋਈ ਨਵਾਂ ਬਹਾਨਾ ਘੜ ਕੇ ਬੜੇ ਪਿਆਰ ਨਾਲ ਪਹਿਲਾਂ ਵਾਂਗੀ ਮਿੱਠੀ ਗੋਲੀ ਦੇ ਕੇ ਤੋਰ ਦਿੰਦਾ, ਬਸ ਅਗਲੀ ਤਰੀਕ ਤੇ ਤੇਰੇ ਵਾਲਾ ਕੰਡਾ ਕੱਢ ਹੀ ਦੇਣਾ। ਰੀਡਰ ਨੂੰ ਪਾਈਆਂ ਗਈਆਂ ਸਿਫਾਰਸ਼ਾਂ ਨਾਲ ਵੀ ਮਸਲਾ ਹੱਲ ਨਹੀਂ ਸੀ ਹੋ ਰਿਹਾ। ਉਹ ਮੇਰੇ ਹਰ ਸਿਫਾਰਸ਼ੀ ਨੂੰ ਹਾਂਜੀ ਹਾਂਜੀ ਆਖ ਕੇ ਟਾਲ ਦਿੰਦਾ ਸੀ।
ਉਹ ਆਖਾਂ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਵਾਲੀ ਕਹਾਵਤ ਨੂੰ ਸੱਚ ਕਰ ਰਿਹਾ ਸੀ। ਫਿਰ ਸਾਨੂੰ ਇਹ ਵੀ ਲੱਗਦਾ ਕਿ ਇਹਨੂੰ ਜ਼ਰੂਰ ਹੀ ਪੁਲਿਸ ਵਾਲਿਆਂ ਨੇ ਡਰਾਇਆ ਹੋਣਾ। ਇਹ ਤਾਂ ਨਿੱਤ ਦੇ ਚੋਰ ਹੁੰਦੇ ਆ, ਇਹਨਾਂ ਨੇ ਆਪਣੇ ਰਾਖੇ ਕੁੱਤਿਆਂ ਨਾਲ ਵਿਗਾੜ ਕੇ ਕੀ ਲੈਣਾ। ਮੌਸਮ 'ਚ ਪਹਿਲਾਂ ਵਾਲੀ ਠੰਡਕ ਖਤਮ ਹੁੰਦੀ ਜਾ ਰਹੀ ਸੀ ਤੇ ਗਰਮੀ ਨੇ ਕੁਦਰਤ ਦੇ ਦੁਆਰ ਤੇ ਆਪਣੀ ਦਸਤਕ ਦੇਣੀ ਸ਼ੁਰੂ ਕਰਤੀ। ਮੈਂ ਇੱਕ ਹੌਸਲੇ ਵਿੱਚ ਤਾਂ ਸੀ ਕਿ ਦੂਜੀ ਧਿਰ ਕੋਲ ਮੇਰੇ ਵਿਰੁੱਧ ਹੋਰ ਕੁਝ ਕਰਨ ਨੂੰ ਹੁੰਦਾ ਤਾਂ ਉਹਨਾਂ ਨੂੰ ਹੁਣ ਤੱਕ ਉਹ ਸਭ ਕੁਝ ਕਰ ਦੇਣਾ ਸੀ। ਸ਼ਾਇਦ ਹੁਣ ਉਹਨਾਂ ਦੀ ਹਥਿਆਰ ਸੁੱਟਣ ਦੀ ਨੌਬਤ ਆ ਚੁੱਕੀ ਸੀ। ਦੂਜੀ ਧਿਰ ਆਪਣੇ ਗਵਾਹ ਤੇ ਸਬੂਤ ਪੇਸ਼ ਕਰਨ ਵਾਲੀਆਂ ਸਾਰੀਆਂ ਬਣਦੀਆਂ ਤਰੀਕਾਂ ਲੈ ਚੁੱਕੀ ਸੀ। ਮੈਨੂੰ ਉਮੀਦ ਸੀ ਕਿ ਅਗਲੀ ਤਰੀਕ ਤੇ ਮੇਰੇ ਕੇਸ 'ਚ ਕੋਈ ਨਾ ਕੋਈ ਫੈਸਲਾ ਕੁੰਨ ਮੋੜ ਜ਼ਰੂਰ ਹੀ ਆਏਗਾ। ਮਿੱਥੀ ਤਰੀਕ ਵਾਲੇ ਦਿਨ ਮੈਂ ਤੇ ਮੇਰਾ ਵਕੀਲ ਪੂਰੀ ਤਿਆਰੀ ਨਾਲ ਅਦਾਲਤ 'ਚ ਪੁੱਜ ਗਏ। ਦੂਜੀ ਧਿਰ ਵੱਲੋਂ ਵਕੀਲ ਦੀ ਜਗ੍ਹਾ ਮੁਨਸ਼ੀ ਆ ਕੇ ਹਾਜ਼ਰ ਹੋਇਆ। ਉਹਨੇ ਅਗਲੀ ਤਰੀਕ ਦੀ ਮੰਗ ਕੀਤੀ। ਮੇਰੇ ਵਕੀਲ ਨੇ ਇਹਦਾ ਡਟਵਾਂ ਵਿਰੋਧ ਕੀਤਾ ਤੇ ਹੋਰ ਤਰੀਕ ਨਾ ਪਾਉਣ ਬਾਰੇ ਆਖਣ ਲੱਗਾ। ਜੱਜ ਵੀ ਇੱਕਦਮ ਸੋਚਾਂ 'ਚ ਪੈ ਗਈ ਸੀ। ਮੇਰੇ ਵਕੀਲ ਨੇ ਜੱਜ ਨੂੰ ਦੱਸਿਆ ਕਿ ਇਹ ਕੇਸ ਜਾਣਬੁੱਝ ਕੇ ਸਾਨੂੰ ਖਰਾਬ ਕਰਨ ਲਈ ਹੀ ਕੀਤਾ ਗਿਆ। ਕੇਸ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ ਤੇ ਇਸ ਲਈ ਗਵਾਹੀ ਦਾ ਹੋਰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਜੱਜ ਕੁਝ ਕੁ ਦੇਰ ਤੱਕ ਸੋਚ ਪਈ ਰਹੀ ਤੇ ਫਿਰ ਅੰਤ ਉਹਨੇ ਆਖ ਦਿੱਤਾ, ਦੋਵੇਂ ਧਿਰਾਂ ਹੀ ਕੇਸ ਨੂੰ ਅੱਗੇ ਵਧਾਉਣ ਤੋਂ ਅਸਮਰਥ ਰਹੀਆਂ ਹਨ, ਇਸ ਲਈ ਦੋਵਾਂ ਧਿਰਾਂ ਨੂੰ 300 ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ। ਗਵਾਹੀਆਂ ਲਈ ਅਗਲੀ ਤਾਰੀਖ ਆਖਰੀ ਤਰੀਕ ਹੋਏਗੀ। ਹੁਕਮ ਸੁਣ ਕੇ ਅਸੀਂ ਜੱਜ ਦੇ ਕਮਰੇ 'ਚ ਬਾਹਰ ਆ ਗਏ। ਮੇਰੇ ਦਿਲ 'ਚ ਗੁੱਸੇ ਦਾ ਲਾਵਾ ਫੁੱਟ ਪਿਆ ਕਿ ਜਦ ਕਾਨੂੰਨੀ ਤੌਰ ਤੇ ਸਾਡੀਆਂ ਗਵਾਹੀਆਂ ਪੇਸ਼ ਕਰਨ ਦੀ ਵਾਰੀ ਆਈ ਹੀ ਨਹੀਂ ਤਾਂ ਅਸੀਂ ਆਪਣੇ ਗਵਾਹਾਂ ਨੂੰ ਅਦਾਲਤ 'ਚ ਲਿਆ ਕੇ ਪਰੇਸ਼ਾਨ ਕਿਉਂ ਕਰੀਏ। ਜਦ ਸਾਡੀ ਗਵਾਹੀ ਦੀ ਵਾਰੀ ਆਏਗੀ ਅਸੀਂ ਪੇਸ਼ ਕਰ ਦਾਂਗੇ। ਪਰ ਜੱਜ ਨੇ ਸਾਡੇ ਤੇ ਵੀ ਕੇਸ ਨੂੰ ਅੱਗੇ ਨਾ ਵਧਾਉਣ ਦਾ ਇਲਜ਼ਾਮ ਮੜ ਦਿੱਤਾ ਸੀ। ਅਜਿਹਾ ਕਿਉਂ? ਜਦ ਮੈਂ ਹਰ ਤਰੀਕ ਤੇ ਹਾਜ਼ਰ ਹੋ ਸਕਦਾ ਸੀ ਤਾਂ ਮੈਂ ਆਪਣੇ ਗਵਾਹ ਵੀ ਭੁਗਤਾ ਸਕਦਾ ਸੀ। ਅਸਲ 'ਚ ਦੋਸ਼ੀ ਤਾਂ ਦੂਜੀ ਧਿਰ ਸੀ ਜਿਹੜੀ ਕਿ ਕਦੇ ਵੀ ਕਿਸੇ ਤਰੀਕ ਤੇ ਹਾਜ਼ਰ ਨਹੀਂ ਹੋਈ ਸੀ। ਉਹਨਾਂ ਦੀ ਬਾਰ-ਬਾਰ ਬੇਨਤੀ ਤੇ ਹੀ ਜੱਜ ਤਰੀਕ ਤੋਂ ਤਰੀਕ ਪਾਈ ਜਾ ਰਹੇ ਸੀ। ਬੇਸ਼ੱਕ ਇਹ ਰਕਮ ਬਹੁਤ ਨਿਗਮੂਨੀ ਸੀ ਪਰ ਮੈਨੂੰ ਆਪਣੇ ਤੇ ਲੱਗੇ ਇਸ ਜੁਰਮਾਨੇ ਦਾ ਬੜਾ ਹੀ ਦੁੱਖ ਹੋ ਰਿਹਾ ਸੀ ਤੇ ਜੱਜ ਤੇ ਗੁੱਸਾ ਵੀ ਆ ਰਿਹਾ ਸੀ। ਮੇਰੇ ਮਨ ਨੂੰ ਲੱਗਣ ਲੱਗ ਪਿਆ ਵਾਕਈ ਜੱਜ ਬੜੀ ਅਹਿਮਕ ਹੈ ਜਿਹੜਾ ਉਹਨੂੰ ਹਰ ਤਰੀਕ ਤੇ ਹਾਜ਼ਰ ਹੋਇਆ ਬੰਦਾ ਦਿਸਿਆ ਤੱਕ ਨਹੀਂ ਸੀ। ਉਹਨੇ ਮੈਨੂੰ ਵੀ ਦੂਜੀ ਧਿਰ ਦੇ ਬਰਾਬਰ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ। ਮੈਂ ਆਪਣਾ ਇਹ ਸਾਰਾ ਗੁੱਸਾ ਵਕੀਲ ਨਾਲ ਵੀ ਸਾਂਝਾ ਕੀਤਾ। ਉਹ ਵੀ ਜੱਜ ਦੇ ਇਸ ਫੈਸਲੇ ਨਾਲ ਸਹਿਮਤ ਸੀ। ਫਿਰ ਮੈਨੂੰ ਹੌਸਲਾ ਦੇਣ ਦੀ ਖਾਤਰ ਆਖਣ ਲੱਗਾ, ਤੈਨੂੰ ਪਤਾ ਹੀ ਹੈ ਵਿਰੋਧੀ ਧਿਰ ਦਾ ਵਕੀਲ ਬਾਰ ਐਸੋਸੀਏਸ਼ਨ ਦਾ ਪ੍ਰਮੁੱਖ ਅਹੁਦੇਦਾਰ ਹੈ। ਸ਼ਾਇਦ ਜੱਜ ਨੇ ਉਹਦੇ ਨਾਰਾਜ਼ ਹੋ ਜਾਣ ਦੇ ਡਰ ਕਰਕੇ ਦੋਵਾਂ ਧਿਰਾਂ ਨੂੰ ਜੁਰਮਾਨਾ ਠੋਕਤਾ। ਜੱਜ ਤਾਂ ਉਹਦੀ ਇਕੱਲੀ ਪਾਰਟੀ ਨੂੰ ਹੀ ਜੁਰਮਾਨਾ ਕਰਨਾ ਚਾਹੁੰਦੀ ਹੋਏਗੀ ਪਰ ਉਹਨੂੰ ਆਪਣੇ ਵਿਰੁੱਧ ਕੋਈ ਹੜਤਾਲ ਚੇਤੇ ਆ ਗਈ ਹੋਣੀ ਹੈ। ਇਸ ਲਈ ਉਹਨੇ ਬਾਰ ਦੇ ਅਹੁਦੇਦਾਰ ਨੂੰ ਖੁਸ਼ ਕਰਨ ਲਈ ਆਪਾਂ ਨੂੰ ਵੀ ਬਰਾਬਰ ਦੇ ਭਾਗੀਦਾਰ ਬਣਾ ਕੇ ਜੁਰਮਾਨਾ ਕਰਤਾ। ਵਕੀਲ ਨੇ ਆਪਣੇ ਜਾਣੇ ਤਾਂ ਇਹ ਗੱਲ ਮੈਨੂੰ ਹੌਸਲਾ ਦੇਣ ਤੇ ਮੇਰਾ ਮਨ ਖਿਡਾਉਣ ਲਈ ਆਖੀ ਸੀ ਪਰ ਮੇਰਾ ਮੈਂ ਆਪੇ 'ਚ ਨਹੀਂ ਰਿਹਾ ਸੀ। ਮੇਰੇ ਦਿਮਾਗ 'ਚ ਆਉਣ ਲੱਗ ਪਿਆ ਜੇ ਜੱਜ ਇਸੇ ਤਰ੍ਹਾਂ ਹੀ ਬਾਰ ਦੇ ਵੱਡੇ ਅਹੁਦੇਦਾਰ ਤੋਂ ਡਰ ਕੇ ਫੈਸਲੇ ਦਿੰਦੀ ਰਹੀ ਤਾਂ ਉਹਨੇ ਆਪਣੀ ਕੁਰਸੀ ਬਚਾਉਣ ਦੀ ਖਾਤਰ ਇੱਕ ਦਿਨ ਮੇਰੇ ਖਿਲਾਫ ਵੀ ਫੈਸਲਾ ਸੁਣਾ ਦੇਣਾ। ਜੇ ਵਿਰੋਧੀ ਧਿਰ ਖਾਸ ਕਰਕੇ ਪੁਲਿਸ ਵਾਲਿਆਂ ਕੋਲ ਅਦਾਲਤ ਦੇ ਇਸ ਫੈਸਲੇ ਦੀ ਗਿੱਦੜ ਸਿੰਘੀ ਆ ਗਈ ਤਾਂ ਉਹਨਾਂ ਨੇ ਮੇਰਾ ਤਾਂ ਕੀ ਸਾਡੇ ਸਾਰੇ ਪਰਿਵਾਰ ਦਾ ਹੀ ਜਿਉਣਾ ਦੁੱਭਰ ਕਰਕੇ ਰੱਖ ਦੇਣਾ। ਇਸ ਤਰ੍ਹਾਂ ਦੇ ਕਈ ਮਾਮਲੇ ਉੱਤੋੜ ਉੱਤੀ ਮੇਰੇ ਜ਼ਿਹਨ 'ਚ ਘੁੰਮ ਗਏ। ਮੈਂ ਸਟੇ ਵਾਲੇ ਕੇਸ ਨੂੰ ਸੈਸ਼ਨ ਜੱਜ ਦੀ ਅਦਾਲਤ ਵਿੱਚ ਚੁਣੌਤੀ ਦੇ ਕੇ ਵੇਖ ਚੁੱਕਾ ਸੀ ਕਿ ਉੱਥੇ ਇਹੋ ਜਿਹੇ ਕੇਸਾਂ ਦੀਆਂ ਬੜੀਆਂ ਲੰਮੀਆਂ ਤਰੀਕਾਂ ਪੈਂਦੀਆਂ। ਇਸ ਲਈ ਜੇ ਇਸ ਜੱਜ ਨੇ ਦਬਾਅ 'ਚ ਆ ਕੇ ਮੇਰੇ ਵਿਰੁੱਧ ਫੈਸਲਾ ਸੁਣਾਤਾ ਤਾਂ ਮੇਰਾ ਅਦਾਲਤਾਂ 'ਚ ਜਾਣ ਦਾ ਸਮਾਂ ਆਪਣੇ ਆਪ ਹੀ 4-5 ਸਾਲ ਤੋਂ 7-8 ਸਾਲ ਤੱਕ ਵੱਧ ਜਾਣਾ ਸੀ। ਮੈਨੂੰ ਅਦਾਲਤ ਦੁਆਰਾ ਕੀਤਾ ਹੋਇਆ 300 ਰੁਪਏ ਦਾ ਨਿਹੱਕਾ ਜੁਰਮਾਨਾ ਆਪਣੇ ਕੇਸ ਦੇ ਖਰਚ ਕੀਤੇ ਜਾ ਰਹੇ ਹੋਰ ਹਜ਼ਾਰਾਂ ਰੁਪਈਆਂ ਤੋਂ ਵੀ ਵੱਧ ਚੁਭਣ ਲੱਗ ਪਿਆ ਸੀ। ਘਰ ਆ ਕੇ ਮੈਂ ਸਭ ਨੂੰ ਇਹੀ ਦੱਸਿਆ ਕਿ ਦੂਜੀ ਧਿਰ ਦੇ ਬਾਰ-ਬਾਰ ਤਰੀਕਾਂ ਮੰਗਣ ਕਾਰਨ ਗੁਰਨੇਕ ਨੂੰ ਜੁਰਮਾਨਾ ਹੋ ਗਿਆ ਤੇ ਮੈਂ ਆਪਣੇ ਆਪ ਨੂੰ ਜੁਰਮਾਨਾ ਹੋਣ ਦੀ ਗੱਲ ਕਿਸੇ ਨੂੰ ਦੱਸਣੀ ਤੱਕ ਇਹਦੀ ਭਾਫ ਵੀ ਨਹੀਂ ਸੀ ਨਿਕਲਣ ਦਿੱਤੀ। ਇੱਥੋਂ ਤੱਕ ਕਿ ਮੈਂ ਯਾਦਵਿੰਦਰ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ। ਸ਼ਾਇਦ ਇਹ ਮੇਰੀ ਗਲਤੀ ਸੀ ਕਿ ਜਿਸ ਬੰਦੇ ਨੇ ਮੇਰੇ ਕੇਸ ਦਾ ਇੱਕ ਸ਼ਬਦ ਆਪਣੇ ਹੱਥੀਂ ਲਿਖ ਕੇ ਇਸ ਮਾਮਲੇ ਨੂੰ ਸੰਜੀਵਨੀ ਬੂਟੀ ਦੇ ਕੇ ਜਿਉਂਦੀ ਹਾਲਤ 'ਚ ਕੀਤਾ ਸੀ ਮੈਂ ਉਹ ਤੋਂ ਵੀ ਲੁਕੋ ਰੱਖ ਰਿਹਾ ਸੀ। ਪਰ ਆਪਣੇ ਜਾਚੇ ਉਸ ਵੇਲੇ ਇਹਨੂੰ ਗੁਪਤ ਰੱਖਣਾ ਮੈਂ ਬਹੁਤ ਅਹਿਮ ਸਮਝਦਾ ਸੀ ਤਾਂ ਕਿ ਕਿਸੇ ਵੀ ਜੀਅ ਦਾ ਮਨੋਬਲ ਨਾ ਡੋਲ ਸਕੇ। ਆਪਣੀ ਇਸ ਨਵੀਂ ਹਾਰ ਦੇ ਗਮ ਵਿੱਚ ਸ਼ਾਮ ਨੂੰ ਮੈਂ ਬੋਤਲ ਕੱਢ ਲਈ। ਅੱਜ ਇਹਦੀਆਂ ਘੁੱਟਾਂ ਮੈਨੂੰ ਸਕੂਨ ਦੇਣ ਦੀ ਬਜਾਏ ਸਗੋਂ ਮੇਰੀ ਬੇਚੈਨੀ ਵਧਾ ਰਹੀਆਂ ਸਨ। ਆਪਣਾ ਹੱਕ 'ਚ ਜਾ ਰਿਹਾ ਮੁਕੱਦਮਾ ਬਾਰ ਐਸੋਸੀਏਸ਼ਨ ਦੇ ਇੱਕ ਵੱਡੇ ਅਹੁਦੇਦਾਰ ਕਰਕੇ ਹੀ ਹਾਰ ਜਾਣ ਦਾ ਡਰ ਮੈਨੂੰ ਵੱਢ ਕੇ ਖਾਣ ਲੱਗ ਪਿਆ। 100 ਸਿਆਣਾ ਇੱਕੋ ਮਤ ਦਾ ਖਿਆਲ ਵੀ ਮੈਨੂੰ ਆਪਣੀ ਕੀਤੀ ਹੋਈ ਅਣਗਹਿਲੀ ਕਾਰਨ ਸੋਚਣ ਲਈ ਮਜਬੂਰ ਕਰ ਰਿਹਾ ਸੀ। ਮੈਨੂੰ ਹਰ ਇੱਕ ਹਮਦਰਦ ਬੰਦੇ ਨੇ ਸਲਾਹ ਦਿੱਤੀ ਸੀ ਕਿ ਤੂੰ ਆਪਣਾ ਬੱਸ ਵਾਲਾ ਕੇਸ ਅੱਗੇ ਵਧਾਈ ਚੱਲ ਪਰ ਮੈਂ ਕਿਸੇ ਦਾ ਨੁਕਸਾਨ ਨਾ ਹੋ ਜਾਏ ਵਾਲੀ ਨੀਤੀ ਤੇ ਚੱਲਦਾ ਆ ਰਿਹਾ ਸੀ। ਅੱਜ ਮੈਨੂੰ ਆਪਣੀ ਇਸ ਨਰਮ ਗੋਸ਼ਾ ਨੀਤੀ ਤੇ ਬੜਾ ਹੀ ਗੁੱਸਾ ਆ ਰਿਹਾ ਸੀ।
ਮੇਰੇ ਮਨ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਜੇ ਸੱਚ ਬੋਲਾਂ ਮਾਂ ਮਾਰੇ ਜੁੱਤਾ, ਝੂਠ ਕਹਾਂ ਪਿਓ ਆਖੇ ਕੁੱਤਾ। ਲਾਲ ਪਰੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰਤਾ ਸੀ। ਮੈਂ ਆਪਣੇ ਸਾਰੇ ਕਾਗਜ਼ ਪੱਤਰ ਫਰੋਲ ਕੇ ਬੱਸ ਵਾਲੇ ਕੇਸ ਨਾਲ ਸੰਬੰਧਿਤ ਸਾਰੀਆਂ ਤਰੀਕਾਂ ਇੱਕ ਕਾਗਜ਼ ਤੇ ਲਿਖ ਲਈਆਂ। ਆਪਣੀ ਪੀਤੀ ਖਾਧੀ 'ਚ ਕੁਝ ਗਲਤ ਨਾ ਹੋ ਜਾਏ ਇਸ ਬਾਬਤ ਵੀ 2 ਮਿੰਟ ਅੱਖਾਂ ਮੀਟ ਕੇ ਦੁਬਾਰਾ ਵੀ ਸੋਚ ਲਿਆ, ਪਰ ਜਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਸਿਆਣਿਆਂ ਦੀ ਆਖੇ ਲੱਗਣ 'ਚ ਹੀ ਬੜੀ ਦੇਰ ਕਰ ਦਿੱਤੀ ਹੈ ਤੇ ਹੁਣ ਜਰਾ ਕੁ ਕਾਹਲੀ ਕਰਕੇ ਇਸ ਦੇਰ ਦੀ ਪ੍ਰਤੀਪੂਰਤੀ ਕਰ ਲੈਣੀ ਚਾਹੀਦੀ ਹੈ, ਤਾਂ ਮੇਰੀਆਂ ਉਂਗਲਾਂ ਨੇ ਆਪਣੇ ਆਪ ਹੀ 181 ਨੰਬਰ ਡਾਇਲ ਕਰਤਾ। ਓਪਰੇਟਰ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਫੋਨ ਕਰਨ ਲਈ ਧੰਨਵਾਦ ਕੀਤਾ ਤੇ ਆਪਣੀ ਤਕਲੀਫ ਦੱਸਣ ਲਈ ਆਖਿਆ। ਮੈਂ ਦੋਵਾਂ ਪੁਲਿਸ ਵਾਲਿਆਂ ਦੁਆਰਾ ਮੇਰੇ ਮਕਾਨ ਅੱਗੇ ਸਰਕਾਰੀ ਬੱਸ ਖੜੀ ਕਰਨ ਦੀ ਸ਼ਿਕਾਇਤ ਬਾਰੇ ਸਭ ਕੁਝ ਦੱਸਦਾ। ਆਪਣੀ ਭਾਸ਼ਾ ਤੋਂ ਓਪਰੇਟਰ ਮੈਨੂੰ ਬੜਾ ਹੀ ਤੇਜ਼ ਤਰਾਰ ਲੱਗਿਆ ਸੀ। ਉਹ ਆਖਣ ਲੱਗਾ, ਤੁਸੀਂ SSP ਨੂੰ ਸ਼ਿਕਾਇਤ ਕਰਨੀ ਸੀ। ਉਹ ਤਾਂ 7 ਮਹੀਨੇ ਪਹਿਲਾਂ ਹੀ ਕਰਤੀ ਸੀ, ਪਰ ਕਾਰਵਾਈ ਨਹੀਂ ਹੋਈ। ਮੈਂ ਦਲੀਲ ਨਾਲ ਆਖਿਆ, ਚਲੋ ਹੁਣ ਤਾਂ ਬੱਸ ਖੜਾਉਣੋਂ ਹਟ ਗਏ ਆ, ਅਜੇ ਵੀ ਖੜਾਉਂਦੇ ਨੇ। ਉਹਨੇ ਨਵਾਂ ਪੱਤਾ ਸੁੱਟਿਆ। ਨਹੀਂ ਜੀ, ਹੁਣ ਤਾਂ ਨਹੀਂ ਖੜਾਉਂਦੇ, ਹਟੇ ਵੀ ਸ਼ਿਕਾਇਤ ਕਰਨ ਤੋਂ ਬਾਅਦ ਹੀ ਹੈ, ਪਰ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋਈ। ਮੈਂ ਗੱਲ ਸਪਸ਼ਟ ਕਰਦਿਆਂ ਆਖਿਆ, ਹੁਣ ਜਦ ਬੱਸ ਤੁਹਾਡੇ ਬੂਹੇ ਅੱਗੇ ਖੜੀ ਨਹੀਂ ਰਹੀ ਤੇ ਫਿਰ ਅਸੀਂ ਕਿਸ ਚੀਜ਼ ਦੀ ਕਾਰਵਾਈ ਕਰੀਏ? ਉਹਨੇ ਮੈਨੂੰ ਪ੍ਰਸ਼ਨ ਕੀਤਾ। ਜਦੋਂ ਮੈਂ 6-7 ਮਹੀਨੇ ਪਹਿਲਾਂ ਤੁਹਾਡੇ ਵਿਭਾਗ ਨੂੰ ਇਸ ਸਭ ਬਾਰੇ ਜਾਣਕਾਰੀ ਦੇ ਚੁੱਕਾ ਸੀ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਸੀ, ਤੇ ਹੁਣ ਜਦ 3 ਮਹੀਨੇ ਪਹਿਲਾਂ ਜ਼ਿਲ੍ਹਾ ਮੁਖੀ ਨੂੰ ਪੱਤਰ ਪਾਇਆ ਤਾਂ ਜਾ ਕੇ ਉਹ ਹਟੇ ਹੈ ਤੇ ਉਹਨਾਂ ਵਿਰੁੱਧ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਧਾਰਾ ਲਾ ਕੇ ਕੇਸ ਦਰਜ ਕਰੋ। ਮੈਂ ਹਮਲਾਵਰ ਰੁੱਖ 'ਚ ਆਖਿਆ। 3 ਮਹੀਨੇ ਪਹਿਲਾਂ ਕੀਤੇ ਇਸ ਅਪਰਾਧ ਦਾ ਕੇਸ ਅਸੀਂ ਅੱਜ ਕਿਵੇਂ ਦਰਜ ਕਰ ਸਕਦੇ ਹਾਂ? ਓਪਰੇਟਰ ਨੇ ਨਵੀਂ ਚਾਲ ਚੱਲੀ। ਸਰ, ਇਹਦਾ ਮਤਲਬ ਤਾਂ ਇਹ ਹੋਇਆ ਕਿ ਮੈਂ ਜੇ 3 ਮਹੀਨੇ ਪਹਿਲਾਂ ਕੋਈ ਕਤਲ ਕੀਤਾ ਹੋਵੇ ਤਾਂ ਉਹਦਾ ਮੁਕੱਦਮਾ ਹੁਣ ਮੇਰੇ ਤੇ ਦਰਜ ਨਹੀਂ ਹੋ ਸਕਦਾ। ਜੇ ਕੋਈ ਮੌਕੇ ਤੇ ਫੜਿਆ ਜਾਂਦਾ ਉਹ ਉਹੀ ਦੋਸ਼ੀ ਹੁੰਦਾ, ਉਹ ਤੋਂ ਕੁਝ ਸਮਾਂ ਬਾਅਦ ਉਹ ਬਰੀ ਹੋ ਜਾਂਦਾ। ਮੈਂ ਨਸੀਹਤ ਦੇਣ ਦੇ ਅੰਦਾਜ਼ 'ਚ ਆਖਿਆ, ਇਹਦਾ ਕੀ ਸਬੂਤ ਹੈ ਕਿ ਤੁਹਾਡੇ ਦਰਵਾਜ਼ੇ ਅੱਗੇ ਬੱਸ ਖੜਾਉਂਦੇ ਸੀ? ਉਹਨੇ ਆਪਣੇ ਵੱਲੋਂ ਨਵਾਂ ਦਾਅ ਖੇਡਿਆ। ਸਰ, ਮੈਂ ਸਾਰੀਆਂ ਤਸਵੀਰਾਂ ਪੁਲਿਸ ਮੁਖੀ ਨੂੰ ਭੇਜੀਆਂ ਹੋਈਆਂ, ਉਹਨਾਂ ਦੀ ਵੀਡੀਓ ਵੀ ਮੇਰੇ ਕੋਲ ਹੈ। ਤੁਸੀਂ ਜਦ ਆਖੋਗੇ ਮੈਂ ਪੇਸ਼ ਕਰ ਦਿਆਂਗਾ। ਮੈਂ ਪੂਰੇ ਵਿਸ਼ਵਾਸ ਨਾਲ ਆਖਿਆ। ਮੇਰੀਆਂ ਦਲੇਰੀ ਭਰੀਆਂ ਠੋਸ ਗੱਲਾਂ ਤੋਂ ਡੋਲ ਗਿਆ ਤੇ ਬਚਾਅ 'ਚ ਆਖਣ ਲੱਗਾ, ਸਰ, ਇਹ ਮਾਮਲਾ ਗੰਭੀਰ ਹੈ। ਮੈਂ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਆਖ ਸਕਦਾ, ਇਸ ਲਈ ਕਿਰਪਾ ਕਰਕੇ ਤੁਸੀਂ ਲਾਈਨ ਤੇ ਬਣੇ ਰਹੋ, ਮੈਂ ਗੱਲ ਕਰਦਾ। ਆਖ ਕੇ ਉਹਨੇ ਫੋਨ ਹੋਲਡ ਤੇ ਲਾਤਾ। 2-3 ਮਿੰਟ ਬਾਅਦ ਹੀ ਮੈਂ ਉਕਤਾ ਗਿਆ ਤੇ ਮੈਂ ਆਪਣੇ ਹੱਥ ਨਾਲ ਗਲਾਸੀ 'ਚ ਕਾਫੀ ਸਾਰੀ ਦਾਰੂ ਪਾ ਕੇ ਥੋੜ੍ਹਾ ਜਿਹਾ ਪਾਣੀ ਵੀ ਪਾ ਲਿਆ। ਕੁਝ ਕੁ ਪਲਾਂ ਬਾਅਦ ਮੈਂ ਇੱਕ ਅੱਧੀ ਘੁੱਟ ਭਰ ਲੈਂਦਾ, ਫਿਰ ਦੂਜੇ ਪਾਸਿਓਂ ਆਉਣ ਵਾਲੀ ਆਵਾਜ਼ ਦੀ ਉਡੀਕ ਕਰਨ ਲੱਗ ਪੈਂਦਾ। 7-8 ਮਿੰਟ ਬਿਨਾਂ ਕੋਈ ਗੱਲ ਕੀਤੇ ਤੇ ਕਿਸੇ ਦੇ ਬੋਲਣ ਦੀ ਉਡੀਕ 'ਚ ਫੋਨ ਨੂੰ ਕੰਨ ਲਾਈ ਰੱਖਣਾ ਮੇਰੇ ਲਈ ਔਖਾ ਹੋਇਆ ਪਿਆ ਸੀ। ਮੇਰੀ ਭਰੀ ਗਲਾਸੀ ਥੱਲੇ ਲੱਗਣ ਹੀ ਵਾਲੀ ਸੀ ਕਿ ਓਪਰੇਟਰ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਉਹਨੇ ਮੈਨੂੰ ਸਾਫ਼ ਜਵਾਬ ਦੇ ਦਿੱਤਾ ਕਿ ਜਦ ਹੁਣ ਤੁਹਾਡੇ ਦਰਵਾਜ਼ੇ ਅੱਗੇ ਬੱਸ ਖੜ ਨਹੀਂ ਰਹੀ ਤਾਂ ਮਸਲਾ ਖਤਮ। ਉਹਦਾ ਜਵਾਬ ਸੁਣਦੇ ਹੀ ਮੈਨੂੰ ਦਾਰੂ ਦੇ ਨਸ਼ੇ ਦੇ ਨਾਲ ਗੁੱਸਾ ਵੀ ਚੜ੍ਹ ਗਿਆ। ਮੈਂ ਉਹਦੇ ਗਲ ਪੈ ਗਿਆ। ਯਾਰ, ਇਹਦਾ ਮਤਲਬ ਹੈ 3 ਮਹੀਨੇ ਪਹਿਲਾਂ ਕੀਤਾ ਅਪਰਾਧ ਨਹੀਂ ਹੈ। ਤੁਸੀਂ ਆਮ ਲੋਕਾਂ ਨੂੰ ਤਾਂ 10-10 ਸਾਲ ਪਹਿਲਾਂ ਕੀਤੀ ਚੋਰੀ ਦੇ ਕੇਸ 'ਚ ਲਿਆ ਕੇ ਵੀ ਪੁੱਠੇ ਟੰਗ ਲੈਂਦੇ ਹੋ। ਆਪਣੇ ਵਿਭਾਗ ਦੇ 2 ਮੁਲਾਜ਼ਮਾਂ ਨੂੰ ਬਚਾਉਣ ਦੀ ਖਾਤਰ ਆਖੀ ਜਾਂਦੇ ਹੋ ਕਿ ਹੁਣ ਤੁਹਾਡੇ ਦਰਵਾਜ਼ੇ ਮੂਹਰੇ ਬੱਸ ਨਹੀਂ ਖੜ ਰਹੀ। ਨਹੀਂ ਸਰ, ਮੇਰਾ ਮਤਲਬ ਇਹ ਹੈ ਕਿ ਜਦ ਤੁਹਾਡਾ ਮਸਲਾ ਹੱਲ ਹੋ ਗਿਆ ਤੇ ਬੱਸ ਤੁਹਾਡੇ ਬੂਹੇ ਅੱਗੇ ਖੜਨੋਂ ਬੰਦ ਹੋ ਗਈ ਹੈ ਤਾਂ ਹੁਣ ਤੁਹਾਨੂੰ ਕੀ ਸਮੱਸਿਆ ਹੈ? ਉਹ ਬਚਾਅ ਦੀ ਮੁਦਰਾ 'ਚ ਆ ਕੇ ਆਖਣ ਲੱਗਾ, ਸਮੱਸਿਆ ਹੈ, ਬੜੀ ਵੱਡੀ ਸਮੱਸਿਆ ਹੈ ਕਿ ਸਰਕਾਰੀ ਬੱਸ ਨੂੰ ਨਿੱਜੀ ਤੌਰ ਤੇ ਮੈਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਵਿਰੁੱਧ ਤੁਹਾਡਾ ਵਿਭਾਗ ਕਾਰਵਾਈ ਨਹੀਂ ਕਰ ਰਿਹਾ। ਜਦ ਮੈਂ 6-7 ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤਾਂ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਤੁਸੀਂ ਮੇਰਾ ਭਾਵ ਮਹਿਕਮਾ ਹੁਣ ਵੀ ਮੁੱਕਰ ਰਿਹਾ। ਕੱਲ ਨੂੰ ਉਹ ਮੇਰਾ ਕਤਲ ਕਰ ਦੇਣਗੇ ਤੇ ਤੁਸੀਂ 3 ਮਹੀਨੇ ਤੱਕ ਸੁੱਤੇ ਰਹੋਗੇ, ਫਿਰ ਆਖੋਗੇ ਹੁਣ ਤਾਂ ਕਤਲ ਨਹੀਂ ਕਰ ਰਿਹਾ। ਇਹਦਾ ਮਤਲਬ ਦੇਸ਼ 'ਚ 2 ਕਾਨੂੰਨ ਹੋ ਗਏ, ਪੁਲਿਸ ਵਾਲਿਆਂ ਲਈ ਵੱਖਰਾ ਤੇ ਆਮ ਲੋਕਾਂ ਲਈ ਹੋਰ। ਮੈਂ ਪੂਰੇ ਗੁੱਸੇ 'ਚ ਆਖਿਆ। ਨਹੀਂ ਸਰ, ਜਦ SSP ਸਾਹਿਬ ਨੇ ਤੁਹਾਡੀ ਸਮੱਸਿਆ ਹੱਲ ਕਰਤੀ ਹੈ ਤਾਂ ਫਿਰ ਤੁਹਾਡਾ ਸਾਨੂੰ ਸ਼ਿਕਾਇਤ ਕਰਨਾ ਬਣਦਾ ਹੀ ਨਹੀਂ ਸੀ। ਉਹ ਆਪਣਾ ਬਚਾਅ ਕਰਨ ਦੇ ਹਿਸਾਬ ਨਾਲ ਆਖ ਰਿਹਾ ਸੀ ਕਿ ਕਿਤੇ ਉਹਦੇ ਹੱਥੋਂ ਉਹਦੇ ਆਪਣੇ ਮਹਿਕਮੇ ਵਾਲੇ ਭਾਈਜਾਨ ਦਾ ਨੁਕਸਾਨ ਹੀ ਨਾ ਹੋ ਜਾਏ। ਮੈਂ ਉਹਨੂੰ ਬਿਨਾਂ ਵੇਖੇ ਉਹਦੇ ਮਨ ਦੀ ਹਾਲਤ ਨੂੰ ਮਹਿਸੂਸ ਕਰ ਰਿਹਾ ਸੀ ਕਿ ਸਹੁਰਿਆ, ਤੇਰਾ ਨਾਂ ਤਾਂ ਆਉਂਦਾ ਪਰ ਲੈਣਾ ਨਹੀਂ। ਉਹਦੀ ਬਚਾਅ ਵਾਲੀ ਸਥਿਤੀ ਨੂੰ ਭਾਂਪਦਿਆਂ ਮੈਂ ਉਹਨੂੰ ਫੇਰ ਪੈ ਨਿਕਲਿਆ। ਤੁਸੀਂ ਸਿੱਧੇ ਸ਼ਬਦਾਂ 'ਚ ਹੀ ਆਖਦੇ ਹੋ ਕਿ ਅਸੀਂ ਆਪਣੇ ਵਿਭਾਗ ਦੇ ਕਰਮਚਾਰੀਆਂ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰ ਸਕਦੇ। ਗੱਲ ਮੁੱਕੀ। ਐਵੇਂ ਕਿ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਹੋ। 181 ਨੰਬਰ ਤੇ ਤੁਹਾਡੀ ਹਰ ਸਮੱਸਿਆ ਦਾ ਹੱਲ ਹੋਏਗਾ। ਤੇ ਤੁਸੀਂ ਇਹ ਵੀ ਆਖ ਦਿਆ ਕਰੋ ਕਿ ਇੱਥੇ ਕਤਲ ਤੱਕ ਕਰ ਚੁੱਕੇ ਪੁਲਿਸੀਆਂ ਵਿਰੁੱਧ ਸ਼ਿਕਾਇਤ ਦਰਜ ਨਹੀਂ ਹੋਏਗੀ। ਘੱਟੋ ਘੱਟ ਤੁਹਾਡੇ ਮੁਲਾਜ਼ਮਾਂ ਦਾ ਵਿਸ਼ਵਾਸ ਸੀ ਇਸ ਹੈਲਪਲਾਈਨ ਤੇ ਬਣਿਆ ਰਹੇ। ਆਮ ਜਨਤਾ ਤਾਂ ਜਾਏ ਢੱਠੇ ਖੂਚ। ਮੈਂ ਬੋਲਦਿਆਂ ਇੰਨਾ ਜ਼ਿਆਦਾ ਹਮਲਾਵਰ ਹੋ ਗਿਆ ਕਿ ਓਪਰੇਟਰ ਨੂੰ ਕੋਈ ਗੱਲ ਔੜ ਨਹੀਂ ਸੀ ਰਹੀ। ਨਹੀਂ ਸਰ, ਇਹ ਹੈਲਪਲਾਈਨ ਤੁਹਾਡੀ ਸਹੂਲਤ ਲਈ ਹੈ। ਅਸੀਂ ਤੁਹਾਡੀ ਹਰ ਸਮੱਸਿਆ ਦੇ ਹੱਲ ਲਈ ਬੈਠੇ ਹਾਂ।
ਮੇਰੇ ਕਹਿਣ ਦਾ ਮਤਲਬ ਸੀ ਜਦ ਹੁਣ ਪੁਲਿਸ ਬਸ ਤੁਹਾਡੇ ਦਰਵਾਜ਼ੇ ਅੱਗੇ ਖੜ੍ਹਨ ਨੂੰ ਹਟ ਗਈ ਹੈ ਤਾਂ ਤੁਸੀਂ ਆਰਾਮ ਨਾਲ ਸੌਂ, ਹੁਣ ਤੁਹਾਨੂੰ ਕੁਝ ਵੀ ਨਹੀਂ ਆਖਣਗੇ। ਉਹ ਬੜੇ ਪਿਆਰ ਨਾਲ ਬੋਲਿਆ ਕਿ ਜਿਵੇਂ ਮੈਂ ਉਹਦੀ ਗੱਲ ਉਦੋਂ ਹੀ ਮੰਨ ਜਾਵਾਂਗਾ। ਠੀਕ ਹੈ ਸਰ, ਤੁਸੀਂ ਮੈਨੂੰ ਆਪਣੇ ਤੌਰ ਤੇ ਲਿਖਤੀ ਰੂਪ 'ਚ ਭੇਜ ਦਿਓ ਕਿ ਉਹ ਮੈਨੂੰ ਤੇ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਪਹੁੰਚਾਉਣਗੇ, ਤੇ ਜੇ ਇਹ ਹੁੰਦਾ ਹੈ ਤਾਂ ਪੁਲਿਸ ਮਹਿਕਮਾ ਇਸ ਲਈ ਪੂਰਨ ਰੂਪ 'ਚ ਜ਼ਿੰਮੇਵਾਰ ਹੋਏਗਾ। ਤੁਹਾਡੀ ਇਹ ਲਿਖਤ ਮਿਲਦੇ ਸਾਰੇ ਮੈਂ ਆਪਣੀਆਂ ਸਾਰੀਆਂ ਸ਼ਿਕਾਇਤਾਂ ਵਾਪਸ ਲੈ ਲਵਾਂਗਾ। ਮੈਂ ਨਵਾਂ ਪਤਾ ਸੁੱਟਿਆ। ਸਰ, ਤੁਸੀਂ ਪੜ੍ਹੇ ਲਿਖੇ ਹੋ, ਸਿਆਣੇ ਹੋ, ਅਸੀਂ ਇਸ ਤਰ੍ਹਾਂ ਦੀ ਲਿਖਤੀ ਜ਼ਿੰਮੇਵਾਰੀ ਕਿੰਝ ਲੈ ਸਕਦੇ ਹਾਂ? ਕੱਲ ਨੂੰ ਉਹ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਜਾਣ ਤਾਂ ਤੁਸੀਂ ਸਾਨੂੰ ਫੜਨ ਨੂੰ ਭੱਜੋਗੇ। ਉਹ ਪੂਰੀ ਤਰ੍ਹਾਂ ਆਪਣਾ ਬਚਾਅ ਕਰਨ ਲੱਗ ਪਿਆ। ਸਰ, ਜਦੋਂ ਤੁਸੀਂ ਆਪਣੇ ਮਹਿਕਮੇ ਦੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ ਤੇ ਮੈਂ ਉਹਨਾਂ ਤੇ ਕਿਵੇਂ ਯਕੀਨ ਕਰਾਂ ਕਿ ਉਹ ਭਵਿੱਖ 'ਚ ਮੈਨੂੰ ਨੁਕਸਾਨ ਨਹੀਂ ਪਹੁੰਚਾਉਣਗੇ? ਜਦ ਮੇਰੀ ਸ਼ਿਕਾਇਤ ਕਾਰਨ ਉਹਨਾਂ ਦੀ ਬੱਸ ਉੱਥੇ ਖੜ੍ਹਨੋਂ ਹਟ ਗਈ ਹੈ ਤਾਂ ਉਹਨਾਂ ਦੇ ਭਾਅ ਦਾ ਤਾਂ ਮੈਂ ਉਹਨਾਂ ਦਾ ਪੱਕਾ ਦੁਸ਼ਮਣ ਹਾਂ। ਜੇ ਇਸ ਕੇਸ 'ਚ ਉਹਨਾਂ ਨੂੰ ਸਜ਼ਾ ਨਾ ਮਿਲੀ ਤਾਂ ਬਦਲਾਖੋਰੀ ਵਜੋਂ ਹੋਰ ਵੀ ਵੱਡਾ ਅਪਰਾਧ ਕਰਨਗੇ। ਇਸ ਲਈ ਤੁਸੀਂ ਮੇਰੀ ਸ਼ਿਕਾਇਤ ਦਰਜ ਕਰੋ। ਮੈਂ ਉਹਨੂੰ ਪਹਿਲੀ ਗੱਲ ਸਮਝਾਉਣ ਵਾਂਗ ਤੇ ਪਿਛਲੀ ਗੱਲ ਹੁਕਮ ਦੇਣ ਵਾਂਗ ਆਖੀ। ਮੇਰੀਆਂ ਸੱਚੀਆਂ ਗੱਲਾਂ ਤੋਂ ਆਪਰੇਟਰ ਯਰਕ ਗਿਆ। ਉਹ ਆਪਣੀ ਮਹਿਕਮਾਨਾ ਭਾਸ਼ਾ 'ਚ ਬੋਲਣ ਲੱਗ ਪਿਆ। ਸਰ, ਮਲਕੀਤ ਸਿੰਘ ਤੇ ਜਪਨਾਮ ਸਿੰਘ ਆਪਣੇ ਤੁਹਾਡੇ ਦਰਵਾਜ਼ੇ ਅੱਗੇ ਸਰਕਾਰੀ ਬੱਸ ਖੜਾਉਂਦੇ ਹਨ, ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ। ਜ਼ਿਲ੍ਹਾ ਮੁਖੀ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹਾਂਜੀ, ਮੈਂ ਆਖਿਆ। ਉਹਨੇ ਕੁਝ ਹੋਰ ਸਵਾਲ ਵੀ ਕੀਤੇ ਜਿਨ੍ਹਾਂ ਦਾ ਮੈਂ ਮਾਕੂਲ ਉੱਤਰ ਦੇ ਦਿੱਤੇ। ਅੰਤ ਬੜੀ ਮੁਸ਼ਕਲ ਨਾਲ ਬੋਲਿਆ, ਤੁਹਾਡੀ ਸ਼ਿਕਾਇਤ ਦਰਜ ਕਰ ਦਿੱਤੀ ਗਈ ਹੈ, ਤੁਸੀਂ ਆਪਣੀ ਸ਼ਿਕਾਇਤ ਦਾ ਨੰਬਰ ਨੋਟ ਕਰ ਲਓ। ਉਹ ਨੰਬਰ ਬੋਲਣ ਲੱਗ ਪਿਆ। ਜਦ ਮੈਂ ਨੰਬਰ ਲਿਖ ਲਿਆ ਤਾਂ ਬੜੇ ਨਰਮ ਰੌਣ 'ਚ ਬੋਲਿਆ, ਪੁਲਿਸ ਹੈਲਪਲਾਈਨ ਨੰਬਰ ਉੱਤੇ ਕਾਲ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਫੋਨ ਕੱਟਿਆ ਜਾ ਚੁੱਕਾ ਸੀ। ਮੈਂ ਕਰੜਾ ਰਿਹਾ ਸੀ ਤੇ ਸ਼ਿਕਾਇਤ ਦਰਜ ਕਰਵਾ ਕੇ ਹੀ ਉਸ ਆਪਰੇਟਰ ਦਾ ਖਹਿੜਾ ਛੱਡਿਆ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਸੀ, ਪਰ ਮੈਨੂੰ ਇਸ ਹੈਲਪਲਾਈਨ ਨੰਬਰ ਦੀ ਅਸਲੀਅਤ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਮਾਨਸਿਕ ਬਣਤਰ ਦੀ ਵੀ ਸਮਝ ਲੱਗ ਗਈ ਸੀ। ਉਹਨਾਂ ਲਈ ਪੁਲਿਸ ਮੁਲਾਜ਼ਮਾਂ ਦੁਆਰਾ ਕੀਤਾ ਗਿਆ ਲੱਖਾਂ ਰੁਪਏ ਦੀ ਸਰਕਾਰੀ ਬੱਸ ਨੂੰ ਸਾਲਾਂ ਬੱਧੀ ਬੇਸੁਆਵਾਂ ਵਾਂਗ ਵਰਤਣ ਦਾ ਇੱਕ ਵੱਡਾ ਅਪਰਾਧ ਵੀ ਮਾਫ਼ ਕਰਨ ਯੋਗ ਹੁੰਦਾ ਹੈ। ਪਰ ਇੱਕ ਆਮ ਬੰਦੇ ਦੁਆਰਾ ਕਿਸੇ ਦੂਜੇ ਨਾਲ ਕੀਤੀ ਗਈ ਕੁਝ ਰੁਪਈਆਂ ਦੀ ਠੱਗੀ ਜਾਂ ਫਿਰ ਕਿਸੇ ਅਮਲੀ ਦੁਆਰਾ ਕਿਸੇ ਦਾ 500-400 ਦੀ ਕੀਮਤ ਦਾ ਖੋਇਆ ਹੋਇਆ ਮੋਬਾਈਲ ਬੜਾ ਹੀ ਵੱਡਾ ਤੇ ਸੰਗੀਨ ਜੁਰਮ ਲੱਗਦਾ ਹੁੰਦਾ ਹੈ। ਇਸੇ ਕਰਕੇ ਛੋਟੇ ਚੋਰਾਂ ਨੂੰ ਫੜ ਕੇ ਇਸ ਵਿਭਾਗ ਦੇ ਸਾਰੇ ਕਰਮਚਾਰੀ ਅਖਬਾਰਾਂ 'ਚ ਖਬਰਾਂ ਲਗਵਾ ਕੇ ਆਪਣੀ ਪਿੱਠ ਆ ਵੀ ਥਾਪੜਦੇ ਰਹਿੰਦੇ ਆ ਤੇ ਲੱਖਾਂ ਦੀ ਕੀਮਤ ਵਾਲੀ ਬੱਸ ਦੀ ਦੁਰਵਰਤੋਂ ਦਾ ਐਸਐਸਪੀ ਤੇ ਪੁਲਿਸ ਹੈਲਪਲਾਈਨ ਦੇ ਵੱਡੇ ਅਫਸਰਾਂ ਨੂੰ ਪਤਾ ਲੱਗ ਜਾਣ ਦੇ ਬਾਵਜੂਦ ਉਹ ਆਪਣੀ ਜ਼ੁਬਾਨ ਖੋਲ੍ਹਣੀ ਤਾਂ ਦੂਰ ਸ਼ਿਕਾਇਤਕਰਤਾ ਦੀ ਆਵਾਜ਼ ਨੂੰ ਦਬਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਜਾ ਰਹੇ ਸੀ। ਮੈਂ ਇਸ ਸਭ ਦੀ ਜਾਣਕਾਰੀ ਉਸ ਵੇਲੇ ਹੀ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਦੇਤੀ। ਉਹ ਗੰਭੀਰ ਜਿਹਾ ਹੋ ਕੇ ਆਖਣ ਲੱਗਾ, ਤੂੰ ਤਾਂ ਦੇਰੀ ਬੜੀ ਕਰਤੀ, ਹੁਣ ਤੱਕ ਤਾਂ ਤੇਰਾ ਮਸਲਾ ਨਿਬੜ ਜਾਣਾ ਚਾਹੀਦਾ ਸੀ, ਪਰ ਇਹ ਬਹੁਤ ਹੀ ਲਮਕ ਗਿਆ। ਸਰ, ਹੁਣ ਦੱਸੋ, ਮੈਂ ਤਾਂ ਨਹੀਂ ਉਹਨਾਂ ਦੇ ਘਰ ਜਾ ਕੇ ਆਖਣਾ ਕਿ ਮੇਰੇ ਨਾਲ ਸਮਝੌਤਾ ਕਰ ਲਓ। ਪਹਿਲ ਤਾਂ ਉਹਨਾਂ ਨੂੰ ਹੀ ਕਰਨੀ ਬਣਦੀ ਹੈ। ਮੈਂ ਤਾਂ ਇੱਕ ਵਾਰ ਪਹਿਲਾਂ ਹੀ ਮਲਕੀਤ ਨੂੰ ਬੁਲਾ ਕੇ ਆਖ ਦਿੱਤਾ ਸੀ ਕਿ ਮੇਰੇ ਹੱਥੋਂ ਆਪਣਾ ਨੁਕਸਾਨ ਨਾ ਕਰਾਓ। ਮੈਂ ਆਪਣੇ ਵੱਲੋਂ ਸਥਿਤੀ ਸਪਸ਼ਟ ਕੀਤੀ। ਯਾਰ, ਹੁਣ ਕੀ ਕਰ ਸਕਦੇ ਹਾਂ ਜਦ ਅਸੀਂ ਸਮਝਾ ਕੇ ਥੱਕ ਚੁੱਕੇ ਹਾਂ, ਪਰ ਉਹ ਸਮਝਦਾ ਹੀ ਨਹੀਂ। ਜਦੋਂ ਕਿਸੇ ਦੇ ਮਾੜੇ ਦਿਨ ਆਏ ਹੁੰਦੇ ਨੇ ਤੇ ਉਹ ਇੰਝ ਹੀ ਕਰਦਾ ਹੁੰਦਾ। ਗਿੱਦੜ ਦੇ ਜੱਟ ਦੀ ਥੰਮੀ ਨਾਲ ਖਹਿਣ ਵਾਲੀ ਗੱਲ ਵਾਂਗ ਉਹ ਮਜ਼ਾਕ 'ਚ ਫੇਰ ਕਹਿਣ ਲੱਗਾ, ਹੁਣ ਮੇਰੇ ਲਈ ਕੀ ਹੁਕਮ ਹੈ, ਮੈਂ ਕੀ ਕਰਾਂ? ਮੈਂ ਦੁਹਰਾ ਕੇ ਪੁੱਛਿਆ। ਤੂੰ ਫੋਨ ਕਰ ਦਿੱਤਾ, ਹੁਣ ਚੁੱਪ ਕਰ ਜਾ, ਕੁਛ ਦਿਨ ਵੇਖਦੇ ਆ ਇਹ ਕੀ ਕਰਦੇ ਨੇ। ਯਾਦ ਰੱਖ, ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ, ਉਹਨੇ ਸਲਾਹ ਦਿੱਤੀ। ਫੋਨ ਕੱਟਣ ਤੋਂ ਬਾਅਦ ਮੈਨੂੰ ਵੀ ਲੱਗਣ ਲੱਗ ਪਿਆ ਕਿ ਵਾਕਈ ਉਹਨਾਂ ਦੇ ਬੁਰੇ ਦਿਨ ਸ਼ੁਰੂ ਹੋ ਚੁੱਕੇ। ਮੇਰੇ ਲੱਖ ਚਾਹੁਣ ਦੇ ਬਾਵਜੂਦ ਜੇ ਉਹ ਨਾ ਸਮਝੇ ਤਾਂ ਉਹਨਾਂ ਦਾ ਨੁਕਸਾਨ ਸ਼ਾਇਦ ਮੇਰੇ ਹੱਥੋਂ ਹੀ ਹੋਣਾ ਹੈ। ਅਜਿਹੀ ਸਥਿਤੀ 'ਚ ਮੈਂ ਕੀ ਕਰ ਸਕਦਾ? ਆਪਣੀ ਚਮੜੀ ਬਚਾਉਣ ਲਈ ਮੈਨੂੰ ਨਾ ਚਾਹੁੰਦੇ ਹੋਏ ਵੀ ਹਮਲਾਵਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਜੇ ਇਹ ਸ਼ਿਕਾਇਤਾਂ ਝਗੜੇ ਦੇ ਮੁੱਢਲੇ ਦਿਨਾਂ 'ਚ ਕੀਤੀਆਂ ਜਾਂਦੀਆਂ ਤਾਂ ਸ਼ਾਇਦ ਅਸੀਂ ਗੁੱਸੇ 'ਚ ਆ ਕੇ ਇਹ ਸਭ ਕੁਝ ਮੀਡੀਆ 'ਚ ਲੈ ਜਾਣਾ ਸੀ, ਪਰ ਹੁਣ ਕਿਉਂਕਿ ਇਸ ਲੜਾਈ ਨੇ ਕਾਨੂੰਨੀ ਰਾਹ ਅਖਤਿਆਰ ਕਰ ਲਿਆ ਸੀ, ਇਸ ਲਈ ਮੈਂ ਹਰ ਕਦਮ ਸੋਚ ਸਮਝ ਕੇ ਹੀ ਚੁੱਕ ਰਿਹਾ ਸੀ। ਬਿਨਾਂ ਵਜ੍ਹਾ ਉਹਨਾਂ ਦਾ ਨੁਕਸਾਨ ਨਾ ਕਰਨ ਦਾ ਮੇਰਾ ਹਮਦਰਦ ਪੁਲਸੀਏ ਨਾਲ ਵਾਅਦਾ ਵੀ ਸੀ। ਇਸ ਘਟਨਾ ਤੋਂ ਤੀਜੇ ਚੌਥੇ ਦਿਨ ਜਦ ਮੈਂ ਸਕੂਲੋਂ ਵਾਪਸ ਪਰਤਿਆ ਤਾਂ ਮੈਨੂੰ ਘਰ ਦਾ ਮਾਹੌਲ ਪਹਿਲਾਂ ਨਾਲੋਂ ਵੀ ਵਧੇਰੇ ਗਮਗੀਨ ਲੱਗਾ। ਘਰ ਦੇ ਵਾਤਾਵਰਨ ਤੋਂ ਹੀ ਮੈਂ ਭਾਫ ਗਿਆ ਕਿ ਜ਼ਰੂਰ ਕੋਈ ਨਾ ਕੋਈ ਬੁਰੀ ਖਬਰ ਮੇਰੀ ਉਡੀਕ ਕਰ ਰਹੀ ਹੈ। ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਘਰ ਅੰਦਰ ਵੜਦੇ ਸਾਰੀ ਮੈਂ ਆਪਣੀਆਂ ਦੋਵਾਂ ਬੇਟੀਆਂ ਨੂੰ ਉਹਨਾਂ ਦੇ ਪਿਆਰ ਨਾਲ ਆਪਣੇ ਰੱਖੇ ਹੋਏ ਨਾਮ ਲੈ ਕੇ ਉੱਚੀ ਉੱਚੀ ਪੁਕਾਰਨਾ ਸ਼ੁਰੂ ਕਰਤਾ। ਓਏ ਕਿੱਥੇ ਆ ਮੇਰਾ ਸ਼ੀਸ਼ਾ ਪਾਲਾ ਤੇ ਨੂਨੂ ਪਾਲਾ, ਅੱਜ ਮੈਨੂੰ ਗੇਟ ਤੇ ਲੈਣ ਹੀ ਨਹੀਂ ਆਏ, ਸੌਂ ਤਾਂ ਨਹੀਂ ਗਏ ਕਿਤੇ? ਮੇਰੇ ਤੋਂ ਬਿਨਾਂ ਸਾਰਾ ਟੱਬਰ ਇੱਕ ਕਮਰੇ 'ਚ ਇਕੱਠਾ ਹੋਇਆ ਬੈਠਾ ਸੀ। ਮੇਰੀ ਇਸ ਗੱਲ ਵੱਲ ਕਿਸੇ ਨੇ ਵੀ ਕੋਈ ਖਾਸ ਤਵੱਜੋ ਨਾ ਦਿੱਤੀ। ਇਹਨਾਂ ਕੁਝ ਕੁ ਪਲਾਂ 'ਚ ਹੀ ਮੈਂ ਸਭ ਜੀਆਂ ਦੀ ਅੰਦਰਲੀ ਗੱਲ ਨੂੰ ਸਮਝ ਗਿਆ ਸੀ।
ਸਾਰੇ ਘਰ 'ਚ ਇੱਕ ਸੁੰਨ ਜਿਹੀ ਪਸਰੀ ਹੋਈ ਸੀ। ਮੈਨੂੰ ਵੇਖਦੇ ਸਾਰੀ ਮੇਰੀਆਂ ਦੋਵੇਂ ਬੇਟੀਆਂ ਰੋਂਦੀਆਂ ਹੋਈਆਂ ਮੇਰੀਆਂ ਲੱਤਾਂ ਨੂੰ ਚੰਬੜ ਗਈਆਂ ਤੇ ਬਾਕੀ ਸਾਰੇ ਜਣੇ ਮੇਰੇ ਵੱਲ ਸਵਾਲੀਆ ਨਿਗਾਹਾਂ ਨਾਲ ਵੇਖਣ ਲੱਗ ਪਏ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਆਪਣੇ ਘਰਦਿਆਂ ਦੀਆਂ ਨਜ਼ਰਾਂ ਤੋਂ ਪਲ ਭਰ 'ਚ ਹੀ ਮੈਂ ਅੰਦਾਜ਼ਾ ਲਾ ਲਿਆ ਕਿ ਜ਼ਰੂਰ ਹੀ ਕੁਝ ਇੰਨਾ ਭਿਆਨਕ ਵਾਪਰ ਚੁੱਕਾ ਹੈ ਕਿ ਇਸ ਦਾ ਅਸਰ ਪਰਿਵਾਰ ਦੇ ਜੀਆਂ ਦੇ ਨਾਲ ਬੱਚੀਆਂ ਦੇ ਮਨ 'ਤੇ ਵੀ ਪੈ ਗਿਆ। ਮੈਂ ਹਿੰਮਤ ਇਕੱਠੀ ਕਰਕੇ ਛੋਟੀ ਬੱਚੀ ਨੰਨੂ ਨੂੰ ਆਪਣੀਆਂ ਬਾਹਾਂ 'ਚ ਲੈਂਦਿਆਂ ਪੁੱਛ ਹੀ ਲਿਆ, ਕੀ ਗੱਲ ਹੋ ਗਈ? ਮੇਰੇ ਸ਼ੀਸ਼ਾ ਪਾਲਾ ਤੇ ਨੰਨੂ ਪਾਲਾ ਵੀ ਰੋਈ ਜਾਂਦੇ ਆ। ਮੈਂ ਤਾਂ ਜੇ ਜਿਉਂਦਾ ਪੁੱਤਰੋ, ਮੇਰੇ ਮਨ 'ਚ ਇਹ ਗੱਲ ਸੀ ਕਿ ਮੈਂ ਆਪਣੇ ਜਿਉਂਦੇ ਜੀ ਦੋਨਾਂ ਬੇਟੀਆਂ ਨੂੰ ਰੋਣ ਨਹੀਂ ਦੇਵਾਂਗਾ। ਕੋਈ ਸੁੱਖ ਦੇ ਬੋਲ ਬੋਲ, ਹਰ ਵੇਲੇ ਭਕਾਈ ਕਰੀ ਜਾਂਦਾ। ਮਾਂ ਨੇ ਮੈਨੂੰ ਟੋਕਦਿਆਂ ਆਖਿਆ, ਕੋਈ ਗੱਲ ਵੀ ਦੱਸੋ, ਐਵੇਂ ਇਹਨਾਂ ਜਵਾਕੜੀਆਂ ਨੂੰ ਰਵਾਈ ਜਾਂਦੇ ਹੋ। ਮੈਂ ਖਿੱਚ ਕੇ ਆਖਿਆ, ਉਹ ਚਿੱਠੀ ਪੜ੍ਹ ਲੈ, ਅਸੀਂ ਤਾਂ ਉਸੇ ਫਿਕਰ 'ਚ ਹੀ ਮਰੇ ਪਏ ਹਾਂ। ਮਾਂ ਮੇਰੇ ਤੋਂ ਚੋਰੀ ਅੱਖਾਂ ਪੂੰਝਦੀ ਬੋਲੀ। ਮੈਂ ਝੱਟ ਦੇਣੇ ਚਿੱਠੀ ਨੂੰ ਪੜ੍ਹਨਾ ਸ਼ੁਰੂ ਕਰਤਾ। ਚਿੱਠੀ ਅੰਗਰੇਜ਼ੀ 'ਚ ਤੇ ਕਾਨੂੰਨੀ ਭਾਸ਼ਾ 'ਚ ਲਿਖੀ ਸੀ। ਭਾਵੇਂ ਕਿ ਪਹਿਲੀ ਪੜ੍ਹਤ ਵਿੱਚ ਮੈਂ ਇਸ ਵਿਚਲੇ ਪੂਰੇ ਭਾਵ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸੀ ਸਕਿਆ, ਪਰ ਮੈਨੂੰ ਇਹਦੇ ਭਾਵ ਅਰਥ ਤਕਰੀਬਨ ਸਭ ਪਤਾ ਲੱਗ ਰਹੇ ਸੀ। ਇਹ ਚਿੱਠੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪਾਈ ਗਈ ਸੀ। ਇਸ ਚਿੱਠੀ ਦਾ ਮੁੱਖ ਮਕਸਦ ਮੈਨੂੰ ਕੇਵਲ ਸੂਚਨਾ ਦੇਣੀ ਸੀ ਕਿ ਮੇਰੇ ਦੁਆਰਾ ਕੀਤਾ ਗਿਆ ਕੇਸ SSP ਦੀ ਰਿਪੋਰਟ ਕਾਰਨ ਝੂਠਾ ਪਾਇਆ ਗਿਆ, ਇਸ ਲਈ ਇਸ ਕੇਸ ਨੂੰ ਖਾਰਜ ਕਰ ਦਿੱਤਾ ਗਿਆ। ਚਿੱਠੀ ਨੂੰ ਪੜ੍ਹਦਿਆਂ ਮੈਂ ਸਮਝ ਗਿਆ ਸੀ ਕਿ ਘਰ 'ਚ ਇੰਨੀ ਉਦਾਸੀ ਕਿਉਂ ਸੀ। ਇੱਕਦਮ ਤਾਂ ਮੇਰੇ ਚਿਹਰੇ 'ਤੇ ਵੀ ਉਦਾਸੀ ਦੇ ਫਿਕਰ ਵੇਖ ਕੇ ਸਭ ਘਬਰਾ ਗਏ ਸੀ, ਪਰ ਪਤਾ ਨਹੀਂ ਮੈਂ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਤੁਸੀਂ ਐਵੇਂ ਫਿਕਰ ਕਰੀ ਜਾਂਦੇ ਹੋ। ਆਪਣੇ ਬੱਸ ਵਾਲਾ ਕੇਸ ਬੜਾ ਹੀ ਮਜ਼ਬੂਤ ਹੈ, ਤੁਸੀਂ ਵੇਖਦੇ ਚੱਲਿਓ। ਮੈਂ ਜਿਉਂਦੇ ਜੀ ਹਾਰ ਨਹੀਂ ਮੰਨਦਾ। ਪਤਾ ਨਹੀਂ ਮੈਂ ਕਿੰਨੀਆਂ ਹੀ ਹੋਰ ਅਜਿਹੀਆਂ ਗੱਲਾਂ ਕੀਤੀਆਂ, ਸਭ ਦਾ ਹੌਸਲਾ ਵੱਧ ਜਾਏ। ਘਰਦਿਆਂ ਨੂੰ ਤਾਂ ਮੈਂ ਧਰਵਾਸਾ ਦੇ ਦਿੱਤਾ, ਪਰ ਆਪ ਅੰਦਰੋਂ ਬੇਹੱਦ ਡਰ ਗਿਆ ਸੀ। ਡਰ ਦੇ ਨਾਲ ਗੁੱਸੇ ਦਾ ਭਾਵ ਵੀ ਮੇਰੇ ਮਨ 'ਚ ਉਪਜ ਰਿਹਾ ਸੀ। ਭਾਵੇਂ ਕਿ ਮੈਂ ਇਹ ਵੀ ਨਹੀਂ ਚਾਹੁੰਦਾ ਸੀ ਕਿ ਮੇਰੇ ਕਾਰਨ ਦੋਵਾਂ ਪੁਲਿਸ ਵਾਲਿਆਂ ਦੀ ਨੌਕਰੀ ਨੂੰ ਕੋਈ ਖਤਰਾ ਬਣੇ, ਪਰ ਮੈਂ ਉਹਨਾਂ ਦੇ ਸਿਰ 'ਤੇ ਇੱਕ ਤਲਵਾਰ ਜ਼ਰੂਰ ਲਟਕਦੀ ਰੱਖਣੀ ਚਾਹੁੰਦਾ ਸੀ। ਇਸ ਕੇਸ ਨੂੰ ਬਿਨਾਂ ਵਜ੍ਹਾ ਰੱਦ ਕੀਤੇ ਜਾਣ ਕਾਰਨ ਹੁਣ ਉਹਨਾਂ ਦੇ ਹੌਸਲੇ ਪਹਿਲਾਂ ਨਾਲੋਂ ਵੀ ਵੱਧ ਜਾਣੇ ਸਨ। ਸੋਚ ਰਿਹਾ ਸੀ ਕਿ ਮੇਰਾ ਇੱਕ ਹੋਰ ਤੀਰ ਵੀ ਨਕਾਰਾ ਚਲਾ ਗਿਆ। ਘਰਦਿਆਂ ਤੋਂ ਚੋਰੀ ਮੈਂ ਆਪਣੇ ਹਮਦਰਦ ਪੁਲਿਸ ਵਾਲੇ ਤੋਂ ਸਮਾਂ ਲੈ ਕੇ ਉਹਨੂੰ ਜਾ ਮਿਲਿਆ। ਸਾਰੀ ਕਹਾਣੀ ਉਹਨੂੰ ਸੁਣਾਤੀ। ਕੇਸ ਦੇ ਇੱਕੋ ਦਮ ਹੀ ਰੱਦ ਕੀਤੇ ਜਾਣ ਕਾਰਨ ਉਹ ਵੀ ਕੁਝ ਉਦਾਸ ਹੋ ਗਿਆ। ਫਿਰ ਸੋਚ ਕੇ ਬੋਲਿਆ, ਮੈਨੂੰ ਤਾਂ ਲੱਗਦਾ ਜ਼ਰੂਰ SP ਨੇ ਆਪਣੀ ਜੱਜ ਘਰਵਾਲੀ ਦਾ ਪ੍ਰਭਾਵ ਵਰਤ ਕੇ ਕੇਸ ਨੂੰ ਰੱਦ ਕਰਵਾਇਆ। ਕੀ ਖਿਆਲ ਹੈ? ਉੱਥੇ ਵੀ ਸਿਫਾਰਸ਼ਾਂ ਚੱਲਦੀਆਂ ਨੇ? ਮੈਂ ਹੈਰਾਨੀ ਨਾਲ ਪੁੱਛਿਆ। ਇੱਥੇ ਸਭ ਕੁਝ ਚੱਲਦਾ ਵੀਰਿਆ, ਤੂੰ ਕਿਹੜੀ ਦੁਨੀਆ 'ਚ ਤੁਰਿਆ ਫਿਰਦਾ? ਉਹਨੇ ਲੰਬਾ ਸਾਰਾ ਹੌਕਾ ਲੈ ਕੇ ਆਖਿਆ। ਇਹ SP ਮੇਰੇ ਬੜਾ ਮਗਰ ਪਿਆ ਹੋਇਆ। ਆਏ ਇਹਦੇ ਘਰ ਵਾਲੀ ਸਿਫਾਰਿਸ਼ ਕਰ ਦਿੰਦੀ ਹੋਏਗੀ? ਮੈਂ ਹੈਰਾਨੀ ਨਾਲ ਪੁੱਛਿਆ। ਇਹ ਵੱਡੇ ਅਫਸਰ ਕੰਨਾਂ ਦੇ ਬੜੇ ਕੱਚੇ ਹੁੰਦੇ ਆ, ਨਾਲੇ ਜਪ ਨਾਮ ਤਾਂ ਉਹਦੇ ਗੋਡੇ ਮੁੱਢੀ ਬੈਠਾ ਰਹਿੰਦਾ। ਤੇਰੇ ਵਿਰੁੱਧ ਕੰਨ ਭਰੀ ਜਾਂਦਾ ਰਹਿੰਦਾ ਹੋਣਾ। ਸਾਹਿਬ ਨੂੰ ਆਪਣੇ ਚਮਚੇ ਤੇ ਤਰਸ ਆ ਗਿਆ ਹੋਣਾ ਤੇ ਉਹਨੇ ਕਮਿਸ਼ਨ ਦੇ ਜੱਜ ਨੂੰ ਫੋਨ ਕਰਵਾ ਦਿੱਤਾ ਹੋਣਾ। ਉਹ ਕਿਆਫਾ ਲਾਉਂਦਾ ਹੋਇਆ ਬੋਲਿਆ। ਫਿਰ ਇਹੋ ਜਿਹੇ ਕਮਿਸ਼ਨ ਬਣਾਉਣ ਦਾ ਕੀ ਫਾਇਦਾ? ਜਿਹਨੇ ਮੰਨਣੀ ਤਾਂ ਫਿਰ ਵੀ ਪੁਲਿਸ ਮਹਿਕਮੇ ਦੀ ਹੈ। ਮੈਂ ਖਿੱਚ ਕੇ ਆਖਿਆ। ਕਮਿਸ਼ਨ ਵਾਲਿਆਂ ਨੂੰ ਪਤਾ ਹੈ ਸਾਡੇ ਕੇਸਾਂ ਦਾ ਬਣਨਾ ਤਾਂ ਕੁਝ ਨਹੀਂ ਹੁੰਦਾ, ਇਸ ਕਰਕੇ ਉਹ ਵੱਡੇ ਅਫਸਰਾਂ ਨੂੰ ਖੁਸ਼ ਕਰੀ ਰੱਖਦੇ ਆ। ਇਸ ਤਰ੍ਹਾਂ ਉਹਨਾਂ ਦੀ ਚਲਦੀ ਵੀ ਰਹਿ ਜਾਂਦੀ ਹੈ ਤੇ ਪੁਲਿਸ ਨੂੰ ਆਪਣੇ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਭੁਗਤਣ ਦੀ ਤਾਂ ਕਲੀਨ ਚਿੱਟ ਮਿਲ ਜਾਂਦੀ ਹੈ। ਤੇ ਜੇ ਕੋਈ ਕੇਸ ਨੂੰ ਅੱਗੇ ਵਧਾਉਂਦਾ ਹੈ ਤਾਂ ਉਹ ਕਮਿਸ਼ਨ ਤੋਂ ਮਿਲੀ ਇਸ ਗਿੱਦੜ ਪਰਚੀ ਨੂੰ ਪੇਸ਼ ਕਰਕੇ ਪੁਲਿਸ ਵਾਲੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰ ਦਿੰਦੇ ਆ। ਉਹਨੇ ਪੂਰੇ ਵਿਸ਼ਵਾਸ ਨਾਲ ਆਖਿਆ। ਕਮਿਸ਼ਨ ਅਜਿਹੇ ਕੇਸਾਂ ਦੀ ਜਾਂਚ ਆਪ ਕਿਉਂ ਨਹੀਂ ਕਰਦਾ? ਜਦ ਇਹਨੇ ਪੁਲਿਸ ਦੀ ਜਾਂਚ ਦੇ ਆਧਾਰ ਤੇ ਹੀ ਫੈਸਲਾ ਦੇਣਾ ਹੈ ਤੇ ਫਿਰ ਆਮ ਲੋਕਾਂ ਨੂੰ ਉੱਥੇ ਧੱਕੇ ਕਿਉਂ ਖਵਾਏ ਜਾਂਦੇ ਨੇ? ਸਿੱਧਾ ਹੀ ਆਖ ਦੇਣ ਕਿ ਤੁਹਾਡੇ ਨਾਲ ਹੋਏ ਧੱਕੇ ਵਿਰੁੱਧ ਪੁਲਿਸ ਦੀ ਜਾਂਚ ਰਿਪੋਰਟ ਤੁਹਾਡੇ ਹੱਕ 'ਚ ਨਹੀਂ ਹੈ ਤਾਂ ਸਾਡੇ ਕੋਲ ਆਉਣ ਦੀ ਲੋੜ ਨਹੀਂ। ਜਦ ਸਰਕਾਰਾਂ ਨੂੰ ਵੀ ਪੂਰੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਅਜਿਹੇ ਮਾਮਲਿਆਂ 'ਚ ਕਮਿਸ਼ਨ ਕੁਝ ਵੀ ਕਰਨ ਜੋਗਾ ਨਹੀਂ ਹੈ, ਇਸ ਚਿੱਟੇ ਹਾਥੀ ਨੂੰ ਮਗਰੋਂ ਕਿਉਂ ਨਹੀਂ ਲਾ ਦਿੰਦੀਆਂ? ਮੈਂ ਖਿੱਚ ਕੇ ਆਖਦੇ ਆਪਣਾ ਗੁੱਸਾ ਜ਼ਾਹਰ ਕੀਤਾ। ਬੰਦ ਕਿਉਂ ਕਰਨਗੇ? ਅੰਤਰਰਾਸ਼ਟਰੀ ਪੱਧਰ ਤੋਂ ਮਿਲਦੇ ਗੱਫੇ ਬੰਦ ਹੋ ਜਾਣਗੇ। ਇਹਨਾਂ ਨੂੰ ਕੀ ਪਰਵਾਹ? ਲੋਕ ਰੁਲੀ ਜਾਂਦੇ, ਰੁਲਦੇ ਰਹਿਣ। ਇਹਨਾਂ ਦੇ ਆਪਣੇ ਕੰਮ ਹੁੰਦੇ ਰਹਿੰਦੇ ਹੈ ਤੇ ਅਹੁਦਿਆਂ ਦੇ ਨਾਲ ਗਰੰਟਾਂ ਵੀ ਛਕਣ ਨੂੰ ਮਿਲ ਜਾਂਦੀਆਂ। ਉਹਨੇ ਮੇਰੀ ਜਾਣਕਾਰੀ ਵਧਾਉਣ ਖਾਤਰ ਦੱਸਿਆ। ਚਲੋ ਜੀ, ਆਪਣਾ ਕਮਿਸ਼ਨ ਵਾਲਾ ਇਹ ਬੰਬ ਤਾਂ ਠੁੱਸ ਪਟਾਕਾ ਨਿਕਲ ਗਿਆ। ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ? ਮੈਂ ਉਦਾਸੀ ਨਾਲ ਪੁੱਛਿਆ। ਕੋਈ ਨਾ, ਤੂੰ ਨਿਰਾਸ਼ ਨਾ ਹੋ। ਤੈਨੂੰ ਪਰਮਾਣੂ ਬੰਬ ਤਾਂ ਦਿੱਤਾ ਹੋਇਆ, ਚਲਾਵਾਂਗੇ ਵੀ, ਪਰ ਸਮਾਂ ਆਉਣ ਤੇ ਕੇਰਾਂ ਕਾਲਾ ਨਾ ਪੈ। ਜ਼ੁਲਮ ਨੂੰ ਅਜੇ ਆਪਣਾ ਹੋਰ ਰੂਪ ਵੀ ਵਿਖਾਈ ਲੈਣ ਦੇ। ਵੇਖਦੇ ਹਾਂ ਅਜੇ ਹੋਰ ਕੀ ਕੁਝ ਕਰਦੇ ਨੇ। ਤੂੰ ਕੁਝ ਕੁ ਦਿਨ ਹੋਰ ਉਡੀਕ, ਫਿਰ ਆਪਾਂ ਸੋਚ ਵਿਚਾਰ ਕਰ ਲਵਾਂਗੇ ਕਿ ਅੱਗੇ ਕੀ ਕਰਨਾ। ਉਹਨੇ ਮੈਨੂੰ ਹੌਸਲਾ ਦਿੰਦੇ ਹੋਏ ਆਖਿਆ। ਉਸ ਨਾਲ ਹੋਰ ਵਾਹਵਾ ਦੇਰ ਗੱਲਾਂ ਕਰਕੇ ਮੈਂ ਵਾਪਸ ਘਰ ਆ ਗਿਆ। ਅਦਾਲਤ ਦੀ ਅਗਲੀ ਤਰੀਕ ਵੀ ਆ ਗਈ ਸੀ। ਮੇਰੇ ਲਈ ਇਹ ਦਿਨ ਫੈਸਲਾਕੁਨ ਦਿਨ ਸੀ, ਕਿਉਂਕਿ ਅਦਾਲਤ ਦੇ ਹੁਕਮ ਅਨੁਸਾਰ ਦੂਜੀ ਧਿਰ ਨੂੰ ਇਸ ਤਰੀਕ ਤੇ ਆਪਣੇ ਗਵਾਹ ਪੇਸ਼ ਕਰਨੇ ਹੀ ਪੈਣੇ ਸੀ।
ਜਦ ਮੈਂ ਵਕੀਲ ਦੇ ਚੈਂਬਰ 'ਚ ਪੁੱਜਾ ਤੇ ਉਹ ਮੈਨੂੰ ਜਾਂਦੇ ਨੂੰ ਹੀ ਕੁਝ ਕਾਗਜ਼ ਫੜਾਉਂਦਾ ਬੋਲਿਆ, 2 ਗਵਾਹ ਆਉਣੇ ਨੇ ਅੱਜ ਗਵਾਹੀ ਦੇਣ ਵਾਸਤੇ, ਉਹਨਾਂ ਦੇ ਨਾਂ ਤੇ ਪਤੇ ਪੜ੍ਹ ਲੈ। ਇੱਕਦਮ ਮੇਰੇ ਸਿਰ ਤੇ ਪਹਾੜ ਟੁੱਟ ਪਿਆ, ਕਿਉਂਕਿ ਮੈਨੂੰ ਉਮੀਦ ਸੀ ਕਿ ਕੋਈ ਵੀ ਗਵਾਹ ਆਉਣਾ ਨਹੀਂ ਹੈ। ਇਸ ਲਈ ਸ਼ਾਇਦ ਗੁਰਨੇਕ ਝਗੜਾ ਅੱਗੇ ਨਾ ਵਧਾਉਣ ਬਾਰੇ ਸੋਚ ਕੇ ਕੇਸ ਵਾਪਸ ਲੈਣ ਲਈ ਆਖ ਦੇਗਾ। 2 ਗਵਾਹਾਂ ਦਾ ਆਉਣਾ ਮੇਰੇ ਲਈ ਇੱਕ ਬੜਾ ਵੱਡਾ ਝਟਕਾ ਸੀ। ਜਦ ਮੈਂ ਕੰਮ ਦੇ ਹੱਥਾਂ ਨਾਲ ਕਾਗਜ਼ ਤੇ ਦੋਵੇਂ ਨਾਂ ਪੜ੍ਹੇ ਤਾਂ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਦੋਵੇਂ ਬੰਦੇ ਕੌਣ ਹੈ। ਮੈਂ ਕਾਫੀ ਦੇਰ ਸ਼ਸ਼ੋਪੰਜ ਪਿਆ ਰਿਹਾ। ਇੱਕ ਗਵਾਹ ਤਾਂ ਨਕਸ਼ਾਨਵੀਸ ਸੀ। ਇਹਦੀ ਗਵਾਹੀ ਦੀ ਕੋਈ ਜ਼ਿਆਦਾ ਮਹੱਤਤਾ ਨਹੀਂ ਸੀ, ਪਰ ਦੂਜਾ ਜੋ ਸਾਡੇ ਮਹੱਲੇ ਦਾ ਹੀ ਵਸਨੀਕ ਸੀ, ਮੈਨੂੰ ਉਸ ਬਾਰੇ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੌਣ ਹੈ। ਕਾਫੀ ਦੇਰ ਦਿਮਾਗੀ ਘੋੜੇ ਦੌੜਾਉਣ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਫੋਨ ਕਰਕੇ ਸੰਬੰਧਿਤ ਆਦਮੀ ਬਾਰੇ ਦੱਸਿਆ ਤਾਂ ਉਹ ਵੀ ਉਸ ਬੰਦੇ ਬਾਰੇ ਅਣਜਾਣ ਹੀ ਸੀ। ਫਿਰ ਸਲਾਹ ਹੋਈ ਕਿ ਮਹੱਲੇ ਦੇ ਇੱਕ ਤੁਰਦੇ ਫਿਰਦੇ ਬੰਦੇ ਨੂੰ ਪੁੱਛਿਆ ਜਾਏ। ਜਦ ਮੈਂ ਉਹਨੂੰ ਫੋਨ ਕੀਤਾ ਤਾਂ ਉਹਨੇ ਗਵਾਹ ਦਾ ਨਾਂ ਤੇ ਪਤਾ ਸੁਣਦੇ ਸਾਰੀ ਉਸ ਬਾਰੇ ਤੇ ਉਹਦੇ ਘਰ ਦੀਆਂ ਸਾਰੀਆਂ ਨਿਸ਼ਾਨੀਆਂ ਵੀ ਦੱਸਤੀਆਂ। ਇਹ ਵੀ ਦੱਸਤਾ ਕਿ ਇਹ ਬੰਦਾ ਆਪਣੇ ਮਹੱਲੇ ਦੇ MC ਦਾ ਖਾਸ ਬੰਦਾ ਹੈ। ਮੈਂ MC ਨੂੰ ਫੋਨ ਮਿਲਾ ਲਿਆ। ਉਲਾਂਭਾ ਦਿੱਤਾ ਵੀ ਤੁਹਾਡੇ ਫਲਾਂ ਬੰਦੇ ਨੇ ਸਾਡੇ ਵਿਰੁੱਧ ਗਵਾਹੀ ਦੇਣ ਆਉਣਾ ਹੈ। ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸ ਨਾਲ ਹੁਣੇ ਹੀ ਗੱਲ ਕਰ ਲੈਂਦਾ ਹੈ। ਉਹ ਤੁਹਾਡੇ ਵਿਰੁੱਧ ਕਿਸੇ ਵੀ ਕੀਮਤ ਤੇ ਗਵਾਹੀ ਨਹੀਂ ਦੇਵੇਗਾ। ਗਵਾਹ ਦੁਪਹਿਰ ਦੇ ਖਾਣੇ ਦੀ ਛੁੱਟੀ ਤੋਂ ਬਾਅਦ 'ਚ ਭੁਗਤਾਏ ਜਾਣੇ ਸੀ ਤੇ ਮੈਂ ਉਹਨਾਂ ਚਿਰ ਸੋਚਾਂ 'ਚ ਪਿਆ ਹੋਇਆ ਚੈਂਬਰ 'ਚ ਹੀ ਬੈਠਾ ਰਿਹਾ। ਵਕੀਲ ਨੂੰ ਗਵਾਹੀ ਸੰਬੰਧੀ ਨਿੱਕੇ ਨਿੱਕੇ ਸਵਾਲ ਪੁੱਛਦਾ ਰਿਹਾ। ਕਰੀਬ ਅੱਧੇ ਕੁ ਘੰਟੇ ਬਾਅਦ ਚੈਂਬਰ ਦੇ ਦਰਵਾਜ਼ੇ ਸਾਹਮਣੇ ਇੱਕ ਬੰਦਾ ਆ ਕੇ ਖੜ ਗਿਆ। ਉਹਨੇ ਮੈਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਮੈਂ ਉਹਨੂੰ 1-2 ਵਾਰ ਵੇਖਿਆ ਤਾਂ ਜ਼ਰੂਰ ਸੀ, ਪਰ ਮੈਨੂੰ ਉਹਦੀ ਪੂਰੀ ਪਛਾਣ ਨਹੀਂ ਸੀ। ਮੈਂ ਬਾਹਰ ਨੂੰ ਹੋ ਤੁਰਿਆ। ਬਾਹਰ ਆਉਂਦੇ ਹੀ ਉਹਨੇ ਮੈਨੂੰ ਦੱਸਿਆ ਕਿ ਉਹੀ ਗਵਾਹ ਦੇ ਰੂਪ 'ਚ ਗਵਾਹੀ ਦੇਣ ਆਇਆ। ਉਹ ਮੇਰੇ ਕੋਲੋਂ ਸਾਰੀ ਕਹਾਣੀ ਪੁੱਛਣ ਲੱਗ ਪਿਆ। ਮੈਂ ਉਹਨੂੰ ਦੱਸਤਾ ਕਿ ਗੁਰਨੇਕ ਨੇ ਤਾਂ ਆਪ ਗਲੀ ਦੀ ਜਗ੍ਹਾ ਨੱਪੀ ਹੋਈ ਹੈ ਤੇ ਮੇਰੀ ਜਾਇਜ਼ ਬਣਦੀ ਜਗ੍ਹਾ ਉੱਤੇ ਵੀ ਮੁਕੱਦਮਾ ਕਰੀ ਬੈਠਾ ਹੈ। ਇਹ ਨਗਰ ਨਿਗਮ 'ਚ ਵੀ ਆਪਣੀ ਰਜਿਸਟਰੀ ਪੇਸ਼ ਨਹੀਂ ਕਰ ਰਿਹਾ ਤੇ ਮੈਂ ਉਹਨੂੰ ਇਹ ਵੀ ਦੱਸਤਾ ਕਿ ਇਹ ਗਲਤ ਬੰਦੇ ਦੇ ਹੱਕ 'ਚ ਗਵਾਹੀ ਦੇਣਾ ਹੈ। ਇਨਸਾਫ ਲਈ ਨਹੀਂ। ਕੁਝ ਕੁ ਮਿੰਟਾਂ 'ਚ ਉਹ ਸਾਰੀ ਕਹਾਣੀ ਸਮਝ ਗਿਆ ਤੇ ਗੁੱਸੇ ਨਾਲ ਬੋਲਿਆ, ਯਾਰ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਇਹ ਗਲੀ ਤੇ ਕਬਜ਼ਾ ਕਰੀ ਬੈਠਾ ਤੇ ਮੈਨੂੰ ਝੂਠ ਬੋਲ ਕੇ ਹੀ ਲੈ ਆਇਆ ਕਿ ਤੁਸੀਂ ਗਲੀ ਉੱਤੇ ਨਜਾਇਜ਼ ਕਬਜ਼ਾ ਕਰਨ ਨੂੰ ਫਿਰਦੇ ਹੋ। ਭਰਾਵਾ, ਮੈਂ ਤੈਨੂੰ ਗਵਾਹੀ ਦੇਣ ਤੋਂ ਨਹੀਂ ਰੋਕਦਾ। ਤੂੰ ਜੋ ਮਰਜ਼ੀ ਆਖ ਦੇਈਂ, ਇਹ ਤੇਰੀ ਮਰਜ਼ੀ ਹੈ। ਮੈਂ ਤਾਂ ਤੈਨੂੰ ਸੱਚਾਈ ਦੱਸਣੀ ਸੀ। ਤੂੰ ਗਲਤ ਬੰਦੇ ਦੇ ਹੱਕ 'ਚ ਆਇਆ। ਤੇਰੀ ਗਵਾਹੀ ਨਾਲ ਮੇਰੇ ਦਸਤਾਵੇਜ਼ ਤਾਂ ਝੂਠੇ ਨਹੀਂ ਪੈਣ ਲੱਗੇ, ਪਰ ਮੈਨੂੰ ਇਹਨਾਂ ਤਿੰਨਾਂ ਦਾ ਨੁਕਸਾਨ ਕਰਨਾ ਪੈ ਹੀ ਜਾਣਾ। ਜਦ ਮੈਂ ਉਹਨੂੰ ਮੋਬਾਈਲ 'ਚ ਬੱਸ ਵਾਲੀਆਂ ਫੋਟੋਆਂ ਤੇ ਮੂਵੀਆਂ ਵਿਖਾਈਆਂ ਤਾਂ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਸੱਚੀ ਯਾਰ, ਮੈਨੂੰ ਨਹੀਂ ਸੀ ਪਤਾ ਤੁਹਾਡੀ ਗੱਲ ਇੰਨੀ ਜ਼ਿਆਦਾ ਵਧੀ ਹੋਈ ਹੈ। ਕੋਈ ਨਹੀਂ, ਮੈਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦਾ। ਉਹਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਹੌਸਲਾ ਦਿੱਤਾ। ਵੀਰ, ਜੇ ਮੈਂ ਇਹਨਾਂ ਦਾ ਨੁਕਸਾਨ ਕਰਨਾ ਹੁੰਦਾ ਤਾਂ ਮੈਂ ਬੜਾ ਚਿਰ ਪਹਿਲਾਂ ਕਰ ਸਕਦਾ ਸੀ। ਅੱਜ ਵੀ ਹੁਣੇ ਹੀ ਕਰ ਸਕਦਾ। ਮੈਂ ਤਾਂ ਆਪਣੇ ਯੂਨੀਅਨ ਵਾਲੇ ਬੰਦੇ ਬੁਲਾ ਕੇ ਇੱਕ ਪ੍ਰੈਸ ਕਾਨਫਰੰਸ ਹੀ ਕਰਨੀ ਹੈ। ਪੱਤਰਕਾਰਾਂ ਨੂੰ ਫੋਟੋਆਂ ਤੇ CD ਵੰਡ ਕੇ ਕੱਲ੍ਹ ਦੇ ਅਖਬਾਰਾਂ 'ਚ ਇਹਨਾਂ ਦਾ ਗੁੱਡਾ ਬੰਨ੍ਹ ਦਿਆਂਗਾ ਤੇ ਪੁਲਿਸ ਵਿਭਾਗ ਦਾ ਜਲੂਸ ਕੱਢ ਕੇ ਰੱਖ ਦਿਆਂਗਾ। ਮੈਂ ਤਾਂ ਅਜੇ ਤੱਕ ਇਹਨਾਂ ਦੀ ਭਲਾਈ ਸੋਚਦੇ ਹੋਏ ਨੇ ਆਪਣੇ ਆਪ ਤੇ ਕਾਬੂ ਰੱਖਿਆ ਹੋਇਆ, ਨਹੀਂ ਤਾਂ ਇਹ ਕਿਹੜੇ ਬਾਗ ਦੀ ਮੂਲੀ ਨੇ। ਮੈਂ ਆਪਣੇ ਦਿਲ ਦੀ ਗੱਲ ਦੱਸਦੀ। ਆਪਾਂ ਗਲੀ 'ਚ ਇਕੱਠੇ ਰਹਿਣਾ, ਆਪਾਂ ਨਹੀਂ ਕਰਨਾ ਇਹੋ ਜਿਹਾ ਕੰਮ। ਕੋਈ ਨਾ, ਮੈਂ ਕੋਈ ਚਾਰਾ ਕਰਦਾ। ਉਹ ਮੈਨੂੰ ਸਮਝਾਉਣ ਦੇ ਤਰੀਕੇ ਨਾਲ ਆਖਣ ਲੱਗਾ, ਭਰਾਵਾ, ਮੁਹੱਲਾਦਾਰੀ ਤੇ ਮੂੰਹ ਮੁਲਾਜਾ ਹੀ ਮੈਨੂੰ ਮਾਰੀ ਜਾਂਦਾ ਹੈ। ਤਾਂ ਹੀ ਤਾਂ ਮੈਂ ਵੱਡਾ ਕਦਮ ਨਹੀਂ ਚੁੱਕ ਰਿਹਾ, ਨਹੀਂ ਤਾਂ ਹੁਣ ਤੱਕ ਇਹ ਵਾਹੇ ਬੀਜੇ ਵੀ ਨਹੀਂ ਸੀ ਥਿਆਉਣੇ। ਮੈਂ ਆਖਿਆ, ਕੋਈ ਨਹੀਂ, ਮੈਨੂੰ ਇੱਕ ਯਤਨ ਕਰ ਲੈਣ ਦਿਓ, ਨਹੀਂ ਤਾਂ ਤੁਸੀਂ ਜਾਣਿਓ ਤੇ ਤੁਹਾਡਾ ਕੰਮ। ਆਖਿਓ ਚਲਾ ਗਿਆ। ਬਾਅਦ ਦੁਪਹਿਰ ਮੈਂ ਤੇ ਮੇਰਾ ਵਕੀਲ ਅਦਾਲਤ ਦੇ ਕਮਰੇ 'ਚ ਚਲੇ ਗਏ। ਨਕਸ਼ਾਨਵੀਸ ਨੇ ਆਪਣੀ ਗਵਾਹੀ ਦੇ ਦਿੱਤੀ ਤੇ ਆਪਣੇ ਬਿਆਨ ਲਿਖਵਾ ਦਿੱਤੇ। ਮੇਰੇ ਵਕੀਲ ਨੇ ਉਹਨੂੰ ਕੁਝ ਰਸਮੀ ਜਿਹੇ ਸਵਾਲ ਕੀਤੇ ਜਿਨ੍ਹਾਂ ਦਾ ਉਹਨੇ ਉੱਤਰ ਦੇ ਦਿੱਤਾ। ਉਸ ਤੋਂ ਬਾਅਦ ਦੂਜੇ ਗਵਾਹ ਦੀ ਵਾਰੀ ਸੀ। ਜੱਜ ਨੇ ਉਹਦਾ ਨਾਮ ਤੇ ਪਤਾ ਪੁੱਛਿਆ, ਜੋ ਉਹਨੇ ਦੱਸਤਾ। ਫਿਰ ਜੱਜ ਨੇ ਪੁੱਛਿਆ, ਕੀ ਤੁਸੀਂ ਗਵਾਹੀ ਦੇਣ ਲਈ ਤਿਆਰ ਹੋ? ਉਹ ਝੱਟ ਦੇਣੇ ਬੋਲਿਆ, ਮੈਡਮ ਜੀ, ਮੈਂ ਨਹੀਂ ਚਾਹੁੰਦਾ ਮਸਲਾ ਹੋਰ ਅੱਗੇ ਵਧੇ, ਇਸ ਲਈ ਮੈਂ ਦੋਵੇਂ ਧਿਰਾਂ ਵਿਚਕਾਰ ਕੋਈ ਸਮਝੌਤਾ ਕਰਾਉਣ ਲਈ ਇੱਕ ਮੌਕਾ ਚਾਹੁੰਦਾ। ਕੀ ਤੁਹਾਨੂੰ ਲੱਗਦਾ ਇਹ ਦੋਵੇਂ ਧਿਰਾਂ ਤੁਹਾਡੀ ਗੱਲ ਮੰਨ ਜਾਣਗੀਆਂ? ਜੱਜ ਨੇ ਸ਼ੰਕਾ ਜ਼ਾਹਰ ਕੀਤੀ। ਮੈਂ ਆਪਣੇ ਵੱਲੋਂ ਪੂਰੀ ਵਾਹ ਲਾਵਾਂਗਾ ਜੀ। ਜੇ ਗੱਲ ਨਾ ਬਣੀ ਤਾਂ ਮੈਂ ਆਪਣੀ ਸਮਝ ਮੁਤਾਬਕ ਆਪਣੀ ਗਵਾਹੀ ਦੇ ਦਾਂਗਾ। ਉਹਨੇ ਪੂਰੇ ਵਿਸ਼ਵਾਸ ਨਾਲ ਆਖਿਆ, ਚਲੋ ਠੀਕ ਹੈ, ਮੈਂ ਇੱਕ ਵਾਰ ਕੇਸ ਨੂੰ ਫਿਰ ਮੀਡੀਏਸ਼ਨ 'ਚ ਭੇਜ ਦਿੰਦੀ ਹਾਂ। ਤੁਸੀਂ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰ ਲਓ ਤੇ ਜੇ ਕੋਈ ਕਾਨੂੰਨੀ ਅੜਚਨ ਹੋਈ ਤਾਂ ਮੀਡੀਏਸ਼ਨ ਦੇ ਇੰਚਾਰਜ ਨਾਲ ਸਲਾਹ ਮਸ਼ਵਰਾ ਵੀ ਕਰ ਲੈਣਾ। ਆਖ ਕੇ ਜੱਜ ਨੇ ਕੇਸ ਨੂੰ ਫਿਰ ਮੀਡੀਏਸ਼ਨ ਵਿਭਾਗ ਦੇ ਹਵਾਲੇ ਕਰਤਾ। ਜਦ ਅਸੀਂ ਬਾਹਰ ਆਏ ਤਾਂ ਨਕਸ਼ਾਨਵੀਸ ਗੁਰਨੇਕ ਨੂੰ ਘੇਰ ਕੇ ਖੜ ਗਿਆ। ਗਵਾਹੀ ਦੇਣ ਦੇ ਬਦਲੇ ਪੈਸੇ ਮੰਗਣ ਲੱਗ ਪਿਆ। ਗੁਰਨੇਕ ਉਹਨੂੰ ਇੱਕ ਥੰਮਲੇ ਦੀ ਓਟ 'ਚ ਲੈ ਗਿਆ ਤਾਂ ਜੋ ਮੇਰੇ ਤੋਂ ਉੱਲਾ ਰੱਖ ਸਕੇ। ਗੁਰਨੇਕ ਨੇ ਉਹਨੂੰ ਆਪਣੇ ਬਟੂਏ 'ਚੋਂ ਕੁਝ ਕੱਢ ਕੇ ਫੜਾਇਆ। ਨਕਸ਼ਾਨਵੀਸ ਦੁਆਰਾ ਨੋਟ ਨੂੰ ਦੋਵਾਂ ਹੱਥਾਂ ਨਾਲ ਉੱਪਰ ਵੱਲ ਨੂੰ ਚੁੱਕ ਕੇ ਵੇਖਣ ਤੇ ਪਰਖਣ ਕਾਰਨ ਮੈਨੂੰ ਪਤਾ ਲੱਗਿਆ ਨਕਸ਼ਾਨਵੀਸ 500 ਰੁਪਏ ਬਦਲੇ ਗਵਾਹੀ ਦੇ ਕੇ ਗਿਆ। ਗਵਾਹ ਬਣ ਕੇ ਆਇਆ ਦੂਜਾ ਆਦਮੀ ਮੇਰੇ ਨਾਲ ਸਲਾਹ ਕਰਨ ਲੱਗ ਪਿਆ ਕਿ ਸਮਝੌਤੇ ਲਈ ਕਿਹੜਾ ਸਥਾਨ ਤੇ ਕਿਹੜਾ ਸਮਾਂ ਮਿਥਿਆ ਜਾਏ।
ਸਾਡੀ ਅਗਲੀ ਬੈਠਕ ਦਾ ਸਮਾਂ ਤੇ ਸਥਾਨ ਨਿਸ਼ਚਿਤ ਤਾਂ ਨਾ ਹੋ ਸਕਿਆ, ਪਰ ਇਹ ਸਲਾਹ ਬਣ ਗਈ ਕਿ ਆਪਾਂ ਫੋਨ ਤੇ ਸੰਪਰਕ ਕਰਕੇ ਸਮਾਂ ਤੈਅ ਕਰ ਲਾਂਗੇ। ਉਹ ਮੇਰੇ ਕੋਲੋਂ ਮੇਰਾ ਫੋਨ ਨੰਬਰ ਵੀ ਲੈ ਗਿਆ। ਹੁਣ ਮੈਨੂੰ ਨਵੇਂ ਸਿਰੇ ਤੋਂ ਆਸ ਬੱਝ ਗਈ। ਸ਼ਾਇਦ ਇਸ ਮਸਲੇ ਦਾ ਹੱਲ ਜਲਦੀ ਹੋ ਜਾਏਗਾ। ਮੈਨੂੰ ਲੱਗ ਰਿਹਾ ਸੀ ਕਿ 5-7 ਦਿਨਾਂ ਦੇ ਵਿੱਚ ਹੀ ਮੇਰਾ ਇਸ ਝੰਜਟ ਤੋਂ ਛੁਟਕਾਰਾ ਹੋ ਜਾਏਗਾ। ਹੁਣ ਮੈਂ ਕਿਸੇ ਨਵੇਂ ਸੁਨੇਹੇ ਦੀ ਉਡੀਕ ਕਰਨ ਲੱਗ ਪਿਆ। ਉਡੀਕਦਿਆਂ ਕਈ ਦਿਨ ਲੰਘ ਗਏ, ਪਰ ਮੈਨੂੰ ਅਜਿਹਾ ਕੋਈ ਵੀ ਸੁਨੇਹਾ ਨਾ ਆਇਆ। ਪੰਚਾਇਤੀ ਤੌਰ ਤੇ ਮਸਲਾ ਨਿਬੜਨ ਦੀ ਆਸ ਵੀ ਖਤਮ ਹੁੰਦੀ ਜਾ ਰਹੀ ਸੀ। ਅਦਾਲਤ ਦੁਆਰਾ ਦਿੱਤੀ ਗਈ ਮੀਡੀਏਸ਼ਨ ਵਾਲੀ ਤਰੀਕ ਨੇੜੇ ਆ ਰਹੀ ਸੀ। ਸਾਨੂੰ ਸਾਰੇ ਪਰਿਵਾਰ ਨੂੰ ਲੱਗਣ ਲੱਗਾ ਕਿ ਸ਼ਾਇਦ ਦੂਜੀ ਧਿਰ ਮਹੱਲੇ 'ਚ ਆਪਣੀ ਬੇਇੱਜ਼ਤੀ ਹੋ ਜਾਣ ਦੇ ਡਰ ਕਾਰਨ ਹੀ ਇਕੱਠ ਵਿੱਚ ਆਉਣ ਤੋਂ ਘਬਰਾ ਰਹੀ ਹੈ। ਸ਼ਾਇਦ ਉਹ ਮੀਡੀਏਸ਼ਨ ਵਿਭਾਗ 'ਚ ਜਾ ਕੇ ਹੀ ਸਮਝੌਤਾ ਕਰਨਗੇ, ਤਾਂ ਜੋ ਲੋਕਾਂ ਨੂੰ ਆਖ ਸਕਣ ਕਿ ਅਦਾਲਤ ਨੇ ਹੀ ਫੈਸਲਾ ਕਰ ਦਿੱਤਾ ਹੈ। ਇਸ ਤਰ੍ਹਾਂ ਉਹ ਮੁਹੱਲੇ 'ਚ ਹੋਣ ਵਾਲੀ ਕੁੱਤੇ ਖਾਣੀ ਤੋਂ ਵੀ ਬਚੇ ਰਹਿਣਗੇ ਤੇ ਦੂਜਾ, ਉਹਨਾਂ ਦੁਆਰਾ ਗਲਤੀ ਮੰਨਣ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗੇਗਾ। ਧੰਨਵਾਦ।